ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅਸੀਂ ਅੱਜ ਬੈਠੇ ਹਾਂ ਮੁਕਤਸਰ ਦੇ ਅੰਦਰ ਇੱਕ ਅਜਿਹੇ ਫਾਰਮ ਹਾਊਸ ਦੇ ਅੰਦਰ ਜਿਹਨੂੰ ਆਪਾਂ ਫਾਰਮ ਹਾਊਸ ਨਾ ਕਹਿ ਕੇ ਇੱਕ ਜੰਨਤ ਕਹਿ ਸਕਦੇ ਹਾਂ, ਤੇ ਇਹਦੇ ਵਿੱਚ ਕੋਈ ਅੱਥ ਕਥਨੀ ਨਹੀਂ ਹੋਏਗੀ। ਜੰਨਤ ਇਸ ਲਈ ਕਿਉਂਕਿ ਖੇਤਾਂ 'ਚ ਤਾਂ ਅਸੀਂ ਬਹੁਤ ਵਾਰੀ ਜਾਂਦੇ ਹਾਂ, ਖੇਤਾਂ 'ਚ ਤਾਂ ਅਸੀਂ ਬਹੁਤ ਵਾਰੀ ਵੀ ਜਾ ਕੇ ਵੱਡੇ ਵੀ ਖੇਤਾਂ 'ਚ ਹੋਏ ਤੇ ਹੋਰ ਹਰ ਕੰਮ ਜਿਹੜਾ ਸਾਡੇ ਖੇਤਾਂ ਨਾਲ ਰਿਲੇਟਡ ਹੈਗਾ। ਲੇਕਿਨ ਖੇਤ ਅਸਲ ਦੇ ਵਿੱਚ ਕੀ ਹੁੰਦੇ ਨੇ ਉਹ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਵੀ ਕੀ ਹੋਣਾ ਚਾਹੀਦਾ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਅਸੀਂ ਆਪਣਾ ਆਪ ਜਿਹੜੀ ਧਰਤੀ ਜਿਹੜੇ ਖੇਤ ਸਾਨੂੰ ਜੀਵਨ ਦੇ ਰਹੇ ਨੇ, ਉਹ ਧਰਤੀ ਉਹ ਖੇਤ ਸਾਡੇ ਲਈ ਮੌਤ ਦਾ ਕਾਰਨ ਬਣ ਜਾਂਦੇ ਨੇ, ਕਿਉਂਕਿ ਅਸੀਂ ਉੱਥੇ ਇੱਕ ਅਜਿਹਾ ਸਿਸਟਮ ਡਿਵੈਲਪ ਕਰ ਲਿਆ ਜਿਹਦੇ ਨਾਲ ਵੱਧ ਜਿਹੜਾ ਝਾੜ ਲੈਣ ਦੇ ਚੱਕਰ ਦੇ ਵਿੱਚ ਅਸੀਂ ਉਹਦਾ ਸੱਤਿਆਨਾਸ਼ ਨਾ ਸਿਰਫ ਧਰਤੀ ਦਾ ਮਾਰ ਦਿੰਦੇ ਹਾਂ ਬਲਕਿ ਆਪਣੇ ਸਰੀਰਾਂ ਦਾ ਵੀ ਮਾਰ ਦਿੰਦੇ ਹਾਂ, ਵਾਤਾਵਰਨ ਦਾ ਵੀ ਮਾਰ ਦਿੰਦੇ ਹਾਂ। ਲੇਕਿਨ ਇੱਥੇ ਆ ਕੇ ਮੁਕਤਸਰ ਦੀ ਇਸ ਧਰਤੀ 'ਤੇ ਆ ਕੇ, ਪਾਵਨ ਪਵਿੱਤਰ ਸ਼ਹੀਦਾਂ ਦੀ ਇਸ ਧਰਤੀ ਦੇ ਉੱਤੇ ਆ ਕੇ ਸਾਨੂੰ ਅਹਿਸਾਸ ਹੋਇਆ ਕਿ ਵਾਕਈ ਹੀ ਖੇਤ ਜੰਨਤ ਨੇ, ਕਿਉਂਕਿ ਅਸੀਂ ਕਮਲਜੀਤ ਹੇਅਰ ਹੁਣਾਂ ਦੇ ਖੇਤਾਂ 'ਚ ਬੈਠੇ ਹਾਂ। ਬਹੁਤ ਸਾਰੀਆਂ ਚੀਜ਼ਾਂ ਇਹਨਾਂ ਤੋਂ ਜਾਣਨ ਦੀ ਸਮਾਂ ਬਹੁਤ ਮੇਰਾ ਜੀ ਇਹੋ ਜਿਹਾ ਕਰਦਾ ਕਿ ਮੈਂ ਸਾਰਾ ਦਿਨ ਜਿਹੜਾ ਇੱਥੇ ਬੈਠਾ ਰਹਾਂ ਤੇ ਇਹਨਾਂ ਤੋਂ ਸੁਣੀ ਜਾਵਾਂ ਵੀ ਕੀ ਕੀ ਗੁਣ ਨੇ ਸਾਡੀ ਇਸ ਧਰਤੀ ਮਾਂ ਦੇ ਅੰਦਰ। ਸ਼ੁਰੂਆਤ ਕਰਦੇ ਹਾਂ ਤੇ ਇੱਕ ਇੱਕ ਕਰਕੇ ਚੀਜ਼ ਤੁਹਾਡੇ ਸਾਹਮਣੇ ਰੱਖਾਂਗੇ ਕਿ ਬਿਨਾਂ ਕੁਛ ਦਵਾਈ ਖਾਏ ਸਿਰਫ ਜੇ ਤੁਸੀਂ ਖੇਤਾਂ ਦੇ ਅੰਦਰ ਹੀ ਰਹਿ ਲੈਂਦੇ ਹੋ ਨਾ ਤਾਂ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ। ਕਮਲਜੀਤ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਥੈਂਕ ਯੂ ਜੀ। ਦਰਸ਼ਕਾਂ ਦੇ ਰੂਬਰੂ ਤੁਹਾਨੂੰ ਮੈਂ ਫਸਟ ਟਾਈਮ ਕਰਵਾ ਪਾਇਆ, ਇਹ ਮੇਰਾ ਬਦਨਸੀਬੀ ਕਹਿ ਸਕਦੇ ਹਾਂ ਆਪਾਂ, ਕਿਉਂਕਿ ਤੁਸੀਂ ਤਾਂ ਬਹੁਤ ਦੇਰ ਦੇ ਪਬਲਿਕ ਦੇ ਰੂਬਰੂ ਹੋਏ ਹੋ। ਥੋੜ੍ਹਾ ਜਿਹਾ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਓ ਵੀ ਕਿੱਦਾਂ ਤੁਸੀਂ ਇੱਕ ਪੇਸ਼ੇ ਤੋਂ ਤੁਸੀਂ ਵਕੀਲ ਹੈਗੇ ਹੋ, ਮਤਲਬ ਸੀਗੇ ਵਕਾਲਤ ਤੁਹਾਡੀ ਜਿਹੜੀ ਤੁਸੀਂ ਕਰੀ LLB ਤੁਸੀਂ ਕਰਨ ਤੋਂ ਬਾਅਦ ਤੁਸੀਂ ਵਕਾਲਤ ਵੀ ਕਰੀ, ਕਿਸ ਤਰੀਕੇ ਤੁਹਾਡੀ ਲਾਈਫ ਸ਼ੁਰੂ ਹੋਈ ਤੇ ਕਿੱਧਰ ਨੂੰ ਮੋੜ ਖਾ ਗਈ? ਮੇਰਾ ਪਿੰਡ ਹੈ ਜੀ ਸੋਹਣਗੜ੍ਹ ਰੱਤੇਵਾਲਾ। ਇਹ ਬੇਸਿਕਲੀ ਇਹ ਪਿੰਡ ਫਿਰੋਜ਼ਪੁਰ ਦਾ ਲਾਸਟ ਪਿੰਡ ਹੈ, ਲੇਕਿਨ ਨੀਅਰੈਸਟ ਟੂ ਮੁਕਤਸਰ ਕਰਕੇ ਮੈਂ ਅਕਸਰ ਆਪਣੇ ਆਪ ਨੂੰ ਮੁਕਤਸਰ ਵਾਲਾ ਹੀ ਕਹਿਣਾ ਹੁੰਦਾ। ਅਤੇ ਮੁਕਤਸਰ ਦੇ ਵਿੱਚ ਮੈਂ ਵਕਾਲਤ ਸ਼ੁਰੂ ਕੀਤੀ ਸਨ 2000 ਤੋਂ। ਤਾਂ ਇਸ ਸਮੇਂ ਦੇ ਦੌਰਾਨ ਮੇਰੀ ਫੈਮਿਲੀ ਦੇ ਵਿੱਚ 2 ਅਨਨੈਚੁਰਲ ਡੈਥ ਹੋ ਗਈਆਂ। ਇੱਕ ਤਾਂ ਉਸ ਤੋਂ ਪਹਿਲਾਂ ਮੇਰੀ ਵਕਾਲਤ ਸ਼ੁਰੂ ਕਰਨ ਤੋਂ ਪਹਿਲਾਂ 1996 ਦੇ ਵਿੱਚ ਮੇਰਾ ਛੋਟਾ ਬ੍ਰਦਰ ਸੀ, 10 ਸਾਲ ਦੀ ਉਮਰ ਦੇ ਵਿੱਚ ਉਹਨੂੰ ਬ੍ਰੇਨ ਟਿਊਮਰ ਹੋ ਗਿਆ। 1 ਸਾਲ ਕੋਮਾ 'ਚ ਪਿਆ ਰਿਹਾ, ਚਲਾ ਗਿਆ। 2006 'ਚ ਮੇਰੇ ਫਾਦਰ ਸਾਹਿਬ 53 ਸਾਲ ਦੀ ਉਮਰ 'ਚ ਅਟੈਕ ਨਾਲ ਚਲੇ ਗਏ ਅਤੇ ਉਹ ਵੀ ਬੜੇ ਫਿਜ਼ੀਕਲੀ ਫਿੱਟ ਸੀਗੇ। ਤਾਂ ਇਹ 2 ਅਨਨੈਚੁਰਲ ਡੈਥ ਨੇ ਹਿਲਾ ਕੇ ਰੱਖਤਾ। ਬੜਾ ਅਨਪ੍ਰੈਡਿਕਟੇਬਲ ਸੀ ਦੋਨੋਂ ਕੁਛ ਹੀ। ਲੇਕਿਨ 2000 ਮੇਰੀ ਲਾਈਫ ਦਾ ਜਿਹੜਾ ਟਰਨਿੰਗ ਪੁਆਇੰਟ ਸੀਗਾ ਉਹ ਸੀਗਾ ਨਵੰਬਰ 2012। ਨਵੰਬਰ 2012 ਦੇ ਵਿੱਚ ਮੇਰੇ ਗ੍ਰੈਂਡਫਾਦਰ ਦੀ ਡੈਥ ਹੁੰਦੀ ਹੈ। ਉਹਨਾਂ ਦੀ ਉਮਰ ਸੀਗੀ 101 ਸਾਲ। ਅਤੇ ਜੋ ਸਾਡੇ ਸੋਸ਼ਲੀ ਟਰੈਂਡ ਹੈਗਾ, ਲੋਕ ਅਫਸੋਸ ਕਰਨ ਆਉਂਦੇ ਹੈਗੇ ਹੈ, ਤਾਂ ਸਾਡਾ MLA ਅਫਸੋਸ ਕਰਨ ਆਇਆ, ਮੈਨੂੰ ਕਹਿੰਦਾ ਵਕੀਲ ਸਾਹਿਬ ਬਜ਼ੁਰਗਾਂ ਦੀ ਉਮਰ ਬੜੀ ਚੰਗੀ ਸੀ। ਮੈਂ ਕਿਹਾ ਹਾਂਜੀ 101 ਸਾਲ। ਤਾਂ ਮੈਂ ਕਿਹਾ ਜੀ ਵੱਡੀ ਗੱਲ ਇਹ ਸੀਗੀ ਕਿ ਇੱਕ ਦਿਨ ਦੀ ਹਸਪੀਟਲਾਈਜੇਸ਼ਨ ਨਹੀਂ ਸੀ, ਬੰਦਾ ਕਦੇ ਬਿਮਾਰ ਹੀ ਨਹੀਂ ਹੋਇਆ ਸੀ। ਅਤੇ ਮੈਨੂੰ ਕਹਿੰਦੇ ਤੇਰੇ ਫਾਦਰ ਸਾਹਿਬ ਜਲਦੀ ਚਲੇ ਗਏ। ਮੈਂ ਕਿਹਾ ਹਾਂਜੀ 53 ਸਾਲ 'ਚ। ਮੇਰਾ ਛੋਟਾ ਬ੍ਰਦਰ ਸੀਗਾ, ਉਦੋਂ ਪਹਿਲਾਂ ਚਲਾ ਗਿਆ ਸੀ। ਕਹਿੰਦੇ ਅੱਛਾ। ਕਹਿੰਦੇ ਯਾਰ ਦਾਦੇ ਦੀ ਉਮਰ 101 ਸਾਲ, ਪੁੱਤ ਦੀ ਉਮਰ 53 ਸਾਲ, ਉਹਦੇ ਪੋਤਰੇ ਦੀ ਉਮਰ 10 ਸਾਲ, ਕੁਛ ਨਾ ਕੁਛ ਤਾਂ ਹੈ ਨਾ ਜੋ ਗਲਤ ਹੋਈ ਜਾਂਦਾ ਹੈ। ਤਾਂ ਮੈਂ ਕਿਹਾ ਜੀ ਹਾਂ, ਕਦੇ ਸੋਚਣਾ ਆਪਾਂ ਕਦੇ ਕਦੇ ਵੀ ਕੀ ਗਲਤ ਹੋਈ ਜਾਂਦਾ ਹੈ, ਕਿਉਂ ਉਮਰਾਂ ਘਟ ਰਹੀਆਂ, ਕਿਉਂ ਇਹ ਹਾਲਾਤ ਬਣਦੇ ਪਏ ਹੈ। ਤਾਂ ਮੈਂ ਕਿਹਾ ਜੀ ਹਾਂ, ਕਦੇ ਸੋਚਿਆ ਨਹੀਂ ਹੈਗਾ। ਮੈਂ ਤਾਂ ਪੈਸੇ ਕਮਾਉਣ ਦੇ ਚੱਕਰ 'ਚ ਪਿਆ ਹੋਇਆ ਅਤੇ ਸਾਰਾ ਧਿਆਨ ਹੀ ਉੱਧਰ ਹੈਗਾ ਅਤੇ ਆਪਣੀ ਬਾਕੀ ਹੋਰ ਪਾਸੇ ਤਾਂ ਧਿਆਨ ਹੀ ਹੈ ਨਹੀਂ ਗਾ। ਕੀ ਸਾਡੇ ਸਿਹਤਾਂ ਦੇ ਹਾਲਾਤ ਹੈ, ਕੀ ਆਸੇ ਪਾਸੇ ਵਾਪਰ ਰਿਹਾ, ਮੈਨੂੰ ਤਾਂ ਸਿਰਫ ਮਤਲਬ ਪੈਸਾ ਕਿਵੇਂ ਆਉਣਾ ਚਾਹੀਦਾ ਉਹਦੇ ਪਾਸੇ ਹੀ ਹੈ। ਤਾਂ ਉਹ ਮੈਨੂੰ ਕਹਿੰਦੇ ਕਿ ਥੋੜ੍ਹਾ ਜਿਹਾ ਔਰਗੈਨਿਕ ਕਰ ਲਿਆ ਕਰੋ। ਹੁਣ ਮੈਨੂੰ ਤਾਂ ਔਨ ਦੈਟ ਡੇ ਨਹੀਂ ਪਤਾ ਸੀ ਔਰਗੈਨਿਕ ਕੀ ਬਲਾ ਹੁੰਦੀ। ਮੈਂ ਤਾਂ ਵਕਾਲਤ ਕਰਨ ਵਾਲਾ ਬੰਦਾ। ਅਤੇ ਸ਼ਾਮ ਨੂੰ ਨੈੱਟ 'ਤੇ ਸਰਚ ਕੀਤਾ ਕਿ ਵਟ ਇਜ਼ ਔਰਗੈਨਿਕ। ਉਹ ਪਤਾ ਲੱਗਿਆ ਕਿ ਔਰਗੈਨਿਕ ਫਾਰਮਿੰਗ ਹੁੰਦੀ ਹੈ। ਔਰਗੈਨਿਕ ਫਾਰਮਿੰਗ ਦੇ ਵਿੱਚੋਂ ਗਾਂ ਕਰਦੇ ਕਰਾਉਂਦੇ ਉਹ ਮੈਨੂੰ ਲਿੰਕ 'ਤੇ ਆ ਗਿਆ ਖੇਤੀ ਵਿਰਾਸਤ ਮਿਸ਼ਨ ਦਾ। ਅਤੇ ਮੈਂ ਖੇਤੀ ਵਿਰਾਸਤ ਮਿਸ਼ਨ ਦਾ ਨੰਬਰ ਚੱਕ ਕੇ ਓਮਿੰਦਰ ਦੱਤ ਜੀ ਨੂੰ ਫੋਨ ਕੀਤਾ ਅਤੇ ਮੈਂ ਇੱਕ ਵਕੀਲ ਹੈ, ਡਰਿਆ ਹੋਇਆ ਹਾਲਾਤਾਂ ਨੂੰ ਲੈ ਕੇ, ਅਤੇ ਮੈਂ ਔਰਗੈਨਿਕ ਫਾਰਮਿੰਗ ਸਿੱਖਣੀ ਹੈ। ਅਤੇ ਉਹਨਾਂ ਦੇ ਸੰਪਰਕ ਦੇ ਵਿੱਚ ਮੈਂ 2012 ਦੇ ਐਂਡ ਦੇ ਵਿੱਚ, ਨਵੰਬਰ ਦੇ ਵਿੱਚ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ। ਉੱਥੋਂ ਫਿਰ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ। ਸਫ਼ਰ ਦੀ ਸ਼ੁਰੂਆਤ ਹੁੰਦੀ ਹੈ, ਪਰ ਨਾਲ ਨਾਲ ਤੁਸੀਂ ਵਕਾਲਤ ਵੀ ਕਰ ਰਹੇ ਸੀ। ਥੋੜ੍ਹਾ ਜਿਹਾ ਇਹ ਵੀ ਦੱਸ ਦਿਓ ਕਿ ਵਕਾਲਤ ਦੇ ਵਿੱਚੋਂ ਕੀ ਤੁਹਾਡੀ ਅਰਨਿੰਗ ਸੀਗੀ ਅਤੇ ਕਿੱਦਾਂ ਜਦੋਂ ਤੁਸੀਂ ਇੱਕ ਅਰਨਿੰਗ ਹੋਣ ਦੇ ਬਾਵਜੂਦ ਵੀ ਤੁਸੀਂ ਜਦੋਂ ਔਰਗੈਨਿਕ ਫਾਰਮਿੰਗ ਕਰਨੀ ਆਉਂਦੇ ਹੋ, ਕਿ ਤੁਸੀਂ ਸ਼ੌਕ ਦੇ ਲਈ ਆਏ ਸੀ, ਕਿ ਤੁਸੀਂ ਸਿਰਫ ਆਪਣੀ ਸਿਹਤ ਲਈ ਆਏ ਸੀ, ਜਾਂ ਫਿਰ ਇਸ ਨੂੰ ਕਿੱਤੇ ਵਜੋਂ ਵੀ ਅਪਣਾਉਣ ਲਈ ਤੁਸੀਂ ਆਏ ਸੀ? ਸਟਾਰਟਿੰਗ ਦੇ ਵਿੱਚ ਮੈਂ ਡਰਿਆ ਹੋਇਆ ਸੀ। ਜਦੋਂ ਮੈਂ ਆਇਆ ਸੀਗਾ
ਮੈਂ ਡਰਿਆ ਹੋਇਆ ਸੀਗਾ, ਇੱਕ ਡਰ ਸੀਗਾ ਤੇ ਇੱਕ ਮੈਨੂੰ ਇਹ ਲੱਗਦਾ ਸੀਗਾ ਕਿ ਪੰਜਾਬ ਦੀ ਡਰ ਤਾਂ ਸੀਗਾ ਕਿ ਸਾਡੀ ਹੈਲਥ ਦੇ ਜਾਂ ਆਹ ਕ੍ਰਾਈਸਿਸ ਬਣ ਗਿਆ, ਮੇਰੇ ਫੈਮਿਲੀ 'ਚ 2 ਅਨਨੈਚੁਰਲ ਡੈਥ ਹੋ ਗਈਆਂ। ਡਰ ਲੱਗਦਾ ਸੀ ਕਿ ਮੇਰੇ ਤੇ ਜਿੰਨਾ ਵਰਕਲੋਡ ਹੈਗਾ, ਕੱਲ੍ਹ ਨੂੰ ਮੈਨੂੰ ਸ਼ੂਗਰ ਹੋ ਜਾਣਾ ਹੈ ਤੇ ਹਾਰਟ ਅਟੈਕ ਆ ਜਾਣਾ ਹੈਗਾ। ਤਾਂ ਇੱਕ ਤਾਂ ਡਰਿਆ ਹੋਇਆ ਸੀ। ਸੈਕੰਡ, ਮੈਨੂੰ ਇਹ ਲੱਗਦਾ ਸੀਗਾ ਕਿ ਪੰਜਾਬ ਦੀ ਇਕੋਨਮੀ ਐਗਰੀਕਲਚਰ ਬੇਸਡ ਹੈ। ਜੇ ਪੰਜਾਬ ਦਾ ਕਿਸਾਨ ਮਰ ਗਿਆ ਨਾ, ਇੱਕ ਵਕੀਲ, ਡਾਕਟਰ, ਇੰਡਸਟਰੀਅਲਿਸਟ ਸਭ ਨੇ ਮਰ ਜਾਣਾ ਹੈ। ਤੇ ਪੰਜਾਬ ਦੇ ਕਿਸਾਨ ਦਾ ਜਿਹੜਾ ਐਗਰੀਕਲਚਰ ਦਾ ਮਾਡਲ ਹੈ, ਉਹ ਮਾਡਲ ਸੈਲਫ ਸਸਟੇਨੇਬਲ ਮਾਡਲ ਨਹੀਂ ਹੈਗਾ, ਉਹ ਮਾਡਲ ਟਿਕਾਊ ਨਹੀਂ ਹੈਗਾ। ਤੇ ਜਿਹੜਾ ਮਾਡਲ ਖੇਤੀ ਦਾ ਜਿਹੜਾ ਤਰੀਕਾ ਢੰਗ ਕਿਸਾਨ ਨੇ ਅਪਣਾ ਲਿਆ, ਉਹ ਤਰੀਕਾ ਕਿਸੇ ਨਾ ਕਿਤੇ ਫੇਲ ਹੋਊਗਾ। ਉਹ ਮੈਨੂੰ ਲੱਗਦਾ ਸੀ ਕਿ ਮੇਰੇ ਘਰ ਦੇ ਸਾਹਮਣੇ ਇੱਕ ਕੋਆਪਰੇਟਿਵ ਸੁਸਾਇਟੀ ਸੀ। ਉਹ ਸੁਸਾਇਟੀ ਦੇ ਵਿੱਚ ਯੂਰੀਆ ਆਉਂਦੀ ਹੁੰਦੀ ਸੀ। ਮੇਰੇ ਵੇਖਣ ਦੀ ਗੱਲ ਹੈਗੀ ਹੈ ਕਿ ਛੋਟੇ ਛੋਟੇ ਆਸ਼ੇ ਟਰੈਕਟਰਾਂ ਦੇ ਉੱਪਰ ਯੂਰੀਆ ਆਉਂਦੀ ਹੁੰਦੀ ਸੀ। ਹੌਲੀ ਹੌਲੀ ਉਹ ਯੂਰੀਆ ਆਉਣ ਲੱਗ ਪਈ ਟਰੱਕਾਂ ਦੇ ਉੱਤੇ, ਫਿਰ ਉਹ ਵੱਡੇ ਘੋੜੇ ਟਰੱਕਾਂ ਦੇ ਉੱਤੇ ਆਉਣ ਲੱਗ ਪਈ। ਕਈ ਹੁਣ ਟਰੱਕ ਆਉਂਦੇ ਹੈਗੇ ਆ। ਸਾਡੇ ਪਿੰਡ ਦਾ ਰਕਬਾ ਤਾਂ ਓਨਾ ਹੀ ਹੈ। ਤੇ ਉਹ ਯੂਰੀਆ ਦੀ ਡੋਜ਼ ਐਂ ਵੱਧਦੀ ਜਾ ਰਹੀ ਹੈ। ਕੁਝ ਨਾ ਕੋਈ ਲਿਮਿਟ ਤਾਂ ਹੈ, ਕਿਤੇ ਨਾ ਕਿਤੇ ਜਾ ਕੇ ਕੰਮ ਇਹ ਰੁਕੂਗਾ। ਤਾਂ ਮੈਨੂੰ ਲੱਗਦਾ ਸੀਗਾ ਕਿ ਇੱਕ ਨਾ ਇੱਕ ਦਿਨ ਦੇ ਉੱਤੇ ਜਾ ਕੇ ਖੇਤੀ ਦਾ ਮਾਡਲ ਫੇਲ ਹੋਊਗਾ। ਤੇ ਜਿੱਦਣ ਮਾਡਲ ਫੇਲ ਹੋ ਗਿਆ, ਉਦੋਂ ਕਿਸਾਨ ਫੇਲ ਹੋ ਜਾਊਗਾ। ਕਿਸਾਨ ਫੇਲ ਹੋ ਗਿਆ ਤਾਂ ਸਭ ਨੇ ਫੇਲ ਹੋ ਜਾਣਾ। ਤਾਂ ਮੈਨੂੰ ਆਪਣਾ ਲਾਈਨ ਚੇਂਜ ਕਰਨੀ ਚਾਹੀਦੀ ਹੈ। ਤੇ ਉਹ ਲਾਈਨ ਚੇਂਜ ਕਰਨ ਦਾ ਸਬੱਬ ਬਣਿਆ ਜਿਹੜਾ ਉਹ ਮੇਰਾ ਟਰਨਿੰਗ ਪੁਆਇੰਟ ਸੀ ਲਾਈਫ ਦਾ। ਤੇ ਉਸ ਤੋਂ ਬਾਅਦ ਮੈਂ ਖੇਤੀ ਵਿਰਾਸਤ ਮਿਸ਼ਨ ਦੇ ਸੰਪਰਕ ਦੇ ਵਿੱਚ ਆ ਗਿਆ। ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਮੇਰਾ ਮੇਲ ਹੋਇਆ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਨਾਲ। ਉਹ ਸਾਇੰਟਿਸਟ ਸੀਗੇ ਹੈਦਰਾਬਾਦ ਦੇ ਵਿੱਚ, ਇੱਕ ਰਿਸਰਚ ਇੰਸਟੀਚਿਊਟ ਹੈਗਾ ਉੱਥੇ। ਉਹਨਾਂ ਦੇ ਵਿੱਚ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਤੋਂ ਸਮਝ ਬਣੀ, ਹੋਰ ਹੌਲੀ ਹੌਲੀ ਖੇਤੀ ਵਿਰਾਸਤ ਮਿਸ਼ਨ ਦੇ ਸੰਪਰਕ 'ਚ ਆ ਕੇ ਹੌਲੀ ਹੌਲੀ ਸਮਝ ਬਣੀ ਕਿ ਖੇਤੀ ਦਾ ਜਿਹੜਾ ਮਾਡਲ ਹੈਗਾ, ਇਹ ਮਾਡਲ ਉਮਰ ਪੂਰੀ ਕਰ ਚੁੱਕਿਆ ਹੈ। ਜਿਵੇਂ ਹੁਣ ਅਸੀਂ ਕੋਲਾ ਬਾਲ ਕੇ ਬਿਜਲੀ ਪੈਦਾ ਕਰਨ ਵਾਲਾ ਮਾਡਲ ਉਮਰ ਪੂਰੀ ਕਰ ਗਿਆ, ਉਸੇ ਤਰ੍ਹਾਂ ਹੀ ਕੈਮੀਕਲ ਪਾ ਕੇ ਪ੍ਰੋਡਕਟਿਵਿਟੀ ਲੈਣ ਵਾਲਾ ਮਾਡਲ ਹੈ, ਇਹਦੀ ਉਮਰ ਪੂਰੀ ਹੋ ਗਈ। ਸਾਨੂੰ ਬਦਲਵਾਂ ਮਾਡਲ ਲੱਭਣਾ ਪੈਣਾ ਹੈ। ਬਦਲਵਾਂ ਮਾਡਲ ਉਹੀ ਮਾਡਲ ਜਿਹੜਾ ਸਨ 70 ਦੇ ਵਿੱਚ ਅਸੀਂ ਛੱਡ ਕੇ ਆਏ ਸੀ। ਉਸ ਮਾਡਲ ਨੂੰ ਅਸੀਂ ਹੂਬਹੂ ਲਾਗੂ ਨਹੀਂ ਕਰ ਸਕਦੇ। ਅੱਜ ਅਸੀਂ ਬਲਦਾਂ ਨਾਲ ਖੇਤੀ ਨਹੀਂ ਕਰ ਸਕਦੇ। ਅੱਜ ਅਸੀਂ ਉਹ VDCD ਵਾਲੀ ਖੇਤੀ ਨਹੀਂ ਕਰ ਸਕਦੇ। ਸਾਨੂੰ ਉਸੇ ਮਾਡਲ ਨੂੰ ਸਮੇਂ ਦਾ ਹਾਣੀ ਬਣਾਉਣਾ ਪੈਣਾ ਹੈ। ਜਿਹੜਾ ਉਹ ਮਾਡਲ 70 ਛੱਡ ਕੇ ਆਏ ਸੀ, ਉਹਨੂੰ ਸਮੇਂ ਦਾ ਹਾਣੀ ਬਣਾ ਕੇ ਉਹਨੂੰ ਦੁਬਾਰਾ ਲਾਗੂ ਕਰਨਾ ਪੈਣਾ। ਤਾਂ ਡਾਕਟਰ ਪਹਿਲਾ ਇਹ ਸੁਪਨਾ ਲੈ ਕੇ ਆਏ ਸੀ ਕਿ ਅਸੀਂ ਇਸ ਮਾਡਲ ਨੂੰ ਖੋਜ ਕਰਾਂਗੇ। ਇਸ ਮਾਡਲ ਨੂੰ ਹੁਣ ਪ੍ਰਿੰਸੀਪਲ ਤਾਂ ਸਾਡੇ ਕੋਲ ਸੀ ਉਹ 70 ਵੇਲੇ ਦੇ, ਲੇਕਿਨ ਉਹਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਉਣਾ, ਇਹਦੇ 'ਤੇ ਕੰਮ ਕਰਨਾ ਪੈਣਾ ਸੀ। ਇਹਨੂੰ ਹੁਣ ਉਹਦੇ ਵਿੱਚ ਮੈਕਨਾਈਜੇਸ਼ਨ ਕਿਵੇਂ ਕਰਨਾ ਹੈਗਾ, ਉਹਨੂੰ ਸਮੇਂ ਦਾ ਹਾਣੀ ਕਿਵੇਂ ਬਣਾਉਣਾ, ਤੇ ਬਹੁਤ ਕੰਮ ਕਰਨ ਦੀ ਲੋੜ ਸੀ। ਤਾਂ ਡਾਕਟਰ ਪਹਿਲਾ ਕਹਿੰਦੇ ਸੀ ਅਸੀਂ ਇੱਕ ਮਾਡਲ ਦੀ ਖੋਜ ਕਰਾਂਗੇ, ਉਸ ਮਾਡਲ ਨੂੰ ਸਮੇਂ ਦਾ ਹਾਣੀ ਬਣਾਵਾਂਗੇ, ਫਿਰ ਉਸ ਮਾਡਲ ਨੂੰ ਸਪਰੈਡ ਕਰਾਂਗੇ, ਲੋਕਾਂ ਤੱਕ ਲੈ ਕੇ ਜਾਵਾਂਗੇ। ਤਾਂ ਡਾਕਟਰ ਪਹਿਲਾ ਦੇ ਨਾਲ ਅਸੀਂ ਇਹ ਮਿਸ਼ਨ ਸਟਾਰਟ ਕੀਤਾ 2000 ਜਨਵਰੀ 2013 ਦੇ ਵਿੱਚ। ਤੇ ਉਹ ਸ਼ੁਰੂਆਤ ਕਰਨ ਤੋਂ ਬਾਅਦ ਥੋੜ੍ਹਾ ਸਮਾਂ ਚੱਲਿਆ ਤਾਂ ਮੇਰੇ 'ਤੇ ਵਰਕਲੋਡ ਜ਼ਿਆਦਾ ਹੋ ਗਿਆ। ਮੈਨੂੰ ਐਂ ਲੱਗਿਆ ਹੁਣ ਜਾਂ ਤਾਂ ਵਕਾਲਤ ਛੱਡਦੇ ਹਾਂ ਜਾਂ ਖੇਤੀ ਛੱਡਦੇ ਹਾਂ। ਅਤੇ ਮੈਨੂੰ 2015 ਦੇ ਵਿੱਚ ਜੂਨ ਦੇ ਵਿੱਚ ਲੱਗਿਆ ਕਿ ਹੁਣ ਮੈਨੂੰ ਜਿਹੜਾ ਹੈਗਾ ਫੈਸਲਾ ਕੀਤਾ ਕਿ ਵਕਾਲਤ ਛੱਡੂੰਗਾ। ਵਕਾਲਤ ਛੱਡਣ ਵੇਲੇ ਮੇਰੀ ਵਕਾਲਤ 1.5-2 ਲੱਖ ਰੁਪਏ ਮਹੀਨੇ ਦੀ ਵਕਾਲਤ ਸੀ। ਤਾਂ ਉਹ ਵਕਾਲਤ ਛੱਡ ਕੇ ਫਿਰ ਮੈਂ ਉੱਥੇ ਸਾਰਾ ਕੁਛ ਆਪਦਾ ਅਤੇ ਇੱਥੇ ਖੇਤ 'ਚ ਆ ਗਿਆ। ਜਦੋਂ ਆਇਆ ਤਾਂ ਅਨਫਾਰਚੂਨੇਟਲੀ ਡਾਕਟਰ ਪਹਿਲਾ ਦਾ ਸਾਥ ਛੁੱਟ ਗਿਆ, ਉਹ ਨਹੀਂ ਰਹੇ। ਹਾਂ, ਬਹੁਤ ਵੱਡੀ ਸਮੱਸਿਆ ਆ ਗਈ। ਹੁਣ ਵਾਪਸ ਮੁੜ ਨਹੀਂ ਸਕਦਾ, ਰਾਹ ਬੰਦ ਕਰਕੇ ਆਇਆ। ਅਤੇ ਅੱਗੇ ਮੈਨੂੰ ਸਮਝ ਨਹੀਂ ਹੈਗਾ, ਮੈਂ ਤਾਂ ਖੇਤੀ ਕੀਤੀ ਨਹੀਂ ਕਦੇ, ਮੈਂ ਤਾਂ ਵਕਾਲਤ ਕਰਨ ਵਾਲਾ ਬੰਦਾ। ਅਤੇ ਪਰ ਡਿਟਰਮੀਨੇਸ਼ਨ ਬੜਾ ਸਖਤ ਸੀਗਾ, ਫਰਮ ਡਿਟਰਮੀਨੇਸ਼ਨ ਸੀਗਾ ਕਿ ਵਾਪਸ ਨਹੀਂ ਜਾਊਂਗਾ, ਜੋ ਮਰਜ਼ੀ ਹੋ ਜਾਏ। ਅਤੇ ਅਸੀਂ ਇੱਕ ਬਦਲਵਾਂ ਮਾਡਲ ਖੋਜ ਕਰਾਂਗੇ, ਅਸੀਂ ਬਦਲਵਾਂ ਮਾਡਲ ਲੱਭਾਂਗੇ। ਬਿਨਾਂ ਜ਼ਹਿਰਾਂ ਤੋਂ ਖੇਤੀ ਹੋ ਸਕਦੀ ਹੈ। ਜਦੋਂ ਦੀ ਸ੍ਰਿਸ਼ਟੀ ਬਣੀ ਹੈਗੀ ਹੈ, ਉਦੋਂ ਤੋਂ ਖੇਤੀ ਚੱਲਦੀ ਆ ਰਹੀ ਹੈ। ਉਦੋਂ ਕਿਹੜੇ ਯੂਰੀਆ DAP ਹੁੰਦੀ ਸੀ। ਤਾਂ ਫਿਰ ਜਿਹੜਾ ਹੈਗਾ ਇਹਦੇ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸ ਤੋਂ ਲਗਾਤਾਰ ਇਸੇ ਮਾਡਲ 'ਤੇ ਕੰਮ ਕਰਦੇ ਆ ਰਹੇ ਹਾਂ। ਹੇਅਰ ਸਾਹਿਬ, ਤੁਸੀਂ 2.25 ਲੱਖ ਰੁਪਏ ਮਹੀਨੇ ਦੀ ਆਮਦਨ ਜਿਹੜੀ ਆ ਵਕਾਲਤ 'ਚੋਂ ਛੱਡ ਕੇ ਤੁਸੀਂ ਖੇਤੀ ਵਾਲੇ ਪਾਸੇ ਆਏ। ਫੈਮਿਲੀ ਨੇ ਇਹ ਚੀਜ਼ ਐਕਸੈਪਟ ਕਰ ਲਈ ਸੀ? ਨਹੀਂ ਜੀ, ਬਹੁਤ ਵਿਰੋਧ ਹੋਇਆ। ਜਦੋਂ ਤੁਸੀਂ ਲਾਈਨ ਤੋਂ ਹਟ ਕੇ ਕੰਮ ਕਰਦੇ ਹੋ ਨਾ ਕੋਈ, ਤਾਂ ਤੁਹਾਨੂੰ ਬਹੁਤ ਸਮੱਸਿਆਵਾਂ ਆਉਂਦੀਆਂ ਨੇ। ਤੁਹਾਨੂੰ ਸਮਾਜ ਬਹੁਤ ਪਰੇਸ਼ਾਨ ਕਰਦਾ ਹੈ, ਤੁਹਾਨੂੰ ਪਰਿਵਾਰ ਵੱਲੋਂ ਬਹੁਤ ਵਿਰੋਧ ਹੁੰਦਾ ਹੈ। ਹੁਣ ਕਿੱਥੇ 1.5-2 ਲੱਖ ਰੁਪਏ ਦੀ ਪ੍ਰੈਕਟਿਸ ਕਰਦਾ ਸੀਗਾ, ਐਡਾ ਵੱਡਾ ਨਾਮ ਸੀਗਾ, ਅਤੇ ਉਹ ਛੱਡ ਕੇ ਖੇਤਾਂ ਦੇ ਵਿੱਚ ਆ ਕੇ ਕੰਮ ਸ਼ੁਰੂ ਕਰੂੰਗਾ, 0 ਲੈਵਲ ਤੋਂ ਸ਼ੁਰੂ ਕਰੂੰਗਾ, ਤਾਂ ਵਿਰੋਧ ਹੋਣਾ ਹੈ। ਪਰਿਵਾਰ ਨੇ ਬਹੁਤ ਘੋਰ ਵਿਰੋਧ ਕੀਤਾ, ਸਮਾਜ ਨੇ ਬੜਾ ਪਰੇਸ਼ਾਨ ਕੀਤਾ। ਅੱਗਾਂ ਲਾ ਕੇ ਮੇਰੇ ਬੂਟੇ ਸਾੜੇ, ਰਾਤ ਨੂੰ ਲੋਕ ਬੂਟੇ ਪੱਟ ਕੇ ਵੀ ਗਏ। ਅਤੇ ਪਰ ਇਹ ਸੀਗਾ ਕਿ ਸਮੱਸਿਆਵਾਂ ਆਉਣਗੀਆਂ। ਆਪਣੇ ਆਪ ਨੂੰ ਪਹਿਲਾਂ ਸਟਰੋਂਗ ਕਰਕੇ ਚੱਲਿਆ ਹੋਇਆ ਸੀਗਾ ਕਿ ਜੇ ਵਗਦੀ ਹਨੇਰੀ ਦੇ ਉਲਟ ਤੁਰਨਾ ਹੈ ਤਾਂ ਰਸਤਾ ਆਸਾਨ ਨਹੀਂ ਹੈਗਾ। ਅਤੇ ਮੈਨੂੰ ਪਤਾ ਸੀਗਾ ਕਿ
ਕਿਤੇ ਨਾ ਕਿਤੇ ਇਹ ਮਲਮਾ ਲਾਉਣ ਵਾਲੇ ਲੋਕ ਵੀ ਆਉਣਗੇ, ਉਹਨਾਂ ਦੇ ਵਿੱਚ ਅੱਜ ਤੁਸੀਂ ਵੀ ਹੋ। ਮੈਂ 4 ਲਾਈਨਾਂ ਲਿਖੀਆਂ ਸੀ, ਥੋੜ੍ਹਾ ਜਿਹਾ ਲਿਖਣ ਦਾ ਸ਼ੌਕ ਹੈ। ਸੌਖਾ ਨਹੀਂ ਹੁੰਦਾ ਵਗਦੀ ਤੇਜ਼ ਹਨੇਰੀ ਦੇ ਵਿੱਚ ਹਵਾ ਦੇ ਉਲਟ ਤੁਰਨਾ, ਸੌਖਾ ਨਹੀਂ ਹੁੰਦਾ ਪਾਣੀ ਦੇ ਵਹਾਅ ਦੇ ਉਲਟ ਤੈਰਨਾ ਹੈ, ਵਾਕਿਆ ਬੜਾ ਮੁਸ਼ਕਿਲ ਹੁੰਦਾ ਹੈ ਨਵੇਂ ਦਿਸਹੱਦਿਆਂ ਨੂੰ ਉਲੀਕਣਾ, ਰਸਤੇ ਵਿੱਚ ਨਾ ਡੋਲ ਜਾਇਓ ਬਾਬੇ ਨਾਨਕ ਦੇ ਵਾਰਸੋ, ਗਿਣਤੀ ਥੋੜ੍ਹੀ ਨਹੀਂ ਹੈ ਮਲਮਾ ਲਾਉਣ ਵਾਲਿਆਂ ਦੀ, ਪਰ ਪੈਰਾਂ ਨੂੰ ਜ਼ਖਮੀ ਕਰਨਾ ਪੈਣਾ ਹੈ ਜੇ ਆਸ਼ਕੋ ਨਵੀਆਂ ਪਗਡੰਡੀਆਂ ਦੇ। ਜੇ ਤੁਸੀਂ ਨਵੀਆਂ ਪਗਡੰਡੀਆਂ 'ਤੇ ਚੱਲਣਾ, ਪੈਰ ਜ਼ਖਮੀ ਹੋਣਗੇ ਪੈਰ, ਤਾਂ ਮਲਮਾ ਲਾਉਣ ਵਾਲੇ ਲੋਕ ਵੀ ਮਿਲਣਗੇ। ਉਹ ਮਲਮਾ ਲਾਉਣ ਵਾਲੇ ਲੋਕ ਤਾਂ ਹੀ ਆਉਣਗੇ ਨਾ ਜੇ ਤੁਹਾਡੇ ਪੈਰ ਜ਼ਖਮੀ ਆ। ਤਾਂ ਜੇ ਤੁਸੀਂ ਜ਼ਖਮੀ ਨਹੀਂ ਕਰਨੇ ਪੈਰ, ਫਿਰ ਕਿਹਨੇ ਆਉਣਾ ਹੈ? ਤਾਂ ਮੈਨੂੰ ਪਤਾ ਸੀ ਰਸਤਾ ਬਹੁਤ ਕਠਿਨ ਹੈ, ਬਹੁਤ ਔਖਾ ਹੈ, ਪੈਰ ਜ਼ਖਮੀ ਹੋਣਗੇ, ਪਰ ਉਹ ਮਲਮਾ ਲਾਉਣ ਵਾਲੇ ਲੋਕ ਆਉਣਗੇ। ਤਾਂ ਉਹ ਲੋਕਾਂ ਨੇ ਮੇਰੀ ਬਹੁਤ ਬਾਂਹ ਫੜੀ ਹੈ। ਅੱਜ ਜੇਕਰ ਕਮਲਜੀਤ ਹੇਰ ਦਾ ਕੋਈ ਨਾਮ ਹੈ ਤਾਂ ਇਹ ਸਮਾਜ ਦੇ ਵਿੱਚ ਉਹਨਾਂ ਚੰਗੇ ਲੋਕਾਂ ਦੇ ਕਰਕੇ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਹੈ। ਮੇਰੇ ਨਾਲ ਇੱਕ ਪਿਛਲੇ ਜੇ ਇੱਕ ਤੂਫਾਨ ਆਇਆ, ਇੱਕ ਟ੍ਰੈਜਡੀ ਹੋ ਗਈ, ਸਾਰਾ ਇਸ ਤੂਫਾਨ ਨੇ ਮੇਰਾ ਸਾਰੀਆਂ ਛੱਤਾਂ ਪੱਟਤੀਆਂ, ਸਾਰਾ ਕੁਝ ਮੇਰਾ ਤਹਿਸ ਨਹਿਸ ਕਰਤਾ, ਤਾਂ ਹਿੰਮਤ ਹਾਰ ਗਿਆ ਸੀ। ਤਾਂ ਉਸ ਸਮੇਂ ਸਮਾਜ ਦੇ ਵਿੱਚ ਉਹੀ ਚੰਗੇ ਲੋਕਾਂ ਨੇ ਆ ਕੇ ਮੈਨੂੰ ਕਿਹਾ ਕਿ ਹਿੰਮਤ ਨਾ ਹਾਰ, ਅਸੀਂ ਤੇਰੇ ਨਾਲ ਖੜੇ ਹਾਂ, ਕਿਸੇ ਆਰਥਿਕ ਮਦਦ ਦੀ ਲੋੜ ਹੈ, ਕਿਸੇ ਤਰ੍ਹਾਂ ਦੀ ਲੋੜ ਹੈ, ਬੜਾ ਹੌਸਲਾ ਦੇ ਕੇ ਦੁਬਾਰਾ ਖੜਾ ਕੀਤਾ। ਜਦੋਂ ਵੀ ਕਿਤੇ ਡੋਲਣ ਲੱਗਿਆ ਤਾਂ ਉਹ ਚੰਗੇ ਲੋਕਾਂ ਨੇ ਮੇਰੀ ਮਦਦ ਕੀਤੀ ਹੈਗੀ, ਮੈਨੂੰ ਹਿੰਮਤ ਦਿੱਤੀ ਹੈ, ਹੌਸਲਾ ਦਿੱਤਾ, ਤੇ ਮੈਂ ਦੁਬਾਰਾ ਫਿਰ ਡਿੱਗ ਕੇ ਖੜਾ ਹੋਇਆ। ਬੜੇ ਵਾਰੀ ਡਿੱਗਿਆ, ਬੜਾ ਵਾਰੀ ਫਿਰ ਉੱਠ ਕੇ ਖੜਾ ਹੋਇਆ। ਅੱਛਾ ਖੇਰ ਸਾਹਿਬ, ਤੁਸੀਂ ਉੱਥੇ ਵਕਾਲਤ ਛੱਡਤੀ, ਪਰਿਵਾਰ ਦਾ ਵਿਰੋਧ ਹੋ ਗਿਆ, ਤੁਸੀਂ ਇੱਥੇ ਆ ਕੇ ਨਵਾਂ ਇੱਕ ਸਿਸਟਮ ਦੇ ਨਾਲ ਤੁਸੀਂ ਚੱਲੇ ਵੀ, ਤੁਹਾਨੂੰ ਸਮਝ ਨਹੀਂ ਸੀ ਵੀ ਕਿਵੇਂ ਕਰਨਾ ਹੈਗਾ। ਜਦੋਂ ਸਮਝ ਨਹੀਂ ਸੀ ਤਾਂ ਫਿਰ ਤੁਸੀਂ ਇਹ ਐਡਾ ਵੱਡਾ ਸਿਸਟਮ ਜਿਹੜਾ ਉਹਨੂੰ ਡਿਵੈਲਪ ਕਰਨ ਲਈ ਮਤਲਬ ਕਿੱਦਾਂ? ਆਪਾਂ ਤਾਂ ਵਕਾਲਤ ਕੀਤੀ ਸੀ, ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਖੇਤੀ ਕੀ ਹੁੰਦੀ ਹੈ, ਅਤੇ ਆਪਾਂ ਨੇ ਆਪਣੇ ਨੇੜੇ ਤੇੜੇ ਵੀ ਕੋਈ ਇੱਦਾਂ ਦੇ ਬੰਦੇ ਆਪਾਂ ਨੂੰ ਸਪੋਰਟਿਵ ਵੀ ਨਹੀਂ ਸੀਗੇ। ਤਾਂ ਫਿਰ ਇੱਕ ਅਜਿਹਾ ਮਾਡਲ ਖੜਾ ਕਰਨਾ, ਜਿੱਥੇ ਅੱਜ ਆਪਾਂ ਬੈਠੇ ਹਾਂ, ਅਜਿਹਾ ਮਾਡਲ ਖੜਾ ਕਰਨ ਦੇ ਵਿੱਚ ਕੀ ਇਹੋ ਜਿਹਾ ਤੁਸੀਂ ਜਾਦੂ ਮੰਤਰ ਫੇਰਿਆ ਕਿ ਅੱਜ ਤੁਹਾਡੇ ਸਾਰੇ ਲੋਕ ਤੁਹਾਡੇ ਪਿੱਛੇ ਤੁਰੇ ਫਿਰਦੇ ਨੇ? ਦੇਖੋ ਜੀ, ਮੈਂ ਨਾ ਜਦੋਂ ਵਕਾਲਤ ਛੱਡ ਕੇ ਆਇਆ ਤਾਂ ਡਾਕਟਰ ਪੇਲਾ ਦਾ ਸਾਥ ਉਸ ਤੋਂ ਪਹਿਲਾਂ ਮੇਰੇ ਨਾਲ ਸੀਗਾ। ਜਦੋਂ ਸ਼ੁਰੂ ਕੀਤਾ ਸੀ, ਇਸ ਮਿਸ਼ਨ ਤੇ ਨਿਕਲੇ ਆ, ਤਾਂ ਡਾਕਟਰ ਪੇਲਾ ਕਹਿੰਦੇ ਹੁੰਦੇ ਸੀ, ਜਦੋਂ ਉਹਨਾਂ ਨੇ ਮੈਨੂੰ ਪਹਿਲਾਂ ਸਵਾਲ ਕੀਤਾ, ਉਹਨਾਂ ਨੇ, ਕਮਲਜੀਤ ਖੇਤੀ ਕੀ ਹੁੰਦੀ ਹੈ? ਮੈਂ ਕਿਹਾ ਡਾਕਟਰ ਸਾਹਿਬ, ਆਪਣਾ ਜ਼ਮੀਨ ਦੇ ਉੱਪਰ ਫਸਲਾਂ ਬੀਜ ਲੈਣੀਆਂ, ਵੱਢ ਲੈਣੀਆਂ, ਵੇਚ ਤੇਰੀਆਂ। ਤੋਂ ਹੱਸ ਪਏ। ਮੈਨੂੰ ਕਹਿੰਦੇ ਸ਼ਾਇਦ ਤੁਹਾਡੇ ਪੰਜਾਬੀਆਂ ਲਈ ਇਹੀ ਖੇਤੀ ਹੁੰਦੀ ਹੈ, ਪਰ ਇਹ ਖੇਤੀ ਨਹੀਂ ਹੈ। ਤਾਂ ਉਹ ਕਹਿੰਦੇ ਸੀਗੇ ਕਿ ਉਹਨਾਂ ਨੂੰ, ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਦੇ ਨਾਮ ਦੇ ਨਾਲ ਕੋਟੇਸ਼ਨ ਲਿਖਦੇ ਹੁੰਦੇ ਹਾਂ ਕਿ ਜ਼ਮੀਨ ਉੱਪਰ ਮਹਿਜ ਫਸਲਾਂ ਬੀਜਣਾ ਖੇਤੀ ਨਹੀਂ, ਖੇਤੀ ਤਾਂ ਇੱਕ ਯੂਨੀਕ ਕੰਪੋਜੀਸ਼ਨ ਹੈ, ਇੱਕ ਵਿਲੱਖਣ ਸੁਮੇਲ ਹੈ ਫਸਲਾਂ, ਰੁੱਖਾਂ, ਪਸ਼ੂ ਧਨ, ਸੂਖਮ ਜੀਵ ਤੇ ਪੰਛੀਆਂ ਦਾ। 5 ਕੰਪੋਨੈਂਟ ਹੈ, ਜਦੋਂ ਇਕੱਠੇ ਹੁੰਦੇ ਆ ਤੇ ਖੇਤੀ ਬਣਦੀ ਹੈ। ਥੋੜਾ ਜਿਹਾ ਇਹਨੂੰ ਡਿਸਕ੍ਰਾਈਬ ਕਰੋਗੇ? ਬਿਲਕੁਲ। ਤਾਂ ਜਦੋਂ ਇਹ 5 ਕੰਪੋਨੈਂਟ ਹੈਗੇ ਆ, 5 ਕੰਪੋਨੈਂਟ 'ਚ ਕੀ ਚੀਜ਼ ਹੈ? 2 ਤਰ੍ਹਾਂ ਦੀ ਵਨਸਪਤੀ, ਫਸਲਾਂ ਤੇ ਰੁੱਖ। ਫਸਲਾਂ ਕੀ ਹੈ? ਐਨੂਅਲਸ। ਰੁੱਖ ਕੀ ਹੈ? ਪੈਰੀਨੀਅਲਸ। ਐਨੂਅਲਸ ਤੇ ਪੈਰੀਨੀਅਲਸ। 3 ਤਰ੍ਹਾਂ ਦੇ ਜੀਵ, ਨੀਚੇ ਰਹਿਣ ਵਾਲੇ ਜੀਵ, ਸੂਖਮ ਜੀਵ, ਉੱਪਰ ਤੁਰਨ ਵਾਲੇ ਪਸ਼ੂ ਧਨ, ਉੱਡਣ ਵਾਲੇ ਪੰਛੀ। 3 ਤਰ੍ਹਾਂ ਦੇ ਜੀਵ, 2 ਤਰ੍ਹਾਂ ਦੀ ਵਨਸਪਤੀ। ਜਦੋਂ 5 ਇਕੱਠੇ ਹੋਣਗੇ ਤਾਂ ਖੇਤੀ ਬਣਦੀ ਹੈ। ਤਾਂ ਇਹ ਡਾਕਟਰ ਪੇਲਾ ਦੀ ਪਰਿਭਾਸ਼ਾ ਸੀ ਖੇਤੀ ਦੀ। ਡਾਕਟਰ ਪੇਲਾ ਚਲੇ ਗਏ, ਸਾਥ ਛੁੱਟ ਗਿਆ। ਉਸ ਸਮੇਂ ਮੇਰੀ ਸਮਝ ਨਹੀਂ ਸੀ ਇਸ ਲੈਵਲ ਦੀ ਕਿ ਇਹ ਕੀ ਹੈ ਕਹਾਣੀ ਸਾਰੀ ਇਹ। ਤਾਂ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਅਸੀਂ ਖੇਤੀ ਵਿਰਾਸਤ ਮਿਸ਼ਨ ਦੇ ਮੰਚ ਤੋਂ ਰਿਸੋਰਸ ਪਰਸਨ ਬਾਹਰ ਤੋਂ ਬੁਲਾਉਂਦੇ ਰਹੇ। ਉਹਨਾਂ ਨੇ ਕਿਸੇ ਨਾ ਕਿਸੇ ਐਕਟੀਵਿਟੀ 'ਤੇ ਜ਼ੋਰ ਦਿੱਤਾ। ਕਿਸੇ ਨੇ ਕਹਿਤਾ ਕਿ ਤੁਸੀਂ ਜੀਵ ਅੰਮ੍ਰਿਤ ਪਾ ਲਓ, ਕਿਸੇ ਨੇ ਕਹਿਤਾ ਇਸ ਤਰ੍ਹਾਂ ਦੀ ਕੰਪੋਸਟ ਪਾ ਦਿਓ, ਕਿਸੇ ਨੇ ਕਹਿਤਾ ਬੈੱਡਾਂ ਦੇ ਖੇਤੀ ਕਰ ਲਓ। ਕਿਸੇ ਨਾ ਕਿਸੇ ਖਾਸ ਐਕਟੀਵਿਟੀ ਦੇ ਉੱਤੇ ਫੋਕਸ ਕੀਤਾ। ਉਹਨਾਂ ਨੇ ਵਿਵਸਥਾ ਦੀ ਗੱਲ ਨਹੀਂ ਕੀਤੀ। ਮੈਂ 5-6 ਸਾਲ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ, ਲੇਕਿਨ ਮੇਰੇ ਤਾਂ ਖੇਤ ਦਾ ਬੁਰਾ ਹਾਲ ਹੋ ਗਿਆ। ਮੇਰੇ ਖੇਤ 'ਚ ਤਾਂ ਪ੍ਰੋਡਕਟਿਵਿਟੀ 0 ਸੀ। 5 ਸਾਲ ਬੀਤਣ ਤੋਂ ਬਾਅਦ ਵੀ ਮੈਂ ਲੋਕਾਂ ਨੂੰ ਕਹਿੰਦਾ ਸੀ ਟਾਈਮ ਲੱਗਦਾ, ਪਰ ਮੈਂ ਹੁਣ ਕਿੰਨਾ ਕੁ ਚਿਰ ਲਾਰੇ ਲਾਈ ਚੱਲੂੰਗਾ, ਮੇਰੇ ਖੇਤ 'ਚ ਤਾਂ ਹੋ ਹੀ ਕੁਝ ਨਹੀਂ ਰਿਹਾ। ਤਾਂ ਫਿਰ ਮੈਂ ਨਿਰਾਸ਼ ਹੋ ਕੇ ਘਰੇ ਜਾ ਕੇ ਬੈਠ ਗਿਆ। ਫਿਰ ਮੈਂ ਖੇਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਯਾਰ ਖੇਤੀ ਕੀ ਹੈ। ਸਭ ਤੋਂ ਪਹਿਲਾਂ ਤਾਂ ਮੇਰੀ ਖੇਤੀ ਦੇ ਬਾਬਤ ਜੋ ਸਮਝ ਬਣੀ ਕਿ ਧਰਤੀ ਦੇ ਕਿਸੇ ਟੁਕੜੇ ਦੇ ਉੱਪਰ ਬਾਰਿਸ਼ ਦੇ ਪਾਣੀ ਦੇ ਨਾਲ ਕੋਈ ਵਨਸਪਤੀ ਉਗਦੀ ਹੈ ਤੇ ਉੱਗ ਕੇ ਪੈਦਾਵਾਰ ਦਿੰਦੀ ਹੈ, ਉਸ ਟੁਕੜੇ ਨੂੰ ਅਸੀਂ ਜੰਗਲ ਕਹਿੰਦੇ ਹਾਂ। ਧਰਤੀ ਦੇ ਕਿਸੇ ਟੁਕੜੇ ਦੇ ਉੱਪਰ ਬਾਹਰ ਤੋਂ ਪਾਣੀ ਦੇ ਕੇ ਪੈਦਾਵਾਰ ਲੈਣ ਦੇ ਲਈ ਕੋਈ ਵਨਸਪਤੀ ਉਗਾਉਂਦੇ ਆ ਤਾਂ ਉਸ ਟੁਕੜੇ ਨੂੰ ਖੇਤ ਕਹਿੰਦੇ ਆ। ਤੇ ਉਸ ਪੈਦਾਵਾਰ ਲੈਣ ਲਈ ਜਿਹੜੀ ਅਸੀਂ ਸਰਗਰਮੀ ਕਰਦੇ ਹਾਂ, ਐਕਟੀਵਿਟੀ ਕਰਦੇ ਹਾਂ, ਉਹ ਖੇਤੀ ਹੈ। ਸੋ ਖੇਤੀ ਕਦੇ ਵੀ ਕੁਦਰਤੀ ਵਰਤਾਰਾ ਨਹੀਂ ਹੋ ਸਕਦਾ। ਖੇਤੀ ਇੱਕ ਗੈਰ ਕੁਦਰਤੀ ਵਰਤਾਰਾ ਹੈ। ਤੇ ਫਿਰ ਅਸੀਂ ਕੁਦਰਤੀ ਕੀ ਹੋਇਆ? ਹੁਣ ਮੈਂ ਕਹਿੰਦਾ ਮੈਂ ਕੁਦਰਤੀ ਖੇਤੀ ਕਰਦਾ ਹਾਂ, ਅਸੀਂ ਖੇਤੀ ਵਿਰਾਸਤ ਮਿਸ਼ਨ ਦੇ ਮੰਚ ਤੋਂ ਕਹਿੰਦੇ ਅਸੀਂ ਕੁਦਰਤੀ ਖੇਤੀ ਪ੍ਰਮੋਟ ਕਰਦੇ ਹਾਂ। ਕੁਦਰਤੀ ਖੇਤੀ ਇੱਕ ਨਾਮਕਰਨ ਹੈ ਉਸ ਪੱਧਤੀ ਦਾ ਜਿਸ ਪੱਧਤੀ ਦੇ ਵਿੱਚ ਅਸੀਂ ਕੁਦਰਤ ਦੇ ਸਿਧਾਂਤਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੁਦਰਤ ਦੇ ਸਿਧਾਂਤ ਕਿੱਥੇ ਹੈ? ਲਾਅ ਆਫ ਨੇਚਰ ਕਿੱਥੇ? ਜਿੱਥੇ ਹਿਊਮਨ ਇੰਟਰਫੀਰੈਂਸ ਨਹੀਂ ਹੈ। ਜੰਗਲ 'ਚ ਕੀ ਹੈ? ਮੈਂ ਸਮਝਣ ਦੀ ਕੋਸ਼ਿਸ਼ ਕੀਤੀ
ਕਿ ਜੰਗਲ ਦੇ ਵਿੱਚ 2 ਤਰ੍ਹਾਂ ਦੀ ਵਨਸਪਤੀ ਹੈ, ਹਰ ਸਾਲ ਉੱਗ ਕੇ ਖਤਮ ਹੋਣ ਵਾਲੀ ਤੇ ਲੰਬਾ ਸਮਾਂ ਚੱਲਣ ਵਾਲੀ, ਤੇ 3 ਤਰ੍ਹਾਂ ਦੇ ਜੀਵ ਹੈ ਜੰਗਲ 'ਚ। ਇੱਕ ਤਾਂ ਉੱਥੇ ਧਰਤੀ ਦੇ ਨੀਚੇ ਰਹਿਣ ਵਾਲੇ, ਇੱਕ ਧਰਤੀ ਦੇ ਉੱਪਰ ਤੁਰਨ ਵਾਲੇ ਤੇ ਇੱਕ ਉੱਡਣ ਵਾਲੇ। ਇਹ ਤਿੰਨੋਂ ਤਰ੍ਹਾਂ ਦੇ ਜੀਵ ਨੂੰ ਭੋਜਨ ਮਿਲਦਾ ਹੈ ਵਨਸਪਤੀ ਤੋਂ, ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ। ਤੇ ਜਿਹੜੀ ਵਨਸਪਤੀ ਹੈ ਉਹਨਾਂ ਨੂੰ ਭੋਜਨ ਮਿਲਦਾ ਹੈਗਾ ਇਹ ਤਿੰਨੋਂ ਤਰ੍ਹਾਂ ਦੇ ਜੀਵਾਂ ਦੇ ਮਲ ਮੂਤਰ ਤੋਂ। ਸੋ ਉੱਥੇ ਵਨਸਪਤੀ ਤੇ ਜੀਵ ਜਗਤ ਇੱਕ ਦੂਸਰੇ ਦਾ ਪੂਰਕ ਹੈ। ਜੀਵ ਜਗਤ ਵਨਸਪਤੀ ਨੂੰ ਤਕੜਾ ਕਰਦਾ ਹੈ ਤੇ ਵਨਸਪਤੀ ਜਿਹੜੀ ਹੈ ਜੀਵ ਜਗਤ ਨੂੰ ਤਕੜਾ ਕਰਦੀ ਹੈ। ਤਾਂ ਇੱਕ ਫਾਰਮੂਲਾ ਮੈਨੂੰ ਖਿਆਲਾਂ ਦੇ ਵਿੱਚ ਸ਼ਾਂਤ ਚਿੱਤ ਹੋ ਕੇ ਸੋਚਿਆ ਤੇ ਇੱਕ ਫਾਰਮੂਲਾ ਤੇ ਆ ਗਿਆ ਕਿ ਵਨਸਪਤੀ ਤਕੜੀ ਕਰਨੀ ਹੈ, ਜੀਵ ਜਗਤ ਤਕੜਾ ਕਰੋ। ਜੀਵ ਜਗਤ ਤਕੜਾ ਕਰਨਾ ਹੈ, ਵਨਸਪਤੀ ਤਕੜੀ ਕਰੋ। ਤਾਂ ਜੇ ਮੈਂ ਆਪਣੇ ਖੇਤ ਦੀ ਵਨਸਪਤੀ ਤਕੜੀ ਕਰਨੀ ਹੈ ਤਾਂ ਮੈਨੂੰ ਜੀਵ ਜਗਤ 'ਤੇ ਕੰਮ ਕਰਨਾ ਪੈਣਾ ਹੈ। ਮੈਨੂੰ ਆਪਣੇ ਖੇਤ ਦੇ ਵਿੱਚ ਐਸੀਆਂ ਸਰਗਰਮੀਆਂ ਵਧਾਉਣੀਆਂ ਪੈਣੀਆਂ ਕਿ ਧਰਤੀ ਦੇ ਨੀਚੇ ਵਾਲੇ ਜੀਵ ਵਧਣ ਫੁੱਲਣ, ਉੱਪਰ ਤੁਰਨ ਵਾਲੇ ਜੀਵ ਵਧਣ ਤੇ ਉੱਡਣ ਵਾਲੇ ਜੀਵ ਵਧਣ। ਤਾਂ ਇਹਨਾਂ ਤਿੰਨਾਂ ਤਰ੍ਹਾਂ ਦੇ ਜੀਵਾਂ ਦੀ ਜਦੋਂ ਆਮਦ ਹੋਊਗੀ ਤਾਂ ਫਿਰ ਮੇਰੀ ਜਿਹੜੀ ਹੈ ਵਨਸਪਤੀ ਤਕੜੀ ਹੋਊਗੀ। ਸੋ ਖੇਤੀ ਨੂੰ ਮੈਂ ਸਮਝਿਆ ਕਿ ਖੇਤੀ ਇੱਕ ਵਿਵਸਥਾ ਦੀ ਸਿਰਜਣਾ ਹੈ, ਉਹ ਵਿਵਸਥਾ ਜਿਸ ਦੇ ਵਿੱਚ ਵਨਸਪਤੀ ਅਤੇ ਜੀਵ ਜਗਤ ਇੱਕ ਦੂਸਰੇ ਦੇ ਪੂਰਕ ਦੇ ਰੂਪ ਦੇ ਵਿੱਚ ਇਕੱਠੇ ਕੀਤੇ ਹੋਣ, ਤਾਂ ਉਹ ਖੇਤੀ ਹੈ। ਜਦੋਂ ਉਹ ਖੇਤੀ ਤੁਸੀਂ ਸਟਾਰਟ ਕੀਤੀ ਤੇ ਉਹਦੇ ਲਈ ਫਿਰ ਕੀ ਤੁਸੀਂ ਕਰਨਾ, ਤੁਹਾਨੂੰ ਕੀ ਕਰਨਾ ਪਿਆ ਤਾਂ ਕਿ ਉਸ ਖੇਤੀ ਹੁਣ ਸਮਝ ਆ ਗਈ, ਇੱਕ ਚੀਜ਼ ਦੀ ਸਮਝ ਆਪਾਂ ਨੂੰ ਆ ਗਈ, ਪਰ ਉਹ ਖੇਤੀ ਸਟਾਰਟ ਕਰਨ ਲਈ ਆਪਾਂ ਨੂੰ ਇੱਕ ਵੱਡੇ ਇਨਫਰਾਸਟ੍ਰਕਚਰ ਦੀ ਵੀ ਲੋੜ ਸੀਗੀ ਜਾਂ ਫਿਰ ਆਪਾਂ ਵੱਡੀ ਮੈਨ ਪਾਵਰ ਦੀ ਵੀ ਲੋੜ ਸੀ? ਕੀ ਕਰਨਾ ਪਿਆ ਤਾਂ ਕਿ ਤੁਹਾਨੂੰ ਉਸ, ਕਿਉਂਕਿ ਸੋਚ ਆਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਉਹਨੂੰ ਇੰਪਲੀਮੈਂਟ ਕਰਨਾ ਜਿਹੜੀ ਆ ਬਹੁਤ ਵੱਡੀ ਚੀਜ਼ ਹੁੰਦੀ ਹੈ। ਸੋਚ ਨੂੰ ਇੰਪਲੀਮੈਂਟ ਕਰਨ ਲਈ ਤੁਹਾਨੂੰ ਕਿਹੜੀਆਂ ਜਿਹੜੀਆਂ ਸਟੇਜਾਂ ਦੇ ਵਿੱਚੋਂ ਲੰਘਣਾ ਪਿਆ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਧਰਤੀ ਦੇ ਨੀਚੇ ਵਾਲੇ ਜੀਵਾਂ ਦਾ ਵੋਲਿਊਮ ਵਧਾਉਣ ਤੇ ਕੰਮ ਕਰਨਾ ਹੈ, ਉਹਨਾਂ ਦਾ ਨੰਬਰ ਵਧਾਉਣਾ। ਤਾਂ ਮੇਰੇ ਖੇਤ ਦੀਆਂ ਐਕਟੀਵਿਟੀਜ਼ ਇਸ ਤਰ੍ਹਾਂ ਦੀਆਂ ਹੋਣਗੀਆਂ ਜਿਹਦੇ ਨਾਲ ਉਹ ਵਧਣ ਫੁੱਲਣ ਥੱਲੜੇ ਜੀਵ। ਕੀ ਐਕਟੀਵਿਟੀ? ਮੈਂ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਨਹੀਂ ਲਾਊਂਗਾ, ਉਹ ਜ਼ਮੀਨ ਦੇ ਵਿੱਚ ਮਿਲਾਊਂਗਾ ਕਿ ਉਹ ਮੇਰੇ ਸੂਖਮ ਜੀਵਾਂ ਨੂੰ ਖੁਰਾਕ ਮਿਲ ਜੇ। ਮੈਂ ਟੈਂਪਰੇਚਰ ਕੰਟਰੋਲ ਕਰਨ ਵਾਸਤੇ ਰੁੱਖ ਵਧਾਊਂਗਾ ਕਿ ਜ਼ਿਆਦਾ ਗਰਮੀ ਤੇ ਜ਼ਿਆਦਾ ਸਰਦੀ ਮੇਰੇ ਜੀਵਾਂ ਨੂੰ ਨੁਕਸਾਨ ਨਾ ਕਰੇ। ਮੈਂ ਫਲੱਡ ਪਾਣੀ ਨੂੰ ਅਵੋਇਡ ਕਰੂੰਗਾ ਕਿ ਮੇਰੇ ਸੂਖਮ ਜੀਵਾਂ ਦਾ ਨੁਕਸਾਨ ਨਾ ਹੋਵੇ। ਮੈਂ ਡੀਪ ਪਲੋਇੰਗ ਜਿਹੜੀ ਡੂੰਘੇ ਹਲ ਵਾਹੁਣ ਵਾਲਾ ਜ਼ਿਆਦਾ ਕਲਟੀਵੇਸ਼ਨ ਨੂੰ ਅਵੋਇਡ ਕਰੂੰਗਾ ਕਿ ਮੇਰਾ ਮਾਈਕਰੋ ਜਿਹੜਾ ਹੈਗਾ ਉਹ ਇਫੈਕਟ ਨਾ ਹੋਵੇ। ਤਾਂ ਇਹ ਸਾਰੀਆਂ ਐਕਟੀਵਿਟੀਜ਼ ਮੈਂ ਕਰੂੰਗਾ ਖੇਤ ਦੇ ਵਿੱਚ ਕਿ ਮੈਂ ਧਰਤੀ ਵਾਲੇ ਨੀਚੇ ਵਾਲੇ ਜੀਵਾਂ ਨੂੰ ਵਧਾਉਣ ਵਾਸਤੇ। ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਦੂਸਰਾ, ਮੈਂ ਜਿਹੜੇ ਜੀਵ ਉੱਪਰ ਤੁਰਨ ਵਾਲੇ ਜੀਵ ਹੈ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਪਾਲਤੂ ਬਣਾਇਆ ਜਾ ਸਕਦਾ ਹੈ। ਮੈਂ ਪਾਲਤੂ ਜੀਵਾਂ ਦੀ ਆਮਦ ਵਧਾਊਂਗਾ ਆਪਦੇ ਖੇਤ ਦੇ ਵਿੱਚ। ਜਿਵੇਂ ਕਿ ਮੈਂ ਮੁਰਗੀਆਂ ਰੱਖੀਆਂ, ਆਂਡੇ ਦੇਣ ਵਾਲੇ ਜੀਵ ਦੇ ਵਿੱਚ ਬੱਤਕਾਂ ਹੋ ਗਈਆਂ। ਫਿਰ ਮੈਂ ਮੀਟ ਵਾਲੇ ਜਿਹੜੇ ਹੈਗੇ ਆ ਉਹਦੇ 'ਚ ਬੱਕਰੀਆਂ ਹੋ ਗਈਆਂ, ਉਹਦੇ ਵਿੱਚ ਭੇਡਾਂ ਹੋ ਗਈਆਂ, ਦੁਧਾਰੂ ਪਸ਼ੂ ਹੋ ਗਏ, ਗਾਵਾਂ ਹੋ ਗਈਆਂ, ਮੱਝਾਂ ਹੋ ਗਈਆਂ, ਕਬੂਤਰ ਹੋ ਗਏ, ਖਰਗੋਸ਼ ਹੋ ਗਏ, ਗਿਨੀ ਪੈਗ ਹੋ ਗਏ, ਜਿੰਨੇ ਵੀ ਜੀਵ, ਇਹਨਾਂ ਸਾਰੇ ਜੀਵਾਂ ਦਾ ਮੈਨੂੰ ਇਹਨਾਂ ਦਾ ਲਾਲਚ ਇਹਨਾਂ ਦੇ ਮਲ ਮੂਤਰ ਨਾਲ ਹੈ। ਇਹਨਾਂ ਤੋਂ ਮੈਨੂੰ ਹੋਰ ਜਿਹੜੀ ਆਮਦਨ ਮਿਲਦੀ ਉਹ ਮੇਰੇ ਲਈ ਬੋਨਸ ਹੈ। ਮੈਨੂੰ ਲਾਲਚ ਮੇਰੀਆਂ ਬੱਤਕਾਂ ਤੋਂ ਉਹਨਾਂ ਦੀਆਂ ਬਿੱਠਾਂ ਤੱਕ ਹੈ। ਉਹ ਜੇ ਆਂਡੇ ਦਿੰਦੀਆਂ ਤਾਂ ਮੇਰੇ ਲਈ ਬੋਨਸ ਹੈ। ਤਾਂ ਮੈਂ ਜਿੰਨੇ ਵੀ ਉਹਨਾਂ ਨੂੰ, ਉਹ ਜਿਹੜੇ ਮੇਰੇ ਜੀਵ ਹੈ ਖੇਤ ਦੇ, ਮੈਂ ਉਹਨਾਂ ਨੂੰ ਪਾਲਣਾ ਹੈਗਾ ਆਪਣੀ ਵਨਸਪਤੀ ਤੋਂ। ਜੇ ਮੈਂ ਬਾਹਰ ਤੋਂ ਫੀਡ ਲੈ ਕੇ ਪਾਉਣਾ ਦੈਨ ਸਸਟੇਨੇਬਲ ਮਾਡਲ ਨਹੀਂ ਹੈਗਾ। ਮੈਂ ਉਹਨਾਂ ਨੂੰ ਆਪਣੇ ਵੀਡਸ ਖਵਾਉਣੇ ਆ, ਨਦੀਨ ਖਵਾਉਣੇ ਆ ਤੇ ਉਹਨਾਂ ਤੋਂ ਬਿੱਠਾਂ ਲੈਣੀਆਂ ਤੇ ਇਹਨਾਂ ਬਿੱਠਾਂ ਤੋਂ ਖਾਦ ਬਣਾ ਕੇ ਆਪਦੀ ਵਨਸਪਤੀ ਦੂਸਰੀ ਜਿਹੜੀ ਮੇਰੀ ਚਾਹੀਦੀ ਵਨਸਪਤੀ ਹੈ ਉਹ ਪਾਲਣੀ ਹੈ। ਇਹ ਇੱਕ ਸਾਈਕਲ ਹੈ। ਤਾਂ ਮੈਂ ਉਹਨਾਂ ਜੀਵਾਂ ਦੇ ਉੱਤੇ ਕੰਮ ਕੀਤਾ, ਉਹਨਾਂ ਨੂੰ ਵਧਾਇਆ। ਤੀਸਰੇ ਨੰਬਰ ਤੇ ਜਿਹੜੇ ਮੇਰੇ ਉੱਡਣ ਵਾਲੇ ਜੀਵ ਸੀ ਉਹਨਾਂ ਨੂੰ ਮੇਰੇ ਖੇਤ ਦੇ ਵਿੱਚ ਉਹਨਾਂ ਦੀ ਆਮਦ ਵਧੇ, ਮੈਂ ਉਹਦੇ ਤੇ ਕੰਮ ਕੀਤਾ। ਉਹਨਾਂ ਦੀ ਆਮਦ ਤੁਹਾਡੇ ਖੇਤ 'ਚ ਤਾਂ ਹੀ ਹੋ ਸਕਦੀ ਹੈ ਜੇ ਤੁਸੀਂ ਰੁੱਖ ਲਾਓਗੇ, ਪੈਰੀਨੀਅਲਸ ਲਾਓਗੇ। ਬਿਨਾਂ ਰੁੱਖਾਂ ਤੋਂ ਉਹਨਾਂ ਨੇ ਨਹੀਂ ਆਉਣਾ। ਤਾਂ ਮੈਂ ਰੁੱਖਾਂ ਦੀ ਮਾਤਰਾ ਵਧਾਈ। ਤਾਂ ਰੁੱਖਾਂ ਦੀ ਮਾਤਰਾ ਵਧਾਉਣ ਵੇਲੇ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਤੁਹਾਡਾ ਡਿਜ਼ਾਈਨ ਹੈ ਨਾ ਵੈਜੀਟੇਸ਼ਨ ਦਾ, ਉਹ ਡਿਜ਼ਾਈਨ ਵੀ ਤੁਹਾਡਾ ਇੱਕ ਆਈਡੀਅਲ ਮਾਡਲ ਦੇ ਵਿੱਚ ਤਾਂ 50-50 ਚਾਹੀਦਾ ਐਨੂਅਲਸ ਤੇ ਪੈਰੀਨੀਅਲਸ, ਲੇਕਿਨ ਥੋੜ੍ਹਾ ਜਿਹਾ ਕੰਪਰੋਮਾਈਜ਼ ਕੀਤਾ ਜਾ ਸਕਦਾ। ਤੁਸੀਂ ਪੈਰੀਨੀਅਲਸ ਦੇ ਉੱਤੇ 1/3 ਦੇ ਉੱਤੇ ਜਾ ਸਕਦੇ ਹੋ ਤੇ ਐਨੂਅਲਸ 2/3। 1/3 ਰਕਬਾ ਤੁਹਾਡੇ ਖੇਤ ਦਾ ਘੱਟੋ ਘੱਟ ਰੁੱਖਾਂ ਥੱਲੇ ਹੋਵੇ ਤੇ 2/3 ਤੁਸੀਂ ਫਸਲਾਂ ਥੱਲੇ ਲਿਆ ਸਕਦੇ ਹੋ। ਤਾਂ ਇਹਨਾਂ ਨੂੰ ਇਕੱਠਾ ਕੀਤਾ ਤਾਂ ਇਹ ਹੌਲੀ ਹੌਲੀ ਹੁੰਦਾ ਗਿਆ। ਤੇ ਹੁਣ ਮੈਨੂੰ ਲੋਕ ਅਕਸਰ ਪੁੱਛ ਲੈਂਦੇ ਆ ਵੀ ਇੱਕ ਛੋਟੇ ਕਿਸਾਨ ਨੇ ਜੇ ਕਨਵਰਟ ਕਰਨਾ ਹੋਵੇ, ਕੈਮੀਕਲ ਤੋਂ ਨਿਕਲ ਕੇ ਦੂਸਰੇ ਪਾਸੇ ਜਾਣਾ ਹੋਵੇ ਤਾਂ ਉਹਦੀ ਆਰਥਿਕਤਾ ਪ੍ਰਭਾਵਿਤ ਵੀ ਨਾ ਹੋਵੇ ਤਾਂ ਉਹਨੂੰ ਰਸਤਾ ਤਰੀਕਾ ਕੀ ਹੈ? ਤਾਂ ਮੈਂ ਅਕਸਰ ਉਹ ਕਹਿਣਾ ਹੁੰਦਾ ਕਿ ਤੁਸੀਂ ਉਹਦੇ ਵਿੱਚ ਆਰਗੈਨਿਕ ਯਕਦਮ ਸ਼ਿਫਟ ਨਹੀਂ ਕਰਨਾ। ਪਹਿਲਾਂ ਤੁਹਾਨੂੰ ਵਿਜ਼ਨ ਕਲੀਅਰ ਹੋਣਾ ਚਾਹੀਦਾ ਹੈ, ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਜਾਣਾ ਕਿਸ ਰਸਤੇ ਨੂੰ ਹੈ। ਚਾਹੇ ਉੱਥੇ ਪਹੁੰਚਣ ਦੇ ਤੁਹਾਡੇ 10 ਸਾਲ ਲੱਗ ਜਾਣ, ਲੇਕਿਨ ਤੁਹਾਨੂੰ ਰਸਤਾ ਤੁਹਾਡਾ ਕਲੀਅਰ ਹੋਣਾ ਚਾਹੀਦਾ ਕਿ ਆਹ ਰਸਤਾ ਹੈ। ਸਭ ਤੋਂ ਪਹਿਲਾਂ ਤੁਸੀਂ ਜੀਵ ਜਗਤ ਨੂੰ ਵਧਾਉਣ ਤੇ ਕੰਮ ਕਰਨਾ ਹੈ, ਨੀਚੇ ਵਾਲੇ ਜੀਵਾਂ ਨੂੰ, ਉੱਡਣ ਵਾਲੇ ਜੀਵਾਂ ਨੂੰ ਤੇ ਪਾਲਤੂ ਜੀਵਾਂ ਨੂੰ। ਵਨਸਪਤੀ ਤੁਹਾਡੀ ਤਕੜੀ ਹੋ ਹੀ ਜਾਣੀ ਹੈ, ਉਹਦੇ ਤੇ ਫਿਕਰ ਨਾ ਕਰੋ। ਜੀਵ ਤਕੜੇ ਕਰੋ। ਜੀਵ ਤਕੜੇ ਕਰਨ ਵਾਸਤੇ ਅੱਗਾਂ ਲਾਉਣੀਆਂ ਬੰਦ ਕਰੋ, ਮਲਚ ਕਰਨੀ ਜ਼ਿਆਦਾ ਮਲਚ ਕਰੋ।
ਫਿਰ ਤੁਸੀਂ ਪਾਲਤੂ ਜੀਵ ਮੱਝਾਂ ਗਾਵਾਂ ਘਰੇ ਰੱਖੋ, ਬੱਕਰੀਆਂ ਰੱਖ ਲਓ, ਮੁਰਗੀਆਂ ਰੱਖ ਲਓ, ਉਹਨਾਂ ਤੋਂ ਮਲ ਮੂਤਰ ਜਾਵੇ, ਖੇਤ ਦੇ ਵਿੱਚ ਰੁੱਖ ਲਾਓ, ਪੰਛੀ ਆਉਣਗੇ, ਬਿੱਠਾ ਮਾਰਨਗੇ। ਤਾਂ ਜੀਵਾਂ ਦੀ ਆਮਦ ਖੇਤ ਦੇ ਵਿੱਚ ਵਧਾਉਣੀ ਹੈ, ਜੀਵ ਜਗ ਤਕੜਾ ਕਰਨਾ ਹੈ, ਵਨਸਪਤੀ ਤਕੜੀ ਹੋ ਹੀ ਜਾਣੀ ਹੈ। ਜਦੋਂ ਇਹ ਤੁਸੀਂ ਸਾਰਾ ਕੁਝ ਤਗੜਾ ਕਰਨ ਲਈ ਤੁਹਾਡਾ ਹੁਣ, ਕਿਉਂਕਿ ਪੌਣੇ 2 ਲੱਖ ਰੁਪਏ ਦੀ ਜਿਹੜੀ ਤੁਸੀਂ ਆਮਦਨ ਛੱਡ ਚੁੱਕੇ ਸੀਗੇ, ਤੁਸੀਂ ਕਿੰਨਾ ਤੁਹਾਡੀ ਜਿਹੜੀ ਜ਼ਮੀਨ ਹੈਗੀ ਹੈ ਜਿਹਦੇ ਤੁਸੀਂ ਇਹ ਸਾਰਾ ਸਿਸਟਮ ਸਟਾਰਟ ਕੀਤਾ? ਕਿਉਂਕਿ ਜਿਹੜੀ ਜ਼ਮੀਨ ਜਦੋਂ ਤੁਸੀਂ ਸਟਾਰਟ ਕਰਤਾ, ਤੁਸੀਂ ਕਿਹਾ 5 ਸਾਲ ਤੱਕ ਮੈਨੂੰ ਕੁਝ ਵੀ ਨਹੀਂ ਆਇਆ। ਕਿੰਨੀ ਜ਼ਮੀਨ ਜਿਹੜੀ ਸੀ ਤੁਸੀਂ, ਕਿਉਂਕਿ ਜਿਹੜੇ ਜੇਕਰ ਉਹੀ ਜ਼ਮੀਨ ਤੁਸੀਂ ਠੇਕੇ ਦੇ ਦਿੰਦੇ ਤਾਂ ਤੁਹਾਨੂੰ ਠੇਕਾ ਵੀ ਆਉਣਾ ਸੀਗਾ, ਉਹ ਵੀ ਆਮਦਨ ਬੰਦ ਹੋ ਗਈ, ਪਲੱਸ ਦੂਜਾ ਜਿਹੜਾ ਤੁਹਾਡਾ ਆਪਣਾ ਜਿਹੜੀ ਜਿੰਨੀ ਤੁਹਾਡੀ ਵਕਾਲਤ ਤੋਂ ਆਮਦਨ ਸੀ ਉਹ ਵੀ ਬੰਦ ਹੋ ਗਈ। 5 ਸਾਲ ਤੁਸੀਂ ਜਿਹੜੇ ਸਿਸਟਮ ਨੂੰ ਸਾਰਿਆਂ ਨੂੰ ਵੇਸਟ ਕਰਤੇ। ਕਿੰਨੀ ਜ਼ਮੀਨ ਤੁਸੀਂ ਇਸ ਸਾਰੇ ਕੰਮ ਦੇ ਵਿੱਚ ਲਗਾ ਦਿੱਤੀ ਤੇ ਕਿੰਨਾ ਤੁਹਾਨੂੰ ਘਾਟਾ ਪਿਆ ਤੇ ਉਹਦੇ ਚੋਂ ਆਮਦਨੀ ਕਿੰਨੀ ਕੁ ਤੁਹਾਨੂੰ ਹੋਈ? ਦੇਖੋ, ਇਹ ਜਿਹੜਾ ਮੇਰਾ ਮਾਡਲ ਹੈ 20 ਏਕੜ ਦੇ ਵਿੱਚ ਹੈ। ਇੱਥੇ ਮੈਂ ਇੱਕ ਨਾਲ ਹੋਰ ਗੱਲ ਜੋੜਨੀ ਚਾਹੂੰਗਾ ਕਿ ਜਿਹੜਾ ਸਾਡਾ ਗਿਆਨ ਸੀ ਨਾ, ਵਿਰਾਸਤੀ ਗਿਆਨ ਸੀ। ਗਿਆਨ ਦੋ ਤਰ੍ਹਾਂ ਦਾ ਹੈ, ਇੱਕ ਤਾਂ ਗਿਆਨ ਤਜਰਬਿਆਂ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ, ਵਿਰਾਸਤ ਪੀੜ੍ਹੀ ਦਰ ਪੀੜ੍ਹੀ ਛਣ ਕੇ ਆਉਂਦਾ ਹੈ। ਇੱਕ ਗਿਆਨ ਹੈ ਜਿਹੜਾ ਸਾਨੂੰ ਮਾਡਰਨ ਐਜੂਕੇਸ਼ਨ ਸਿਸਟਮ ਨੇ ਗਿਆਨ ਦਿੱਤਾ, ਜਿਹੜਾ ਉਹ ਗਿਆਨ ਸਾਡੇ ਕੋਲ ਪੀੜ੍ਹੀ ਦਰ ਪੀੜ੍ਹੀ ਛਣ ਕੇ ਉਹ ਸੋਧਾਂ ਹੁੰਦੀਆਂ ਆਈਆਂ, ਤੁਰਿਆ ਆਇਆ, ਉਹ ਗਿਆਨ ਮੇਰੇ ਤੱਕ ਨਹੀਂ ਪਹੁੰਚਿਆ। ਉਹ ਗਿਆਨ ਜਿਹੜਾ ਗਿਆਨ ਮੇਰੇ ਦਾਦੇ ਕੋਲੇ ਸੀਗਾ ਖੇਤੀ ਦਾ, ਉਹਨੇ ਆਪਦੇ ਪਿਓ ਤੋਂ ਆਪਦੇ ਦਾਦੇ ਤੋਂ ਲਿਆ ਸੀ, ਉਹਨੇ ਆਪਣੇ ਦਾਦੇ ਤੋਂ ਲਿਆ ਸੀ, ਉਹ ਗਿਆਨ ਮੇਰੇ ਤੱਕ ਪਹੁੰਚਿਆ ਨਹੀਂ। ਰਸਤੇ 'ਚ ਮੇਰਾ ਬਾਪ ਕੈਮੀਕਲ ਖੇਤੀ ਕਰਨ ਲੱਗ ਪਿਆ, ਤਾਂ ਮੇਰੇ ਕੋਲੇ ਉਹ ਗਿਆਨ ਚਲਾ ਗਿਆ। ਤਾਂ ਮੈਂ ਜਦੋਂ ਇਹ ਖੇਤੀ ਸ਼ੁਰੂ ਕੀਤੀ, ਉਹੀ ਖੇਤੀ ਜਿਹੜੀ ਖੇਤੀ ਮੇਰਾ ਦਾਦਾ ਕਰਦਾ ਸੀ, ਤਾਂ ਹੁਣ ਮੈਨੂੰ ਤਜਰਬੇ ਕਰਨੇ ਪੈਣੇ ਆ। ਹੁਣ ਮੇਰੇ ਦਾਦੇ ਨੂੰ ਪਤਾ ਸੀਗਾ ਕਿ ਸਾਉਣ 15 ਤਿਲ ਜਿਹੜੇ ਹੈਗੇ ਆ 15 ਸਾਉਣ ਨੂੰ ਬੀਜਣੇ ਤੇ ਉਹਨਾਂ ਨੂੰ ਪਾਣੀ ਨਹੀਂ ਲਾਉਣਾ। ਮੈਂ ਪਹਿਲੀ ਵਾਰੀ ਤਿਲ ਲਾ ਲਏ, ਉਹ ਮੈਂ ਅਗੇਤੇ ਲਾ ਲਏ, ਉਹ ਮੇਰਾ ਫੇਲ ਹੋ ਗਿਆ। ਅਗਲੀ ਵਾਰੀ ਤਿਲ ਲਾ ਲਏ, ਮੈਂ ਉਹਨਾਂ ਨੂੰ ਪਾਣੀ ਲਾ ਬੈਠਾ ਹੈ, ਤੇ ਮੈਂ ਤਾਂ ਹੁਣ ਕਈ ਸਾਲਾਂ ਦੇ ਵਿੱਚ ਇੱਕ ਫਸਲ ਵਾਸਤੇ ਮੇਰੇ ਕਈ ਸਾਲ ਖਰਾਬ ਹੋ ਗਏ। ਤਾਂ ਮੇਰੇ ਕੋਲ ਗਿਆਨ ਨਾ ਆਉਣ ਦਾ ਇੱਕ ਵੱਡਾ ਕਾਰਨ ਰਿਹਾ ਕਿ ਮੈਨੂੰ ਬਹੁਤ ਲਾਸ ਉਠਾਉਣੇ ਪਏ। ਹੁਣ ਮੈਂ, ਤੁਸੀਂ ਜਿਵੇਂ ਕਿਹਾ ਹੈਗਾ ਕਿ 5 ਸਾਲ ਮੈਂ ਨੁਕਸਾਨ ਉਠਾਏ, ਖੇਤ ਦੇ ਵਿੱਚੋਂ ਫਸਲ ਨਹੀਂ ਹੋਈ। ਅੱਜ ਕਿਸੇ ਕਿਸਾਨ ਨੂੰ ਨਵੇਂ ਨੂੰ ਕਹਾਂਗੇ ਕਿ ਤੂੰ ਖੇਤੀ ਸ਼ੁਰੂ ਕਰ ਲਾ, ਉਹ ਮੈਂ ਤਾਂ ਮਾਰਿਆ ਜਾਊਂਗਾ, ਇਹਦੇ ਕੋਲ ਤਾਂ ਜ਼ਮੀਨ ਸੀਗੀ ਤੇ ਕਰ ਲਿਆ ਨੇ, ਮੈਂ ਕਿੱਥੋਂ ਕਰ ਲੂੰਗਾ। ਪਰ ਉਹਦਾ ਕਾਰਨ ਇਹ ਹੈਗਾ ਕਿ ਜਿਹੜਾ ਹੁਣ ਅਸੀਂ ਜਿਹੜਾ ਗਿਆਨ ਮੈਂ ਗਲਤੀਆਂ ਕਰਕੇ ਮੈਂ ਇਕੱਠਾ ਕੀਤਾ ਹੈ, ਉਹ ਗਿਆਨ ਨੂੰ ਹੁਣ ਮੈਂ ਨਵੇਂ ਕਿਸਾਨ ਨੂੰ ਸ਼ੁਰੂ ਕਰਾਉਣਾ ਹੈ। ਤਾਂ ਮੈਂ ਉਹਨੂੰ ਇਹ ਥੋੜ੍ਹਾ ਕਹੂੰਗਾ ਕਿ ਤੂੰ 5 ਸਾਲ ਜਿਵੇਂ ਮੈਂ ਕਰਦਾ ਰਿਹਾ, ਐਕਟੀਵਿਟੀਜ਼ 'ਤੇ ਜ਼ੋਰ ਦਿੰਦਾ ਰਿਹਾ, ਮੈਂ ਇਹਨੂੰ ਕਹੂੰਗਾ ਭਾਈ ਤੂੰ ਵਿਵਸਥਾ ਦੀ ਸਿਰਜਣਾ ਕਰ, ਪਹਿਲਾਂ ਔਰਗੈਨਿਕ ਵਾਲੇ ਪਾਸੇ ਸ਼ਿਫਟ ਫਿਰ ਕਰੀ। ਪਹਿਲਾਂ ਤੂੰ ਵਿਵਸਥਾ ਤਾਂ ਬਣਾ, ਆਪਦੇ ਜੀਵ ਜਗਤ ਨੂੰ ਤਾਂ ਵਧਾ। ਤੇਰੇ ਕੋਲੇ ਉਹਨਾਂ ਦਾ ਮਲ ਮੂਤਰ ਆਉਣ ਦੀ ਵਿਵਸਥਾ ਹੀ ਹੈ ਨਹੀਂ ਤੇਰੇ ਕੋਲੇ, ਤੂੰ ਔਰਗੈਨਿਕ ਛੱਡ ਲਿਆ ਕਿ ਮੈਂ ਤਾਂ ਜੀ ਆਪਣਾ ਔਰਗੈਨਿਕ, ਤਾਂ ਮਾਰਿਆ ਜਾਏਗਾ ਜਿਹੜਾ ਮੈਂ ਨੁਕਸਾਨ ਉਠਾਇਆ। ਤਾਂ ਹੁਣ ਜਿਹੜਾ ਅਸੀਂ ਉਹੋ ਹੀ ਜਿਹੜਾ ਗਿਆਨ ਇਕੱਠਾ ਕੀਤਾ, ਉਸ ਗਿਆਨ ਨੂੰ ਸਪਰੈਡ ਤੇ ਫੋਕਸ ਕੀਤਾ ਹੋਇਆ। ਹੁਣ ਅਸੀਂ ਡਾਕਟਰ ਓਮ ਪ੍ਰਕਾਸ਼ ਰੁਪੇਲਾ, ਮੇਰੇ ਗੁਰੂ ਜੀ ਦੇ ਨਾਮ ਦੇ ਉੱਤੇ ਇੱਕ ਟ੍ਰੇਨਿੰਗ ਇੰਸਟੀਚਿਊਟ ਇੱਥੇ ਸ਼ੁਰੂ ਹੋ ਗਿਆ, ਉਹਦੀ ਬਿਲਡਿੰਗ ਬਣਨੀ, ਉਹਦੇ ਵਿੱਚ ਅਸੀਂ ਇੱਕ ਟ੍ਰੇਨਿੰਗ ਸ਼ੁਰੂ ਕੀਤੀ ਹੋਈ ਹੈ। ਪਹਿਲਾਂ ਇਹ ਟ੍ਰੇਨਿੰਗ ਜਿਹੜੀ ਅਸੀਂ ਇੱਕ 1 ਡੇ ਲਾਉਂਦੇ ਸੀ, ਹੁਣ ਅਸੀਂ 5 ਡੇ ਟ੍ਰੇਨਿੰਗ ਲਾਉਂਦੇ ਹਾਂ। ਇਹ ਸਾਲ ਦੇ ਵਿੱਚ ਟੋਟਲ ਅਸੀਂ 10 ਟ੍ਰੇਨਿੰਗਾਂ ਲਾਉਂਦੇ ਹਾਂ, ਤੇ ਇੱਕ ਲਾਸਟ ਟ੍ਰੇਨਿੰਗ ਜਿਹੜੀ ਆ ਅਖੀਰ ਦੇ ਵਿੱਚ 25 ਦਸੰਬਰ ਨੂੰ ਅਸੀਂ ਹੁਣ ਫਿਕਸ ਕੀਤੀ ਹੋਈ ਹੈ, ਜਿਹੜੀ ਹੁਣ ਚੱਲ ਰਹੀ ਹੈ। ਇਸ ਟ੍ਰੇਨਿੰਗ ਦੇ ਵਿੱਚ ਅਸੀਂ ਸਾਰੇ ਰਿਸੋਰਸ ਪਰਸਨ ਬਾਹਰ ਤੋਂ ਬੁਲਾਉਂਦੇ ਹੈਗੇ ਆ, ਤੇ ਇਹਦੇ ਵਿੱਚ 50 ਲੋਕਾਂ ਦੇ ਰਹਿਣ ਦਾ ਸਾਡੇ ਕੋਲ ਇੱਥੇ ਪ੍ਰਬੰਧ ਕਰ ਰਹੇ ਆ ਇਸ ਵਾਰੀ। ਰਹਿਣ ਦਾ ਪ੍ਰਬੰਧ ਤਾਂ ਇਸ ਵਾਰ ਦੀ ਟ੍ਰੇਨਿੰਗ ਵਿੱਚ ਸਾਡੇ ਕੋਲ ਰਜਿਸਟ੍ਰੇਸ਼ਨ ਦਾ ਸੀਗੀ 40 ਦੇ ਨੇੜੇ ਲੋਕਾਂ ਦੀ, ਵਿੱਚੋਂ ਕੁਛ ਕੁ ਮੌਸਮ ਖਰਾਬ ਹੋਣ ਕਰਕੇ ਹੋ ਗਏ, ਫਿਰ ਵੀ 30+ ਲੋਕ ਹੈਗੇ ਆ ਜਿਨ੍ਹਾਂ ਦੀ ਹੁਣ ਟ੍ਰੇਨਿੰਗ ਚੱਲ ਰਹੀ ਹੈਗੀ ਹੈ। ਤੇ ਇਹਦੇ ਵਿੱਚ ਮੈਂ ਹੁਣ ਜਿਹੜਾ ਨਵੇਂ ਬੰਦੇ ਨੇ ਸਟਾਰਟ ਕਰਨਾ ਹੈਗਾ, ਉਹ ਮੇਰੇ ਵਾਂਗੂ 5 ਸਾਲ ਲਾਸ ਨਹੀਂ ਕਰਨ ਦੀ ਉਠਾਉਣ ਦੀ ਲੋੜ। ਉਹ ਜਦੋਂ ਸਟਾਰਟ ਕਰੂਗਾ ਉਦੋਂ ਹੀ ਉਹ ਜਿਹੜਾ ਹੈਗਾ ਮਾੜਾ ਮੋਟਾ ਕੁਝ ਹੋ ਸਕਦਾ, ਉਹਨੂੰ 6 ਮਹੀਨੇ ਸਾਲ ਦੀ ਕੋਈ ਦਿੱਕਤ ਆਵੇ, ਨਹੀਂ ਤਾਂ ਉਹ ਸਮੂਥਲੀ ਟਰੈਕ ਤੇ ਚੜ੍ਹ ਜਾਊਗਾ। ਪਰ ਜਿਹੜੇ ਤੁਸੀਂ ਗੱਲ ਕੀਤੀ ਕਿ ਅਕਸਰ ਇੱਕ ਕਹਾਵਤ ਹੀ ਹੈਗੀ ਹੈ ਕਿ 5 ਸਾਲ ਗਾਲੀਏ ਤੇ ਇੱਕ ਲਾਲ ਪਾਲੀਏ। ਤੁਸੀਂ ਉਹ 5 ਸਾਲ ਤੁਸੀਂ ਆਪਣੇ ਜਿਹੜੇ ਗਾਲ ਕੇ ਤੇ ਆਪ ਖੇਤੀ ਰੂਪੀ ਇੱਕ ਲਾਲ ਤੁਸੀਂ ਜਿਹੜਾ ਪਾਲ ਲਿਆ ਹੈਗਾ, ਉਹਨੂੰ ਤੁਸੀਂ ਜਿਹੜਾ ਉਹ ਅੱਗੇ ਜਿਹੜਾ ਉਹ ਉਸ ਨੂੰ ਜਿਹੜੀ ਉਹਦਾ ਗਿਆਨ ਤੁਸੀਂ ਅੱਗੇ ਵੰਡ ਰਹੇ ਹੋ ਜਿਹੜੇ ਟ੍ਰੇਨਿੰਗ ਦੇ ਰੂਪ ਦੇ ਵਿੱਚ। ਤੇ ਜਿਹੜੀ ਇਹ ਟ੍ਰੇਨਿੰਗ ਤੁਸੀਂ ਦੇ ਰਹੇ ਹੈਗੇ ਹੋ, ਤੇ ਇਹਦੇ ਵਿੱਚ ਤੁਸੀਂ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੰਦੇ ਹੋ, ਥਿਓਰੀ ਵਾਲੀ ਵੀ ਦਿੰਦੇ ਹੋ, ਜਾਂ ਕਿੱਦਾਂ ਦੀ ਟ੍ਰੇਨਿੰਗ ਦਿੰਦੇ ਹੋ ਉਹਦੇ ਵਿੱਚ? ਜਿਹੜੀ ਇਹ ਟ੍ਰੇਨਿੰਗ ਹੈਗੀ ਨਾ ਜੀ, ਇਹਦੇ ਵਿੱਚ ਅਸੀਂ ਟੋਟਲ ਸਾਡੇ 12 ਸੈਸ਼ਨ ਨੇ, 2-2 ਘੰਟਿਆਂ ਦਾ ਇੱਕ ਸੈਸ਼ਨ ਹੈ। ਇਸ 12 ਸੈਸ਼ਨ ਨੂੰ ਅਸੀਂ 2 ਕੈਟਾਗਰੀਆਂ 'ਚ ਵੰਡਿਆ ਹੈਗਾ। ਜਦੋਂ ਤੁਸੀਂ ਨਵੀਂ ਲਾਈਨ ਤੇ ਕੰਮ ਕਰੋਗੇ ਨਾ, ਤੁਹਾਨੂੰ ਸਮੱਸਿਆਵਾਂ ਬਹੁਤ ਆਉਣਗੀਆਂ। ਜਦੋਂ ਖੇਤੀ ਦੀ ਗੱਲ ਕਰੀਏ ਤਾਂ ਸਮੱਸਿਆਵਾਂ 2 ਤਰ੍ਹਾਂ ਦੀਆਂ ਹੈ, ਇੱਕ ਤਾਂ ਔਨ ਦਾ ਫਾਰਮ ਸਮੱਸਿਆਵਾਂ, ਇੱਕ ਆਫ ਦਾ ਫਾਰਮ। ਖੇਤ ਦੇ ਵਿੱਚ ਸਮੱਸਿਆਵਾਂ ਤੇ ਖੇਤ ਤੋਂ ਬਾਹਰ ਦੀਆਂ ਸਮੱਸਿਆਵਾਂ। ਖੇਤ ਦੀਆਂ ਸਮੱਸਿਆਵਾਂ ਦੇ ਅਸੀਂ 11 ਸੈਸ਼ਨ ਹੈ, ਖੇਤ ਤੋਂ ਬਾਹਰ ਦੀਆਂ ਸਮੱਸਿਆਵਾਂ ਦੇ 1 ਸੈਸ਼ਨ ਹੈ, ਸਭ ਤੋਂ ਪਹਿਲਾ ਸੈਸ਼ਨ ਹੈ। ਉਸ ਪਹਿਲੇ ਸੈਸ਼ਨ ਦੇ ਵਿੱਚ ਹੀ ਜਿਹੜਾ ਹੈਗਾ ਉਹ ਮੋਟੀਵੇਸ਼ਨਲ ਹੈਗਾ, ਤੇ ਉਹਦੇ ਵਿੱਚ ਤੁਹਾਨੂੰ ਸਮਾਜ ਕਿਵੇਂ ਪਰੇਸ਼ਾਨ ਕਰਦਾ ਹੈ, ਤੁਹਾਨੂੰ ਪਰਿਵਾਰ ਤੋਂ ਕੀ
ਵਿਰੋਧ ਸਹਿਣਾ ਪਊਗਾ। ਤੁਹਾਨੂੰ ਮੈਂਟਲੀ ਕਿੰਨਾ ਸਟਰੋਂਗ ਹੋਣਾ ਪੈਣਾ ਹੈ। ਕੁਦਰਤੀ ਖੇਤੀ ਹੋਣ ਤੋਂ ਪਹਿਲਾਂ ਤੁਹਾਨੂੰ ਕੁਦਰਤ ਪੱਖੀ ਜੀਵਨ ਵਾਸਤੇ ਆਪਣੇ ਆਪ ਨੂੰ ਤਕੜਾ ਕਰਨਾ ਪੈਣਾ ਹੈ। ਜੇ ਮੈਂ ਪੁੱਛਦਾ ਹੁੰਨਾ ਪਹਿਲੇ ਬਾਈ, ਜੇ ਤਾਂ ਤੁਸੀਂ ਇਹ ਸੋਚ ਕੇ ਆਏ ਹੋ ਕਿ ਮੈਂ ਵੱਧ ਪੈਸੇ ਕਮਾ ਲੂੰਗਾ, ਫਿਰ ਭਾਈ ਤੁਸੀਂ ਚਲੇ ਜਾਓ, ਤੁਹਾਡੇ ਲਈ ਇਹ ਰਸਤਾ ਨਹੀਂ ਹੈਗਾ। ਇਹ ਵੱਧ ਪੈਸੇ ਕਮਾਉਣ ਵਾਲਾ ਰਸਤਾ ਨਹੀਂ ਹੈਗਾ। ਇਹਦੇ ਵਿੱਚ ਤਾਂ ਤੁਹਾਡੀ ਜਿਹੜੀ ਹੈਗੀ ਆ ਆਪਣੇ ਮਨ ਦੀ ਸ਼ਾਂਤੀ, ਤੁਹਾਡੀ ਸਿਹਤ, ਚੰਗੀ ਸਿਹਤ, ਤਾਂ ਉਹਦੇ ਵਾਸਤੇ ਹੈਗਾ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती हैं सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਤੁਹਾਡਾ ਦੇਖਣ ਦਾ ਹੁਣ ਨਾ ਨਜ਼ਰੀਆ ਵੀ ਬਦਲਿਆ ਹੈਗਾ। ਮੈਂ ਜਦੋਂ ਵਕੀਲ ਹੁੰਦਾ ਸੀ, ਵਕਾਲਤ ਕਰਦਾ ਸੀ, ਤਾਂ ਮੈਨੂੰ ਜੇ ਕੋਈ ਪੁੱਛ ਲੈਣਾ ਨਾ, ਤੁਸੀਂ ਮੈਨੂੰ ਪੁੱਛਦੇ ਵੀ ਜਾਇਦਾਦ ਕੀ ਹੁੰਦੀ ਹੈ, ਤਾਂ ਮੈਂ ਇਹੀ ਸੋਚਦਾ ਸੀ ਕਿ ਜਾਇਦਾਦ ਉਹ ਹੁੰਦੀ ਹੈ ਕਿ ਤੁਹਾਡੇ ਕੋਲੇ ਜ਼ਮੀਨ ਜਾਇਦਾਦ, ਪਲਾਟ ਕਿੰਨੇ ਹੈਗੇ ਆ, ਤੁਹਾਡੇ ਕੋਲੇ ਸੋਨਾ ਗੋਲਡ ਬੈਂਕ ਦੇ ਵਿੱਚ ਬੈਲੈਂਸ ਕਿੰਨਾ, ਇਹ ਜਾਇਦਾਦ ਹੈ। ਪਰ ਅੱਜ ਮੈਨੂੰ ਕੋਈ ਪੁੱਛਦਾ ਹੈਗਾ ਕਿ ਜਾਇਦਾਦ ਕੀ ਹੁੰਦੀ ਹੈ, ਤਾਂ ਮੈਂ ਉਹਨੂੰ ਕਹਿੰਦਾ ਕਿ ਜਾਇਦਾਦ ਦੇ 3 ਕੰਪੋਨੈਂਟ ਹੈ। ਸਭ ਤੋਂ ਪਹਿਲਾਂ ਹੈਗੀ ਹੈ ਹੈਲਥ, ਤੁਹਾਡੀ ਫਿਜ਼ੀਕਲ ਤੇ ਮੈਂਟਲ ਹੈਲਥ, ਤੁਹਾਡੇ ਕੋਲੇ ਸਿਹਤ ਹੈ। ਉਸ ਤੋਂ ਬਾਅਦ ਹੈਗਾ ਕਿ ਤੁਹਾਨੂੰ ਸਮਾਜ ਕਿਸ ਨਜ਼ਰੀਏ ਨਾਲ ਦੇਖਦਾ ਹੈ, ਤੇ ਕੀ ਤੁਹਾਨੂੰ ਸਮਾਜ ਰਿਕੋਗਨਾਈਜ਼ ਕਰਦਾ ਹੈਗਾ, ਤੁਸੀਂ ਚੰਗੀਆਂ ਨਜ਼ਰਾਂ ਨਾਲ ਦੇਖਦਾ ਜਾਂ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਲਈ ਮਾੜੇ ਸ਼ਬਦ ਬੋਲਦਾ ਹੈ। ਇਹ ਤੁਹਾਡੀ ਇਹ ਜਾਇਦਾਦ ਹੈ। ਤੀਸਰਾ ਹੈਗਾ ਜਿਹੜਾ ਉਹ ਫਿਜ਼ੀਕਲ ਜਾਂ ਦੂਸਰੀ ਜਿਹੜੀ ਜਿਹਨੂੰ ਆਮ ਸਮਾਜਿਕ ਨਜ਼ਰਾਂ ਦੇ ਵਿੱਚ ਲੋਕਾਂ ਦੇ ਵਿੱਚ ਅਸੀਂ ਜਿਹੜਾ ਗਿਣਦੇ ਹੈਗੇ ਆ ਜਾਇਦਾਦ, ਉਹ ਤੀਸਰੇ ਨੰਬਰ 'ਤੇ ਆਉਂਦੀ ਹੈ। ਸੋ ਹੁਣ ਮੇਰੇ ਕੋਲ ਸਿਹਤ ਹੈਗੀ ਹੈ, ਤਾਂ ਤੰਦਰੁਸਤ ਸਿਹਤ ਹੈਗੀ ਹੈ, ਤਾਂ ਮੈਂ ਸਮਝਦਾ ਕਿ ਮੈਂ ਸਭ ਤੋਂ ਦੁਨੀਆ ਦਾ ਅਮੀਰ ਬੰਦਾ ਹੈ, ਅਤੇ ਮੈਂ ਮਿੱਠੀ ਚਾਹ ਵੀ ਪੀ ਸਕਦਾ ਹੈਗਾ, ਅਤੇ ਮੇਰੇ ਕੋਲ ਸਿਹਤ ਹੈ। ਅਤੇ ਜਿਹਦੇ ਕੋਲ ਸਿਹਤ ਨਹੀਂ ਹੈ ਉਹਦੇ ਲਈ ਜਾਇਦਾਦ ਇਹ ਕੋਈ ਮਾਇਨੇ ਨਹੀਂ ਰੱਖਦੀ। ਮੇਰਾ ਕੋਈ ਜਾਣਕਾਰ ਸੀਗਾ, ਬੜੀ ਜਾਇਦਾਦ ਸੀ, ਤਾਂ ਉਹਨੂੰ ਕੈਂਸਰ ਹੋ ਗਿਆ ਗਲੇ ਦਾ, ਅਤੇ ਮੈਂ ਸੋਚਦਾ ਹੁੰਦਾ, ਅਕਸਰ ਗੱਲ ਕਰਦਾ ਹੁੰਦਾ ਕਿ ਧਰਮਰਾਜ ਥੱਲੇ ਉਤਰ ਕੇ ਆ ਕੇ ਪੁੱਛ ਲਵੇ ਉਹਨੂੰ ਵੀ ਤੈਨੂੰ ਭਾਈ ਜਾਨ ਬਖਸ਼ ਦਿੰਦੇ ਆ ਅਤੇ ਸਾਰੀ ਜਾਇਦਾਦ ਤੇਰੀ ਦੇਣੀ ਪੈਣੀ ਹੈ, ਤਾਂ ਉਹ ਮਿੰਟ ਲਾ, ਸਾਰਾ ਕੁਛ ਲੈ ਜਾ ਅਤੇ ਬਸ ਸਿਹਤ ਬਖਸ਼ ਦੇ, ਤਾਂ ਉਦੋਂ ਪਤਾ ਲੱਗਦਾ ਜਾਇਦਾਦ ਸਾਡੀ ਕੀ ਹੈ। ਅੱਜ ਤੁਸੀਂ ਕਹਿੰਦੇ ਹੋ ਵੀ ਮੈਂ ਬੜਾ ਖੁਸ਼ ਹਾਂ, ਮੈਂ ਸਿਹਤ ਮੇਰੀ ਬੜੀ ਵਧੀਆ ਹੈਗੀ ਹੈ, ਅਤੇ ਜਾਇਦਾਦ ਦੇ ਰੂਪ ਦੇ ਵਿੱਚ ਤੁਸੀਂ ਸਿਹਤ ਨੂੰ ਸਭ ਤੋਂ ਵੱਡੀ ਚੀਜ਼ ਮੰਨਦੇ ਹੋ। ਲੇਕਿਨ ਜਦੋਂ ਤੁਸੀਂ ਇਸ ਪਾਸੇ ਵੱਲ ਆਏ ਸੀ, ਕਿਉਂਕਿ ਤੁਸੀਂ ਬਹੁਤ ਵੱਡੀ ਕੀਮਤ ਚੁਕਾ ਕੇ ਆਏ ਸੀ, $2.25 ਲੱਖ ਪਰ ਮੰਥ ਦੀ ਤੁਹਾਡੀ ਇਨਕਮ ਬੰਦ ਹੋ ਗਈ, ਤੁਹਾਡਾ ਠੇਕਾ ਜੇ ਸਿਸਟਮ ਦੇ ਤੁਸੀਂ ਦੇਖੋਗੇ ਤਾਂ ਉਹ ਤੁਹਾਡਾ ਜਿਹੜਾ ਉਹ ਪਾਸੇ ਚਲਾ ਗਿਆ, ਪੱਲੋਂ ਲਾਸ ਜਾਣਾ ਸ਼ੁਰੂ ਹੋ ਗਿਆ। ਅੱਜ ਤੁਸੀਂ ਕਹਿੰਦੇ ਮੈਂ ਤੰਦਰੁਸਤ ਹਾਂ, ਉਦੋਂ ਵੀ ਤੁਸੀਂ ਤੰਦਰੁਸਤ ਸੀ, ਪਰ ਉਦੋਂ ਤਾਂ ਤੁਹਾਨੂੰ ਲੋਕ ਕਰੈਕ ਵੀ ਕਹਿਤਾ ਹੋਣਾ, ਬਹੁਤੇ ਲੋਕਾਂ ਨੇ, ਜਾਂ ਪਾਗਲ ਵੀ ਕਹਿਤਾ ਹੋਣਾ। ਹਾਂ, ਨੈਚੁਰਲੀ ਮੈਨੂੰ ਪ੍ਰੋਬਲਮ ਸੀ, ਆਪ ਨੂੰ ਖੁਦ ਨੂੰ ਸੀ। ਮੈਨੂੰ 2-3 ਬਿਮਾਰੀਆਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਕੋਈ ਇਲਾਜ ਨਹੀਂ ਸੀਗਾ। ਉਹ ਇੱਕ ਤਾਂ ਪ੍ਰੋਸਟੇਟ ਸਾਈਜ਼ ਲਾਰਜ ਹੁੰਦਾ, ਉਹ ਤਾਂ ਲੇਟ ਜਾ ਕੇ ਹੁੰਦਾ, ਮੇਰਾ ਉਹ ਟਾਈਮ ਨਾਲ ਹੀ ਹੋ ਗਿਆ ਪ੍ਰੋਬਲਮ, ਅਤੇ ਰਾਤ ਨੂੰ ਮੈਨੂੰ 3-3 4-4 ਵਾਰੀ ਉੱਠਣਾ ਪੈਂਦਾ ਹੁੰਦਾ ਸੀ। ਡਾਕਟਰ ਨੂੰ ਦਿਖਾਉਣਾ, ਉਹ ਕਹਿੰਦੇ ਸਰਜਰੀ ਆ ਜੀ, ਅੱਜ ਕਰਾ ਲਾ, ਕੱਲ੍ਹ ਕਰਾ ਲਾ। ਇੱਥੇ ਆਇਆ, ਖੇਤ ਦੇ ਵਿੱਚ ਕੰਮ ਕੀਤਾ, ਉਹ ਕਿਤੇ ਆਪਦੀ ਆਪ ਠੀਕ ਹੋ ਗਿਆ, ਆਪਣੇ ਆਪ ਠੀਕ ਹੋਇਆ। ਮੇਰੇ ਗਲੇ ਦੇ, ਮੇਰੇ ਸਾਰੇ ਸਰੀਰ ਦੇ ਉੱਪਰ ਗੰਢਾਂ ਸੀਗੀਆਂ, ਛੋਟੀਆਂ 100 ਦੇ ਕਰੀਬ ਸੀਗੀਆਂ, ਅਤੇ ਜਦੋਂ ਮੇਰੇ ਕੱਪੜੇ ਲਾਏ ਕੋਈ ਦੇਖ ਲੈਂਦਾ ਡਰ ਜਾਂਦਾ ਸੀਗਾ, ਇੰਨੀਆਂ ਗੰਢਾਂ ਐਡੀਆਂ ਮੋਟੀਆਂ ਬੰਟੇ ਜਿਹੜੀਆਂ। ਤਾਂ ਉਹ ਡਾਕਟਰ ਨੂੰ ਦਿਖਾਉਣਾ, ਉਹ ਕਹਿੰਦੇ ਜੀ ਇਹਦਾ ਕੋਈ ਹੱਲ ਨਹੀਂ ਹੈਗਾ, ਸਰਜਰੀ ਹੈਗੀ ਜਿਹੜੀ ਤੰਗ ਕਰਦੀ ਹੈ, ਕਢਾ ਦਿੰਦੇ ਆ। ਅਤੇ ਮੈਂ ਕਿਹਾ ਜੀ ਇਹਦੀ ਕੋਈ ਦਵਾਈ ਨਾ, ਉਹ ਕਹਿੰਦੇ ਵੀ ਇਹਦੀ ਕੀ ਦਵਾਈ ਹੁੰਦੀ ਹੈ, ਇਹ ਤਾਂ ਬਣ ਗਈਆਂ, ਫੈਟ ਇਕੱਠੇ ਹੋ ਗਿਆ, ਇਹ ਤਾਂ ਕੱਢਣਾ ਹੀ ਪੈਣਾ। ਅਤੇ ਇੱਥੇ ਆ ਕੇ ਖੇਤ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਇਆ, ਉਹ ਖੁਰ ਗਈਆਂ, ਅੱਜ ਕਿਤੇ ਵੀ ਹੈ ਨਹੀਂ,
ਸਰੀਰ ਦੀ ਇੱਕ ਵੀ ਗੰਢ ਨਹੀਂ ਹੈਗੀ, ਸਭ ਕੁਝ ਠੀਕ ਹੋ ਗਿਆ, ਤਾਂ ਸਭ ਆਪੇ ਹੋ ਗਿਆ। ਤੇ ਫਿਰ ਮੈਨੂੰ ਇੱਕ ਵਾਇਰਸ ਦੀ ਪ੍ਰੋਬਲਮ ਆ ਗਈ, ਹਰਪਿਸ ਵਾਇਰਸ ਦੀ। ਉਹ ਵੀ ਡਾਕਟਰ ਕਹਿੰਦੇ ਵੀ ਸਾਰੀ ਉਮਰ ਗੋਲੀ ਲੈਣੀ ਪੈਣੀ ਹੈ। ਉਹ ਵੀ ਉਦੋਂ ਬਾਅਦ ਸਭ ਕੁਝ ਠੀਕ ਹੈ, ਕੁਝ ਵੀ ਨਹੀਂ ਹੈ। ਤਾਂ ਇਹ ਸਾਰਾ ਸੰਬੰਧ ਤੁਹਾਡੀ ਜਿਹੜਾ ਹੈਗਾ ਫੂਡ ਨਾਲ ਜੁੜਿਆ ਹੋਇਆ। ਤਾਂ ਜੈਸਾ ਅੰਨ ਵੈਸਾ ਮਨ, ਜੈਸਾ ਮਨ ਵੈਸਾ ਤਨ, ਸਭ ਕੁਝ ਉਸੇ ਨਾਲ ਹੀ ਹੈਗਾ। ਜੇ ਤੁਹਾਡੀ ਫੂਡ ਸਹੀ ਹੈਗਾ, ਤੁਹਾਡੀ ਸਿਹਤ ਹੈਗੀ ਹੈ। ਜੇ ਫੂਡ ਗਲਤ ਹੈ ਤਾਂ ਫਿਰ ਸਿਹਤ ਤਾਂ ਕਿੱਥੋਂ ਮਿਲਣੀ ਹੈ। ਯਾਰ ਸਾਹਿਬ, ਬਾਣੀ ਕਹਿੰਦੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮਾ। ਜਿਹੜਾ ਧਰਤੀ, ਆਕਾਸ਼ ਤੇ ਪਾਣੀ, ਇਹਨਾਂ ਸਾਰੀਆਂ ਚੀਜ਼ਾਂ, ਹਵਾ ਜਿਹੜੀ ਹੈ, ਸਾਰਿਆਂ ਨੂੰ ਬਹੁਤ ਵੱਡੀ ਮਹੱਤਤਾ ਦਿੱਤੀ ਗਈ ਹੈ। ਤੁਸੀਂ ਇਸ ਚੀਜ਼ ਦੇ ਉੱਤੇ ਬੜਾ ਵੱਡਾ ਕੰਮ ਕਰ ਰਹੇ ਹੋ ਤੇ ਤੁਸੀਂ ਬਕਾਇਦਾ ਤੌਰ ਤੇ ਇਸ ਚੀਜ਼ ਦੇ ਪ੍ਰੈਕਟੀਕਲ ਨੂੰ ਜਿਹੜਾ ਹੰਢਾਇਆ ਹੈਗਾ, ਪ੍ਰੈਕਟੀਕਲ ਕੀਤਾ ਵੀ ਹੈਗਾ। ਹੁਣ ਤੁਸੀਂ ਦੱਸੋ ਵੀ ਤੁਸੀਂ ਜਦੋਂ ਇਸ ਖੇਤੀ ਨੂੰ ਸ਼ੁਰੂ ਕੀਤਾ, ਉਸ ਟਾਈਮ ਤੁਹਾਡੇ ਧਰਤੀ ਹੇਠਲਾ ਪਾਣੀ ਕਿੱਥੇ ਸੀ ਤੇ ਅੱਜ ਤੁਹਾਡਾ ਧਰਤੀ ਹੇਠਲਾ ਪਾਣੀ ਜਿਹੜਾ ਉਹ ਕਿੱਥੇ ਹੈਗਾ? ਜਿੱਦਣ ਸਟਾਰਟ ਕੀਤਾ ਸੀ, ਡਾਕਟਰ ਪਹਿਲਾਂ ਮੇਰੇ ਨਾਲ ਆਏ ਤਾਂ ਮੈਨੂੰ ਕਹਿੰਦੇ ਕਮਲਜੀਤ ਪਾਣੀ ਪੀਣਾ ਖੇਤ ਦਾ। ਤਾਂ ਮੈਂ ਮੋਟਰਸਾਈਕਲ ਦੇ ਵਿੱਚੋਂ ਪਾਣੀ ਵਾਲੀ ਬੋਤਲ ਕੱਢੀ। ਮੈਂ ਸਰ, ਮੈਂ ਨਹੀਂ, ਇੱਥੋਂ ਦਾ ਮੈਂ ਸਰ ਪੀਣ ਯੋਗ ਨਹੀਂ ਹੈਗਾ ਯਾਰ। ਹਾਂ, ਕਹਿੰਦੇ ਪਾਣੀ ਪੀਣ ਯੋਗ ਨਹੀਂ ਹੈਗਾ। ਮੈਂ ਕਿਹਾ ਨਹੀਂ ਜੀ। ਤੇ ਮਿੱਟੀ ਦੀ ਮੁੱਠ ਭਰੀ ਤੇ ਖੁਸ਼ਬੂ ਲੈ ਕੇ ਦੇਖੀ, ਮਿੱਟੀ ਮਾਰੀ ਚਲਾ ਕੇ, ਕਹਿੰਦੇ ਜੀ ਇਹਦੇ 'ਚ ਤਾਂ ਡੈਡ ਹੈ ਸੋਇਲ, ਇਹ ਤਾਂ ਮਾਈਕਰੋਬੀਅਲ ਐਕਟੀਵਿਟੀਜ਼ ਹੈ ਨਹੀਂ, ਇਹ ਤਾਂ ਮਿੱਟੀ ਵੀ ਡੈਡ ਹੈ, ਪਾਣੀ ਤੇਰਾ ਪੀਣ ਯੋਗ ਨਹੀਂ, ਕਿੱਥੋਂ ਲੜ ਲੇਗਾ ਤੂੰ? ਮੈਂ ਕਿਹਾ ਡਾਕਟਰ ਸਾਹਿਬ, ਆਪਾਂ ਤਾਂ ਮੈਦਾਨ ਨਹੀਂ ਛੱਡਦੇ, ਤੇ ਕੋਈ ਗੱਲ ਨਹੀਂ, ਜਿੱਥੇ ਮੈਂ 2 ਸਾਲਾਂ 'ਚ ਖੜਾ ਹੋਣਾ ਮੈਂ 5 'ਚ ਹੋ ਜਾਊਂਗਾ, 7 'ਚ ਹੋ ਜਾਊਂਗਾ, ਟਾਈਮ ਵੱਧ ਲੱਗ ਜਾਊਗਾ, ਤੇ ਪਰ ਕਰਨਾ ਤਾਂ ਹੈ, ਛੱਡਣਾ ਤਾਂ ਹੈ ਨਹੀਂ। ਤੇ ਕਹਿੰਦੇ ਭਾਈ ਦੇਖ ਲੈ, ਤੇ ਪੈਰ ਨਹੀਂ ਲੱਗਣੇ ਤੇਰੇ, ਬਹੁਤ ਔਖਾ ਕੰਮ ਹੈ। ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ। ਤੇ ਅਸੀਂ ਇੱਥੇ ਕੰਮ ਸ਼ੁਰੂ ਕੀਤਾ। ਤਾਂ ਇਸ ਰੁੱਖਾਂ ਦੇ ਨਾਲ ਇਹ ਸਾਰਾ ਜ਼ਹਿਰ ਪਾਉਣ ਬੰਦ ਹੋਣ ਦੇ ਨਾਲ ਅੱਜ ਜਿਹੜਾ ਹੈਗਾ ਸਾਰਾ ਕੁਝ, ਪਾਣੀ ਵੀ ਸਭ ਠੀਕ ਹੋ ਗਿਆ। ਪਾਣੀ ਵੀ ਸਾਰਾ ਜਿਹੜਾ ਪਾਣੀ ਇੱਥੇ ਹੁਣ ਪੀਂਦੇ ਆ, ਸਾਰਾ ਇੱਥੋਂ ਦਾ ਹੀ ਪਾਣੀ ਹੈਗਾ, ਪੂਰਾ ਮਿੱਠਾ ਪਾਣੀ ਹੈਗਾ। ਤੇ ਪਾਣੀ ਦਾ ਲੈਵਲ ਵੀ ਅਪ ਹੋਇਆ। ਉਹ ਤਾਂ ਸਾਡੇ ਵੈਸੇ ਪਹਿਲਾਂ ਇੰਨਾ ਜ਼ਿਆਦਾ ਡਾਊਨ ਹੈ ਨਹੀਂ ਸੀਗਾ, ਲੈਵਲ ਵੀ ਸਾਡੇ 35-40 ਫੁੱਟ 'ਤੇ ਪਾਣੀ ਹੈਗਾ, ਤੇ ਪਾਣੀ ਦੀ ਕੁਆਲਿਟੀ ਵੀ ਬਹੁਤ ਵਧੀਆ ਹੋਈ ਹੈ। ਸੋ ਇੱਥੇ ਅਸੀਂ ਨੈਚੁਰਲ ਰਿਸੋਰਸਿਸ ਨੂੰ, ਮੈਨੂੰ ਇਸ ਇੱਕ ਗੱਲ ਦਾ ਮਾਣ ਹੈ ਕਿ ਮੈਂ ਆਪਣੇ ਖੇਤ ਦੇ ਵਿੱਚ, ਇਸ 20 ਏਕੜ ਦੇ ਵਿੱਚ, ਕਿਸੇ ਵੀ ਤਰ੍ਹਾਂ ਕੁਦਰਤੀ ਸਰੋਤਾਂ ਦਾ ਨੁਕਸਾਨ ਨਹੀਂ ਕਰਦੇ ਸੀ, ਕਿਸੇ ਵੀ ਤਰ੍ਹਾਂ, ਨਿੱਕੀ ਨਿੱਕੀ ਚੀਜ਼ ਦੇ ਉੱਤੇ ਵੀ। ਇੱਥੇ ਜਿਹੜੀ ਤੁਸੀਂ ਟੋਇਲਟ ਦੇਖਦੇ ਹੋ, ਉਸ ਟੋਇਲਟ ਦੇ ਵਿੱਚ ਅਸੀਂ ਜਿਹੜਾ ਹਿਊਮਨ ਵੇਸਟ ਹੈ, ਉਹਦੇ ਪਹਿਲਾਂ ਗੋਬਰ ਗੈਸ ਦੇ ਵਿੱਚ ਨਾਲ ਜੋੜ ਕੇ ਉਹਦੀ ਗੈਸ ਕੱਢ ਲਈ। ਗੈਸ ਕੱਢਣ ਤੋਂ ਬਾਅਦ ਉਹਨੂੰ ਜਿਹੜਾ ਹੈਗਾ, ਜਿਹੜੀ ਉਹ ਨਿਕਲਿਆ ਸੈਲਰੀ ਉਹਦੀ, ਉਹਨੂੰ ਵਾਪਸ ਫਿਰ ਖੇਤ ਦੇ ਵਿੱਚ ਪਾਤਾ। ਤਾਂ ਇੱਥੇ ਜਿਹੜਾ ਕੋਈ ਆ ਕੇ ਲੋਕ ਮੇਰੇ ਕੋਲ ਵਿਜ਼ਿਟ ਕਰਦੇ ਆ, ਉਹ ਪਿਸ਼ਾਬ ਵੀ ਕਰੂਗਾ ਨਾ, ਉਹ ਯੂਰਿਨ ਨੂੰ ਵੀ ਅਸੀਂ ਉਹਨੂੰ ਰੀਸਾਈਕਲ ਕੀਤਾ। ਹਰ ਚੀਜ਼ ਨੂੰ ਇੱਥੇ ਰੀਸਾਈਕਲ ਕੀਤਾ। ਕਿਸੇ ਵੀ ਤਰ੍ਹਾਂ ਦਾ ਅਸੀਂ ਕੁਦਰਤੀ ਸਰੋਤ ਦਾ ਨੁਕਸਾਨ ਨਹੀਂ ਕੀਤਾ। ਤੁਸੀਂ ਜਿੰਨਾ ਵੀ ਇਹ ਸਾਰਾ ਕੁਝ ਕਰਿਆ ਹੈਗਾ, ਕੀ ਤੁਹਾਨੂੰ ਉਹਦਾ ਰਿਟਰਨ ਉਨਾ ਮਿਲਿਆ ਜਿੰਨਾ ਤੁਸੀਂ ਪਹਿਲਾਂ ਤੁਸੀਂ ਆਪਣੀ ਆਮਦਨੀ ਛੱਡ ਕੇ ਆਏ ਸੀ, ਜਾਂ ਜਿੰਨਾ ਤੁਹਾਡਾ ਖੇਤ 'ਚੋਂ ਤੁਹਾਨੂੰ ਆਮਦਨੀ ਹੋਣੀ ਚਾਹੀਦੀ? ਕਿਉਂਕਿ ਤੁਹਾਡੀਆਂ 2 ਆਮਦਨੀਆਂ ਸੀਗੀਆਂ, ਨੰਬਰ 1 ਖੇਤ, ਨੰਬਰ 2 ਤੁਹਾਡੀ ਜਿਹੜੀ ਆ ਉਹ ਜਿਹੜੀ ਵਕਾਲਤ ਦੀ ਪ੍ਰੈਕਟਿਸ। ਯਾਨੀ 2 ਆਮਦਨੀਆਂ ਦੇ ਜਿੰਨਾ ਤੁਹਾਨੂੰ ਕੀ ਇੱਥੋਂ ਉਹਨਾਂ ਪ੍ਰੋਫਿਟ ਹੋ ਰਿਹਾ, ਜਾਂ ਫਿਰ ਤੁਸੀਂ ਸਿਹਤ ਨੂੰ ਸਭ ਤੋਂ ਉੱਪਰ ਮੰਨਦੇ ਹੋ? ਦੇਖੋ ਜੀ, ਪਹਿਲਾਂ ਤਾਂ ਮੈਂ ਬਹੁਤ ਲਾਸ ਉਠਾਏ ਆ ਸਟਾਰਟਿੰਗ ਦੇ ਵਿੱਚ। ਮੈਂ ਜੇ ਗੱਲ ਕਰਾਂ ਪਹਿਲੇ 5 ਸਾਲ ਕੁਛ ਨਹੀਂ ਹੋਇਆ। ਜੇ ਮੈਂ ਵਕਾਲਤ ਸੋਚਾਂ ਤਾਂ ਕਰੋੜ ਰੁਪਏ ਦਾ ਮੇਰਾ ਵਕਾਲਤ ਦਾ ਨੁਕਸਾਨ ਹੋ ਗਿਆ ਨਾ, ਖੇਤ ਦੇ ਵਿੱਚੋਂ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੋਣਾ। ਪਰ ਹੁਣ ਜਿਹੜਾ ਹੈਗਾ, ਮੈਂ ਕੈਮੀਕਲ ਖੇਤੀ ਨਾਲੋਂ ਘੱਟ ਨਹੀਂ ਹੈਗਾ, ਤੇ ਕੈਮੀਕਲ ਖੇਤੀ ਦੇ ਬਰਾਬਰ ਮੈਂ ਹੈਗਾ, ਤੇ 19-21 ਹੈਗਾ, ਤੇ ਹੁਣ ਪਿੱਛੇ ਨਹੀਂ ਹੈਗਾ। ਤਾਂ ਇਨਫਰਾਸਟ੍ਰਕਚਰ ਸਾਰਾ ਖੜਾ ਕਰਨ ਦੇ ਉੱਤੇ ਸਮਾਂ ਲੱਗਣਾ ਸੀਗਾ। ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਤੁਹਾਡੀ ਸੈਟਿਸਫੈਕਸ਼ਨ, ਤੁਹਾਨੂੰ ਸਮਾਜ ਕਿਸ ਨਜ਼ਰਾਂ ਨਾਲ ਦੇਖਦਾ ਹੈ। ਅੱਜ ਇੱਥੋਂ ਨਿਕਲਦਾ ਹੈਗਾ ਤਾਂ ਚੰਡੀਗੜ੍ਹ ਤੱਕ ਵੀ ਜਾਊਂਗਾ, ਰਸਤੇ ਦੇ ਵਿੱਚ ਜਿੱਥੇ ਵੀ ਖੜੂੰਗਾ ਉੱਥੇ ਲੋਕ ਮਿਲਦੇ ਆ, ਯਾਰ ਤੁਹਾਡੀ ਵੀਡੀਓ ਦੇਖੀ ਸੀ, ਤੁਹਾਡੇ ਨਾਲ ਫੋਟੋ ਖਿਚਾਉਣੀ ਹੈ। ਤਾਂ ਇਹ ਤੁਹਾਡੀ ਜਾਇਦਾਦ ਹੈ, ਇਹ ਬਹੁਤ ਵੱਡੀ ਜਾਇਦਾਦ ਹੈ ਕਿ ਤੁਹਾਨੂੰ ਲੋਕ ਇੱਜ਼ਤ ਮਾਨ ਨਾਲ ਦੇਖਦੇ ਹੈਗੇ ਆ, ਤੁਹਾਨੂੰ ਇਹ ਰਿਸਪੈਕਟ ਮਿਲਦੀ ਹੈ। ਤਾਂ ਇਹੀ ਸਭ ਲਈ ਵੱਡੀ ਜਾਇਦਾਦ ਹੈਗੀ ਹੈ। ਅੱਛਾ, ਇੱਕ ਚੀਜ਼ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਜਾਂਦੇ ਜਾਂਦੇ ਮੈਂ ਕਹਿੰਦਾ ਵੀ ਉਹ ਸਾਰੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਵੀ ਹੋਏਗੀ। ਤੁਸੀਂ ਇੱਕ 20 ਏਕੜ ਜ਼ਮੀਨ ਤੁਹਾਡੇ ਕੋਲ ਹੈਗੀ ਸੀ, ਤੁਹਾਡੇ ਕੋਲ ਇੱਕ ਬੈਕਅਪ ਦੇ ਉੱਤੇ ਮਨੀ ਵੀ ਸੀ, ਕਿਉਂਕਿ 2.25 ਲੱਖ ਰੁਪਏ ਦੀ ਤੁਸੀਂ ਜਿਹੜੀ ਉਹ ਆਮਦਨੀ ਤੁਹਾਡੀ ਚੱਲੀ ਆ ਰਹੀ ਸੀ ਕਾਫੀ ਸਮੇਂ ਦੇ ਉੱਤੋਂ, ਉਹਦਾ ਤੁਹਾਡੇ ਕੋਲ ਬੈਕਅਪ ਵੀ ਹੋਣਾ, ਤੁਹਾਡੇ ਕੋਲ ਜ਼ਮੀਨ ਦਾ ਵੀ ਕੁਛ ਨਾ ਕੁਛ ਬੈਕਅਪ ਤੁਹਾਡੇ ਕੋਲ ਆਇਆ ਹੋਇਆ ਹੋਣਾ। ਲੇਕਿਨ ਨਵੇਂ ਜਿਹੜੇ ਕਿਸਾਨ ਆ ਰਹੇ ਨੇ, ਤੁਸੀਂ 20 ਏਕੜ ਪੂਰੀ ਦੀ ਪੂਰੀ ਜ਼ਮੀਨ ਜਿਹੜੀ ਆ ਉਹ ਆਰਗੈਨਿਕ ਖੇਤੀ ਦੇ ਹੇਠ ਲਿਆਂਦੀ। ਨਵੇਂ ਕਿਸਾਨ ਜੇ ਮੰਨ ਲਓ ਕਿਸੇ ਕੋਲ 5 ਏਕੜ ਜ਼ਮੀਨ ਹੈ, ਉਹਦੇ ਕੋਲ ਤਾਂ ਬੈਕਅਪ ਮਨੀ ਵੀ ਨਹੀਂ ਹੈਗੀ, ਉਹਨੇ ਜੇ ਆਉਣਾ ਹੁੰਦਾ ਤਾਂ ਤੁਸੀਂ ਉਹਨੂੰ ਕਿਵੇਂ ਲੈ ਕੇ ਆਉਂਦੇ? ਮਤਲਬ ਕੀ ਕਹਿੰਦੇ ਹੋ ਵੀ ਪੰਜੇ ਲਿਆ ਏਕੜ ਜ਼ਮੀਨ ਜਿਹੜੀ ਆ ਉਹ ਆਰਗੈਨਿਕ ਖੇਤੀ ਦੇ ਹੇਠਾਂ ਲਿਆ, ਜਾਂ ਫਿਰ ਉਹਦੇ ਕੁਛ ਹੋਰ ਕਿੱਦਾਂ ਦੀ ਸਲਾਹ ਦਿੰਦੇ ਹੋ? ਹਾਂ, ਜਿਹੜੀ ਅਸੀਂ ਇਹ ਟ੍ਰੇਨਿੰਗ ਸ਼ੁਰੂ ਕੀਤੀ ਹੈਗੀ, ਇਸੇ ਟ੍ਰੇਨਿੰਗ ਦੇ ਵਿੱਚ ਹੀ ਇਹੀ ਗੱਲਾਂ ਅਸੀਂ ਡਿਟੇਲ ਦੇ ਵਿੱਚ ਕਰਦੇ ਹਾਂ ਕਿ ਜੇ ਹੁਣ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਮੈਂ ਜੇ ਕਿਸੇ ਨੂੰ ਇਹ ਗੱਲ ਕਹਾਂ ਕਿ 5 ਸਾਲ ਤੈਨੂੰ ਨੁਕਸਾਨ ਉਠਾਉਣਾ ਪਊਗਾ ਤਾਂ ਕੋਈ ਵੀ ਕੁਦਰਤੀ ਖੇਤੀ ਨਹੀਂ ਸ਼ੁਰੂ ਕਰੂਗਾ। ਤਾਂ ਹੁਣ ਮੈਂ ਇਹ ਗਲਤੀਆਂ ਕੀਤੀਆਂ
ਮੈਨੂੰ 5 ਸਾਲ ਲਾਸ ਉਠਾਉਣੇ ਪਏ, ਸਮਝ ਨਹੀਂ ਸੀ ਖੇਤੀ ਦੀ। ਸਮਝ ਬਣਨ ਦੇ ਉੱਤੇ ਹੀ ਮੈਨੂੰ ਇੱਕ, ਤੁਸੀਂ ਖੇਤ ਦੇ ਵਿੱਚ ਐਂਟਰ ਕਰੋਗੇ ਤਾਂ ਇੱਕ ਸਲੋਗਨ ਲਿਖਿਆ ਹੋਇਆ ਹੈ, ਸੋਹਣਗੜ੍ਹ ਨੈਚੁਰਲ ਫਾਰਮ, ਜਿੱਥੇ ਵਨਸਪਤੀ ਜੀਵਾਂ ਦਾ ਪੋਸ਼ਣ ਕਰੇ ਅਤੇ ਜੀਵ ਵਨਸਪਤੀ ਦਾ ਪੋਸ਼ਣ ਕਰਨ। ਇਹ 2 ਲਾਈਨ ਦਾ ਇੱਕ ਫਾਰਮੂਲਾ ਹੈ। ਇਸ ਫਾਰਮੂਲੇ ਨੂੰ ਸਮਝਣ ਤੇ 6-7 ਸਾਲ ਲੱਗ ਗਏ। ਤੇ ਜਿਹੜਾ ਹੁਣ ਮੇਰੇ ਕੋਲੇ ਇੱਥੇ ਟ੍ਰੇਨਿੰਗ ਲੈਣ ਵਾਸਤੇ ਕਿਸਾਨ ਆਏ ਹੋਏ ਹੈ, ਉਹਨਾਂ ਨੂੰ ਮੈਂ ਉਹ ਕਹਿਣਾ, ਭਾਈ ਸਟਾਰਟਿੰਗ ਹੀ ਇਸ ਫਾਰਮੂਲੇ ਦੀ ਹੈ, ਇਹ ਫਾਰਮੂਲਾ ਸਮਝ ਲਓ। ਤੇ ਇਸ ਫਾਰਮੂਲੇ ਨੂੰ ਸਮਝ ਕੇ ਤੁਸੀਂ ਰੁੱਖਾਂ ਤੇ ਕੰਮ ਕਰਨਾ ਹੈ, ਤੁਸੀਂ ਜੀਵ ਜਗਤ ਤੇ ਕੰਮ ਕਰਨਾ ਹੈ, ਤੁਸੀਂ ਖੇਤੀ ਨੂੰ ਆਰਗੈਨਿਕ ਕਰਨ ਵਾਲੇ ਪਾਸੇ ਧਿਆਨ ਨਹੀਂ ਦੇਣਾ। ਤੁਹਾਡੇ ਕੋਲੇ ਜਿੰਨਾ ਚਿਰ ਕੰਪੋਸਟ ਦੇ ਜੀਵ ਜਗਤ ਤਕੜਾ ਨਹੀਂ ਹੁੰਦਾ, ਉਹਨਾਂ ਚਿਰ ਤੁਹਾਡੀ ਵਨਸਪਤੀ ਤਕੜੀ ਨਹੀਂ ਹੋਣੀ। ਜਿੰਨਾ ਚਿਰ ਤੁਹਾਡੇ ਖੇਤ 'ਚ ਰੁੱਖ ਨਹੀਂ ਹੈਗੇ, ਉਹਨਾਂ ਚਿਰ ਤੁਹਾਡੇ ਕੋਲੇ ਉੱਡਣ ਵਾਲੇ ਜੀਵ ਨਹੀਂ ਆਉਣੇ। ਰੁੱਖਾਂ ਤੇ ਕੰਮ ਕਰੋ, ਰੁੱਖਾਂ ਨੇ ਖੜੇ ਹੋਣ ਤੇ 2-3 ਸਾਲ ਲੱਗਣੇ ਆ। ਰੁੱਖ ਖੜੇ ਕਰ ਲਓ, ਜੀਵ ਜਗਤ ਤਕੜਾ ਕਰ ਲਓ, ਉਦੋਂ ਬਾਅਦ ਤੁਸੀਂ ਕਿੱਲਾ ਅੱਧਾ ਕਿੱਲਾ ਕਰਕੇ ਉਹਨੂੰ ਸ਼ਿਫਟ ਕਰਦੇ ਜਾਣਾ। ਤੇ ਹੁਣ ਜਿਹੜੇ ਤਰੀਕੇ ਹੈਗੇ ਸ਼ਿਫਟ ਕਰਨ ਦੇ, ਉਹਦੇ ਵਿੱਚ ਤੁਹਾਨੂੰ ਨੁਕਸਾਨ ਨਹੀਂ ਹੋਊਗਾ, ਤਾਂ ਉਹਦੇ ਵਿੱਚ ਤੁਹਾਡੀ ਯੀਲਡ ਇੰਨੀ ਇਫੈਕਟ ਨਹੀਂ ਹੋਊਗੀ। ਪਰ ਤੁਸੀਂ ਉਹਨਾਂ ਨੂੰ ਕਿੰਨੇ ਖੇਤ ਕਹਿੰਦੇ ਹੋ ਵੀ ਜੇ 5 ਏਕੜ ਉਹਦੇ ਕੋਲ ਹੈਗੇ ਖੇਤ ਹੈਗੇ ਨੇ, ਤਾਂ ਉਹਨੂੰ ਕਿੰਨੇ ਕਹਿੰਦੇ ਵੀ ਸਾਰੀ ਲਿਆ ਉਹਦੇ 5 ਏਕੜ ਦੇ ਵਿੱਚ, ਜਾਂ ਇੱਕ ਕਰਕੇ ਲਿਆ, ਜਾਂ 2 ਪਹਿਲਾਂ ਲਿਆ ਜਾਂ 2 ਬਾਅਦ ਚ ਲਿਆ, ਜਾਂ ਫਿਰ ਅੱਧਾ ਕਿੱਲਾ ਮਾੜਾ ਜਿਹਾ ਬੀਜ ਕੇ ਦੇਖ ਲਾ, ਕੀ ਕਹਿੰਦੇ ਉਹਨੂੰ? ਨਹੀਂ, ਉਹਦਾ ਨਾ ਸਾਡਾ ਇੱਕ ਪਲਾਂਟੇਸ਼ਨ ਦਾ ਮਾਡਲ ਹੈ। ਉਸ ਪਲਾਂਟੇਸ਼ਨ ਦੇ ਮਾਡਲ ਦੇ ਵਿੱਚ ਅਸੀਂ ਈਸਟ ਤੋਂ ਮੰਨ ਲਓ ਇੱਕ 4 ਏਕੜ ਦਾ ਖੇਤ ਹੈ ਇੱਕ ਕਿਸਾਨ ਕੋਲੇ, ਉਹਨੇ ਆਪਣੇ ਖੇਤ ਦੇ ਵਿੱਚ ਈਸਟ ਤੋਂ ਵੈਸਟ ਨੂੰ ਚੱਲਣਾ, ਤਾਂ ਆਫਟਰ ਈਚ 100 ਫੀਟ ਇੱਕ ਸਟ੍ਰਿਪ ਕੱਢ ਦੇਣੀ ਹੈ 10 ਫੁੱਟ ਚੌੜੀ ਖੇਤ ਦੇ ਵਿੱਚ। ਜਿੰਨੀਆਂ ਵੀ ਸਟ੍ਰਿਪਾਂ ਨਿਕਲਦੀਆਂ, 2 ਨਿਕਲਦੀਆਂ, 3 ਨਿਕਲਦੀਆਂ, ਉਹਨਾਂ ਸਟ੍ਰਿਪਾਂ ਨੂੰ ਉਹਨੇ ਉਹਦੇ ਵਿੱਚ ਰੁੱਖ ਲਾਉਣੇ ਆ ਤੇ ਉਸ ਰਕਬੇ ਨੂੰ ਆਰਗੈਨਿਕ ਥੱਲੇ ਕਨਵਰਟ ਕਰ ਲੈਣਾ। ਉਹ ਅਪਰੋਕਸੀਮੇਟਲੀ ਜੇ 4 ਏਕੜ ਵਾਲਾ ਥਾਂ ਹੈਗਾ ਤਾਂ 2 ਕਨਾਲਾਂ ਬਣੂਗਾ, ਉਹਦੀ ਹਿਸਾਬ ਦੇ ਨਾਲ ਕਿ ਕਿਸ ਲੋਟ ਨੂੰ ਉਹਦੀ ਜ਼ਮੀਨ ਵੱਧਦੀ ਘਟਦੀ ਹੈ, 2 ਕਨਾਲਾਂ ਜਾਂ 1 ਕਨਾਲ ਇੰਨਾ ਕੁ ਥਾਂ ਨਿਕਲੂਗਾ। ਉਸ ਰਕਬੇ ਦੇ ਉੱਤੇ ਉਹਨੂੰ ਉਸੇ ਨੂੰ ਸ਼ਿਫਟ ਕਰਨਾ ਆਰਗੈਨਿਕ ਥੱਲੇ, ਉਹਦੇ ਵਿੱਚ ਰੁੱਖ ਲਾਉਣੇ ਆ। ਰੁੱਖ ਉਹਦੇ ਵੱਡੇ ਹੋ ਜਾਣੇ ਆ, ਨਾਲ ਉਹਨੇ 10 ਮੁਰਗੀਆਂ ਰੱਖ ਲੈਣੀਆਂ ਹੈਗੀਆਂ, 1 ਮੱਝ ਰੱਖ ਲੈਣੀ ਆ ਪਰ ਏਕੜ ਦੇ ਹਿਸਾਬ ਨਾਲ, 1 ਬੱਕਰੀ ਰੱਖ ਲੈਣੀ ਹੈਗੀ ਆ, ਜੀਵ ਜਗਤ ਰੱਖਣਾ। ਇਸ ਜੀਵ ਜਗਤ ਨੂੰ ਇਹਨਾਂ ਨੇ ਬੱਚੇ ਦੇਣੇ ਆ, ਵਧਣਾ, ਮੁਰਗੀਆਂ ਵਧਾ ਲੈਣੀਆਂ ਉਹਨੇ 2 ਸਾਲਾਂ ਦੇ ਵਿੱਚ ਰੁੱਖ ਤਕੜੇ ਕਰ ਲੈਣੇ ਆ, ਮੁਰਗੀਆਂ ਜੀਵ ਜਗਤ ਤਕੜਾ ਕਰ ਲੈਣਾ। ਜਦੋਂ ਇਹ ਤਕੜਾ ਹੋ ਗਿਆ, ਇੰਨੇ ਚਿਰ ਨੂੰ ਉਹਨੇ ਜਿਹੜਾ ਇੱਕ ਅੱਧਾ ਕਿੱਲਾ ਜਾਂ ਕਿੱਲਾ ਉਹ ਆਰਗੈਨਿਕ ਥੱਲੇ ਸ਼ਿਫਟ ਕਰ ਦੇਣਾ। ਹੁਣ ਉਹਦੀ ਜਿੰਨੀ ਯੀਲਡ ਘਟੂਗੀ, ਉਹਦੇ ਨਾਲ ਉਹਦੀ ਕੋਲੇ, ਕਿਉਂਕਿ ਕੰਪੋਸਟ ਹੁਣ ਖਾਦ ਬਹੁਤ ਹੋ ਗਈ ਉਹਦੇ ਕੋਲੇ ਇੰਨੇ ਜੀਵਾਂ ਦਾ ਮਲ ਮੂਤਰ ਹੈ, ਉਹ ਸਾਰੀ ਉਹਦੇ 'ਚ ਹੀ ਪਾ ਦੇਣੀ ਅੱਧੇ ਕਿੱਲੇ 'ਚ, ਉਹਦੇ 'ਚ ਪਾ ਕੇ ਉਹਨੂੰ ਤਕੜਾ ਕਰ ਲੈਣਾ। ਫਿਰ ਵੀ ਉਹਦੀ ਯੀਲਡ ਘਟੂਗੀ। ਜੇ ਉਹਦੀ ਕਣਕ ਝੜਦੀ ਹੈਗੀ ਆ 50 ਮਣ, ਤਾਂ ਉਹਦੀ ਕਣਕ ਜੇ 30 ਮਣ ਝੜਦੀ ਹੈ, 20 ਮਣ ਘਟ ਗਈ। ਉਸ 20 ਮਣ ਦੀ ਜਿਹੜੀ ਰੈਵਨਿਊ ਹੈਗਾ, ਉਹ ਉਹਨੂੰ ਆ ਜਾਣਾ ਹੈਗਾ ਮਿਲਕਿੰਗ ਐਨੀਮਲਸ ਤੋਂ, ਉਹਨੂੰ ਫਰੂਟ ਪਲਾਂਟਸ ਤੋਂ ਆ ਜਾਣਾ, ਤੇ ਰੁੱਖਾਂ ਤੋਂ ਆ ਜਾਣੀ ਹੈ ਉਹਦੀ ਜਿਹੜੀ ਹੈਗੀ ਆ ਉਨੀ ਮਦਦ ਨਾਲੋਂ। ਹਾਂ, ਹੁਣ ਉਹਦੀ ਮਦਦ ਉਹਨੂੰ ਉੱਥੋਂ ਆ ਜਾਣੀ ਹੈ। ਹੁਣ ਮੇਰੇ ਵਾਂਗੂ ਜੇ ਬੰਦਾ ਗਲਤੀ ਕਰੂਗਾ ਕਿ 20 ਦਾ 20 ਏਕੜ ਖੇਤ ਕਨਵਰਟ ਕਰ ਦੂਗਾ, ਤੇ ਰੁੱਖ ਉਦਣ ਰੁੱਖ ਲਾਏ ਆ, ਹੁਣ ਰੁੱਖਾਂ ਨੇ ਪ੍ਰੋਡਕਸ਼ਨ 3-4 ਸਾਲਾਂ ਬਾਅਦ ਦੇਣੀ ਹੈ। ਠੀਕ ਹੈ, ਮੇਰੇ ਜੀਵਾਂ ਨੇ, ਹੁਣ ਮੈਂ ਇਕੱਠੀਆਂ ਜੇ ਮੈਂ ਕਹਾਂਗੇ ਮੈਂ ਦੁਧਾਰੂ ਪਸ਼ੂ ਲੈ ਲੂੰਗਾ, ਮੈਂ 10 ਪਸ਼ੂ ਲੈ ਲੂੰਗਾ, ਕਿੱਡੀ ਵੱਡੀ ਇਨਵੈਸਟਮੈਂਟ ਹੈ। ਤਾਂ ਤੁਸੀਂ ਜੀਵਾਂ ਤੇ ਕੰਮ ਪਹਿਲਾਂ ਕਰਨਾ, ਰੁੱਖਾਂ ਤੇ ਕੰਮ ਪਹਿਲਾਂ ਕਰਨਾ, ਖੇਤ ਨੂੰ ਕਨਵਰਟ ਬਾਅਦ 'ਚ ਕਰਨਾ 2-3 ਸਾਲ। ਤਾਂ ਹੁਣ ਇਹਦਾ ਪ੍ਰੋਪਰ ਤਰੀਕਾ ਹੈਗਾ। ਹੁਣ ਕੋਈ ਨਵਾਂ ਕਿਸਾਨ ਸ਼ੁਰੂ ਕਰਦਾ, ਉਹਨੂੰ ਘਾਟਾ ਨਹੀਂ ਪੈਣ ਦਿਆਂਗੇ। ਅੱਛਾ, ਤੁਸੀਂ ਕੀ ਇਹ ਚੈੱਕ ਵੀ ਕਰਦੇ ਹੋ ਕਿਸੇ ਦੀ ਖੇਤ ਦੇ ਵਿੱਚ? ਹੁਣ ਮੰਨ ਲਓ ਇੱਕ ਬੰਦਾ ਘੱਟੋ ਘੱਟ ਪਿਛਲੇ 20-30 ਸਾਲ ਤੋਂ ਖੇਤ 'ਚ ਜ਼ਹਿਰ ਪਾ ਰਿਹਾ, ਜਿਵੇਂ ਤੁਹਾਡੇ ਡਾਕਟਰ ਪਹਿਲਾਂ ਨੇ ਚੱਕ ਕੇ ਮਿੱਟੀ ਸੁੰਘ ਕੇ ਦੱਸਤਾ ਵੀ ਇਹ ਤਾਂ ਕੁਝ ਵੀ ਨਹੀਂ ਹੈਗਾ, ਕਿ ਤੁਸੀਂ ਵੀ ਜਾ ਕੇ ਹੁਣ ਉਹ ਬੰਦੇ ਦੇ ਖੇਤ ਜਾਂਦੇ ਹੋ, ਉਹਦਾ ਖੇਤ ਚੈੱਕ ਕਰਦੇ ਹੋ ਵੀ ਤੂੰ ਆਰਗੈਨਿਕ ਸ਼ਿਫਟ ਕਰਨਾ ਤੇ ਤੈਨੂੰ ਕੀ ਰਿਕੁਆਇਰਡ ਹੈਗਾ? ਹਾਂ ਬਿਲਕੁਲ, ਮੈਂ ਖੇਤ ਡਿਜ਼ਾਈਨਿੰਗ ਦਾ ਵੀ ਕੰਮ ਕਰਦਾ ਹੈਗਾ। ਮੇਰੇ ਕਾਫੀ ਫਾਰਮ ਡਿਜ਼ਾਈਨ ਕੀਤੇ ਹੋਏ ਆ। ਮੋਗੇ ਦੇ ਕੋਲੇ ਲੋਹਾਰਾ ਫਾਰਮ ਮੇਰਾ ਡਿਜ਼ਾਈਨ ਕੀਤਾ ਹੋਇਆ। ਪੰਜਾਬ ਦੇ ਵਿੱਚ ਕਾਫੀ ਫਾਰਮ ਮੇਰੇ ਡਿਜ਼ਾਈਨ ਕੀਤੇ ਹੋਏ ਆ। ਰੁੱਖਾਂ ਦੀ ਡਿਜ਼ਾਈਨਿੰਗ ਦਾ ਕੰਮ ਹੈਗਾ। ਜਿਸ ਤਰ੍ਹਾਂ ਅਸੀਂ ਲੈਂਡਸਕੇਪਿੰਗ ਕਰਾਉਂਦੇ ਹਾਂ, ਉਵੇਂ ਰੁੱਖਾਂ ਨੂੰ ਵੀ, ਖੇਤਾਂ ਨੂੰ ਵੀ ਡਿਜ਼ਾਈਨ ਕੀਤਾ ਜਾਂਦਾ। ਤਾਂ ਉਹਦੇ ਵਿੱਚ ਉਹਨੂੰ ਖੇਤ ਦੇਖਣ ਤੋਂ ਬਾਅਦ ਉਹਨਾਂ ਨੂੰ ਮੈਂ ਸੁਜੈਸਟ ਕਰਦਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਇੰਟੈਗਰੇਟਿਡ ਮਾਡਲ ਦੀ ਸਿਰਜਣਾ ਕਰਨੀ ਹੈ। ਕੁਛ ਇਹ ਨਹੀਂ ਹੈਗਾ ਕੋਈ ਬੰਦਾ ਕਹੇ ਕਿ ਮੈਂ ਸਬਜ਼ੀਆਂ ਦੀ ਖੇਤੀ ਕਰਨੀ ਹੈ, ਇਹ ਭਾਈ ਨਹੀਂ ਹੋਣੀ ਕੁਦਰਤੀ ਖੇਤੀ 'ਚ, ਨਾ ਪੰਗੇ ਲੈ। ਜਾਂ ਕਹੇ ਕਿ ਮੈਂ ਇਕੱਲੇ ਫਰੂਟ 'ਤੇ ਕੰਮ ਕਰਨਾ, ਨਹੀਂ ਹੋਣਾ। ਇਹ ਤਾਂ ਇੰਟੈਗਰੇਟਿਡ ਮਾਡਲ ਹੈ। ਸਾਰਾ ਕੁਛ ਇਕੱਠਾ, ਜੰਗਲ ਦੀ ਕੁਦਰਤੀ ਖੇਤੀ ਕੀ ਹੈ? ਕੁਦਰਤ ਦੀ ਨਕਲ। ਕੁਦਰਤ ਕਿੱਥੇ ਹੈ? ਜੰਗਲ 'ਚ। ਜੋ ਜੰਗਲ 'ਚ ਹੈ ਸਭ ਕੁਛ ਸਿਰਜਣਾ ਹੈ, ਉਹਨੂੰ ਵਿਵਸਥਿਤ ਕਰਨਾ ਹੈ। ਥੋੜ੍ਹਾ ਜਿਹਾ ਬਿਲਕੁਲ ਉਵੇਂ ਨਹੀਂ ਹੋ ਸਕਦਾ, ਅਸੀਂ ਵਾਈਲਡ ਨਹੀਂ ਬਣਾ ਸਕਦੇ ਖੇਤ ਨੂੰ, ਉਵੇਂ ਜੰਗਲ। ਉਹਨੂੰ ਥੋੜ੍ਹਾ ਜਿਹਾ ਜਿੰਨਾ ਹੋ ਸਕਦਾ, ਸਾਡੀ ਟੈਂਡੈਂਸੀ ਕੀ ਹੈ? ਐਜ਼ ਨੀਅਰੈਸਟ ਟੂ ਨੇਚਰ, ਜਿੰਨਾ ਹੋ ਸਕਦਾ ਅਸੀਂ ਉਧਰ ਨੂੰ ਜਾਈਏ। ਹੇਅਰ ਸਾਹਿਬ, ਤੁਸੀਂ ਬਹੁਤ ਵਧੀਆ ਕੰਮ ਕੀਤਾ, ਮੈਂ ਤੁਹਾਨੂੰ ਇਸ ਚੀਜ਼ ਦੀ ਮੁਬਾਰਕਬਾਦ ਦਿੰਦਾ। ਔਰ ਜੋ ਅੱਜ ਮੈਂ ਸਵੇਰ ਦਾ ਇੱਥੇ ਦੇਖਿਆ ਹੈਗਾ, ਮੇਰਾ ਜਾਣ ਨੂੰ ਦਿਲ ਨਹੀਂ ਕਰ ਰਿਹਾ। ਤੇ ਬਹੁਤ ਵਧੀਆ ਕੰਮ ਕੀਤਾ। ਲੇਕਿਨ ਹੁਣ ਤੁਸੀਂ ਆਪ ਇੱਕ ਅਜਿਹੀ ਸਥਾਨ 'ਤੇ ਪਹੁੰਚ ਚੁੱਕੇ ਹੋ, ਤੁਹਾਨੂੰ ਮੈਂਟਲ ਸੈਟਿਸਫੈਕਸ਼ਨ ਵੀ ਹੈਗੀ ਹੈ, ਤੁਹਾਨੂੰ ਫਾਈਨੈਂਸ਼ੀਅਲੀ ਸੈਟਿਸਫੈਕਸ਼ਨ ਵੀ ਹੈਗੀ ਹੈ, ਅਤੇ ਤੁਹਾਨੂੰ ਹਰ ਚੀਜ਼ ਦੇ ਪੱਖੋਂ ਜਿਹੜਾ ਤੁਹਾਡਾ ਪਰਿਵਾਰ ਵੀ, ਤੁਹਾਨੂੰ ਮੈਨੂੰ ਲੱਗਦਾ ਜਿਹੜਾ ਪਰਿਵਾਰ ਤੁਹਾਡਾ ਕਿਸੇ ਵੇਲੇ ਵਿਰੋਧ ਕਰ ਰਿਹਾ ਸੀ, ਅੱਜ ਮੈਨੂੰ ਲੱਗਦਾ ਤੁਹਾਡਾ ਸਾਥ ਦੇ ਰਿਹਾ ਹੋਣਾ। ਬੇਟਾ ਤੁਹਾਡਾ ਮੈਂ ਦੇਖਿਆ ਉਰੇ। ਪਰ
ਜਾਣ ਹੁਣ ਤੁਹਾਨੂੰ ਜੋ ਬਹੁਤ ਸਾਰੇ ਲੋਕੀ ਦੇਖ ਰਹੇ ਨੇ, ਮਨਾਂ ਦੇ ਵਿੱਚ ਇੱਕ ਕਨਸੈਪਟ ਬਣਿਆ ਵੀ ਨਹੀਂ ਅਸੀਂ ਵੀ ਕਮਲਜੀਤ ਹੇਅਰ ਵਰਗਾ ਬਣਨਾ, ਅਸੀਂ ਵੀ ਉੱਦਾਂ ਹੀ ਜਿਹੜਾ ਡਿਵੈਲਪ ਕਰਨਾ ਹੈ। ਬਹੁਤ ਸਾਰੇ ਲੋਕੀ ਤੁਹਾਨੂੰ ਇੱਥੇ ਆ ਕੇ ਮਿਲ ਵੀ ਰਹੇ ਹੋਣੇ, ਦੇਖ ਵੀ ਰਹੇ ਹੋਣੇ ਤੇ ਤੁਹਾਡੇ ਤੋਂ ਟ੍ਰੇਨਿੰਗ ਵੀ ਲੈ ਰਹੇ ਹੋਣੇ, ਲੇਕਿਨ ਬਹੁਤ ਸਾਰੇ ਲੋਕ ਤੁਹਾਨੂੰ ਇੱਥੇ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਿਹੜਾ ਕੋਈ ਮੇਰਾ ਖੇਤ ਦੇਖਦਾ ਹੈਗਾ ਆ ਕੇ, ਇਹਨੂੰ ਦੇਖਦਾ ਕਿ ਬਹੁਤ ਸੋਹਣਾ ਸਭ ਕੁਝ ਹੈ, ਪਰ ਇਹਦੇ ਪਿੱਛੇ ਇੱਕ ਬਹੁਤ ਵੱਡੀ ਇੱਕ ਨਹਿਰ ਪਸੀਨੇ ਦੀ ਡੁੱਲੀ ਹੋਈ ਹੈ। ਤਾਂ ਇਹ ਨਹੀਂ ਹੈਗਾ ਕਿ ਕੋਈ ਵੇਖ ਕੇ ਇਹ ਕਹੇ ਕਿ ਇਹ ਤਾਂ ਬਹੁਤ ਮੁਸ਼ਕਿਲ ਹੈ, ਨਾਮੁਮਕਿਨ ਹੈ, ਐਡਾ ਤਾਂ ਖੜਾ ਕਰਨਾ ਮੁਸ਼ਕਿਲ ਹੈ। ਐਸਾ ਕੁਝ ਨਹੀਂ ਹੁੰਦਾ। ਉਹਨਾਂ ਨੂੰ ਜਿਹੜਾ ਸਟਾਰਟ ਕਰਦੇ ਆ, ਜਿਹੜੇ ਸਾਡੇ ਕੋਲ ਟ੍ਰੇਨਿੰਗ ਵਾਲੇ ਲੋਕ ਆਉਂਦੇ ਹੈਗੇ, ਉਹਨਾਂ ਨੂੰ ਮੈਂ ਕਹਿਣਾ ਹੁੰਦਾ ਕਿ ਤੁਸੀਂ ਇਹ ਕਦੇ ਨਾ ਭੁੱਲਿਓ ਜੋ ਕਿ ਮੈਂ 9 ਸਾਲ ਅੱਗੇ ਆ ਤੁਹਾਡੇ ਤੋਂ। 9 ਸਾਲਾਂ ਨੂੰ ਤੁਸੀਂ ਕਿੱਥੇ ਹੋਵੋਗੇ, ਇਹ ਤੁਸੀਂ ਆਪਦੇ ਆਪ ਨੂੰ ਤਕੜਾ ਕਰਕੇ ਰੱਖਿਓ ਜੀ। ਸੋ ਨਾਮੁਮਕਿਨ ਕੁਝ ਵੀ ਨਹੀਂ ਹੈ। ਬੜੇ ਲੋਕ ਹੈਗੇ ਆ ਜਿਹੜੇ ਇੱਕ ਲਾਈਨ ਹੁੰਦੀ ਹੈ ਸਾਡੀ, ਉਸ ਲਾਈਨ ਤੇ ਆ ਕੇ ਨਾ ਉਹ ਹਿੰਮਤ ਹਾਰ ਜਾਂਦੇ ਆ, ਉਦੋਂ ਪਿੱਛਾ ਚਲੇ ਜਾਂਦੇ ਆ। ਮੈਂ ਵੀ ਉਸ ਲਾਈਨ ਮੈਂ ਕ੍ਰਾਸ ਕਰ ਗਿਆ, ਮੈਂ ਟੱਪ ਗਿਆ ਅੱਗੇ। ਨਹੀਂ ਤਾਂ ਮੈਂ ਵੀ ਜਦੋਂ ਖੇਤ ਦੇ ਵਿੱਚ 5 ਸਾਲ ਪਹਿਲਾਂ ਕੁਝ ਨਹੀਂ ਹੁੰਦਾ ਸੀਗਾ, ਫੇਲ ਹੋ ਗਿਆ ਸੀਗਾ ਬੁਰੀ ਤਰ੍ਹਾਂ ਦੇ ਨਾਲ, ਹਿੰਮਤ ਹਾਰ ਕੇ ਵਾਪਸ ਮੁੜ ਜਾਂਦਾ, ਜਾਂ ਤਾਂ ਉਹ ਵਕਾਲਤ ਕਰਨ ਲੱਗ ਪੈਂਦਾ, ਜਾਂ ਖੇਤ ਦੇ ਵਿੱਚ ਯੂਰੀਆ ਪਾ ਦਿੰਦਾ, ਜਾਂ ਬਾਹਰ ਨਿਕਲ ਜਾਂਦਾ, ਹਿੰਮਤ ਹਾਰ ਜਾਂਦਾ। ਪਰ ਉਹ ਲਾਈਨ ਸੀਗੀ ਇੱਕ, ਉਹ ਲਾਈਨ ਕ੍ਰਾਸ ਕਰ ਗਿਆ ਤਾਂ ਅਗਲੇ ਪਾਸੇ ਹੋ ਗਿਆ। ਬੜੀ ਵਾਰੀ ਅਸੀਂ ਇੱਕ ਉਹ ਲਾਈਨ ਹੈ ਨਾ ਜਿਹੜੀ ਉਹ ਸਕਸੈਸ ਦੇ, ਬਸ ਉਧਰ ਦੂਸਰੇ ਪਾਸੇ ਸਕਸੈਸ ਪਈ ਹੁੰਦੀ ਹੈ, ਉਹ ਲਾਈਨ ਤੇ ਆ ਕੇ ਅਸੀਂ ਹਿੰਮਤ ਹਾਰ ਜਾਂਦੇ ਹਾਂ। ਸਾਨੂੰ ਉਹ ਲਾਈਨ ਤੇ ਹਿੰਮਤ ਨਹੀਂ ਹਾਰਨੀ ਚਾਹੀਦੀ। ਇਹ ਜ਼ਿੰਦਗੀ ਬੜੀ ਖੂਬਸੂਰਤ ਹੈ। ਬੜੇ ਵਾਰੀ ਲੱਗਦਾ ਹੁੰਦਾ ਸਾਨੂੰ ਕਿ ਇਹ ਸਾਡੀ ਬੜੀ ਨਿਰਾਸ਼ਾ ਆ ਜਾਂਦੀ ਹੈਗੀ ਹੈ। ਬੜੇ ਵਾਰੀ ਲੋਕਾਂ ਨੂੰ ਐਂ ਲੱਗਦਾ ਕਿ ਯਾਰ ਇੰਨੇ ਦੁਖੀ ਹੋ ਗਏ, ਸੁਸਾਈਡ ਕਰ ਲਈਏ, ਹਿੰਮਤ ਹਾਰ ਜਾਂਦੇ ਆ ਲੋਕ। ਇਹ ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਡਾ ਜ਼ਿੰਦਗੀ ਜਿਉਣ ਦਾ ਤਰੀਕਾ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਹੈ। ਸਾਨੂੰ ਆਪਣਾ ਐਨਾਲਿਸਿਸ ਕਰਨਾ ਚਾਹੀਦਾ ਕਿ ਸਾਡਾ ਤਰੀਕਾ ਕਿੱਥੇ ਗਲਤ ਹੈ, ਤਾਂ ਉਸ ਤਰੀਕੇ ਦੇ ਵਿੱਚ ਸੋਧ ਕਰਨੀ ਚਾਹੀਦੀ ਹੈ। ਮੈਂ ਕਰੈਕਟਰ ਬਿਲਡਿੰਗ 'ਤੇ ਵੀ ਕੰਮ ਕਰਦਾ ਇੱਥੇ, ਤਾਂ ਮੈਂ ਜਿਹੜੇ ਮੇਰੇ ਨਾਲ ਕੰਮ ਕਰਦੇ ਹੈਗੇ ਆ ਮੇਰੇ ਬੰਦੇ ਸਾਰੇ, ਅਤੇ ਉਹਨਾਂ ਦੇ ਵਿੱਚ ਵੀ ਮੈਂ ਹਿੰਮਤ ਭਰਦਾ ਹੈਗਾ। ਉਹ ਵੀ ਲੋਕ ਸਾਰੇ ਜਿਹੜੇ ਹੈਗੇ ਆ ਮੇਰੇ ਨਾਲ ਇੱਥੇ ਕੰਮ ਕਰਦੇ ਆ, ਅਤੇ ਉਹ ਸਮਾਜ ਦੇ ਵਿੱਚੋਂ ਮੁੱਖ ਧਾਰਾ 'ਚੋਂ ਭਟਕੇ ਹੋਏ ਸੀ, ਉਹ ਵਾਪਸ ਉਹਨਾਂ ਨੂੰ ਟਰੈਕ 'ਤੇ ਲਿਆਂਦਾ ਹੈਗਾ, ਅਤੇ ਇੱਕ ਵਧੀਆ ਮਾਹੌਲ ਦੀ ਅਸੀਂ ਸਿਰਜਣਾ ਕੀਤੀ ਹੈਗੀ ਹੈ। ਅਤੇ ਇਹਦਾ ਆਨੰਦ ਜੋ ਤੁਸੀਂ ਇੱਥੇ ਵਿਜ਼ਿਟ ਕਰੋਗੇ, ਦੇਖੋਗੇ, ਤੁਹਾਨੂੰ ਦੇਖਣ ਨੂੰ ਮਿਲੂਗਾ। ਸੋ ਮੈਂ ਅਖੀਰ ਦੇ ਵਿੱਚ ਇੱਕ ਲਾਈਨ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਅਤੇ ਜੇ ਤੁਹਾਨੂੰ ਕਿਤੇ ਨਿਰਾਸ਼ਾ ਆ ਰਹੀ ਹੈ ਨਾ, ਤਾਂ ਜ਼ਰੂਰ ਤੁਹਾਡਾ ਜ਼ਿੰਦਗੀ ਜਿਉਣ ਦਾ ਤਰੀਕਾ ਗਲਤ ਹੈ। ਹੁਣ ਤਰੀਕੇ ਨੂੰ ਸੁਧਾਰਨਾ ਪੈਣਾ ਹੈਗਾ। ਉਹ ਤਰੀਕੇ ਨੂੰ ਕਿਵੇਂ ਸੁਧਾਰਨਾ ਹੈ, ਉਹ ਤੁਸੀਂ ਸੁਧਾਰਨਾ ਹੈ, ਕਿਸੇ ਹੋਰ ਨੇ ਨਹੀਂ ਤੁਹਾਨੂੰ ਗਾਈਡ ਕਰਨਾ, ਉਹ ਤੁਸੀਂ ਖੁਦ ਨੇ ਹੀ ਉਹ ਆਪਣਾ ਤਰੀਕਾ ਸੁਧਾਰਨਾ ਹੈ। ਹੇਅਰ ਸਾਹਿਬ, ਬਹੁਤ ਵੱਡਾ ਸਟੇਟਸ, ਤੁਸੀਂ ਵਕੀਲ ਸੀਗੇ, ਬਹੁਤ ਵੱਡਾ ਸਟੇਟਸ। ਜੇ ਤੁਸੀਂ ਪੌਣੇ 2 ਲੱਖ ਰੁਪਏ ਮਹੀਨੇ ਦੀ ਵਕਾਲਤ ਕਰਦੇ ਰਹੇ ਹੋ, ਦੈਟ ਮੀਨਸ ਕਿ ਤੁਸੀਂ ਇੱਕ ਅੱਛੇ ਸਟੇਟਸ ਦੇ ਵਕੀਲ ਰਹੇ ਹੋ। ਬਹੁਤ ਵੱਡਾ ਸਟੇਟਸ, ਬਹੁਤ ਵੱਡਾ ਨਾਮ ਜੱਜਾਂ ਦੇ ਵਿੱਚ, IAS IPS ਆਫੀਸਰ ਦੇ ਵਿੱਚ, ਇਹਨਾਂ ਸਾਰੀਆਂ ਲੌਬੀਜ਼ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ। ਕਦੇ ਉਹ ਸਟੇਟਸ ਤੁਹਾਡਾ ਦਿਮਾਗ ਦੇ ਵਿੱਚ ਆ ਕੇ ਦੁਬਾਰਾ ਉੱਧਰ ਜਾਣ ਨੂੰ ਕਦੇ ਦਿਲ ਨਹੀਂ ਕੀਤਾ? ਨਾ, ਬਿਲਕੁਲ ਹੀ, ਜਮਾਂ ਹੀ ਨਹੀਂ ਕੀਤਾ, ਜਮਾਂ ਹੀ ਨਹੀਂ ਕੀਤਾ। ਅਤੇ ਇੱਕ ਬਸ ਨਾ ਜਨੂਨ ਸੀਗਾ, ਇੱਕ ਪਾਗਲਪਨ ਸੀ। ਮੇਰੀ ਜੇ ਐਵਰੇਜ ਨੀਂਦ ਤੁਸੀਂ ਕੱਢੋ ਨਾ, ਮੈਨੂੰ ਕੋਈ ਪੁੱਛੇ ਵੀ ਕਿੰਨਾ ਚਿਰ ਤੂੰ ਸੁੱਤਾ ਹੈਗਾ, ਤਾਂ ਮੈਂ ਪਿਛਲੇ 8 ਸਾਲਾਂ 'ਚ ਮੇਰੀ 5 ਘੰਟੇ ਵੀ ਐਵਰੇਜ ਨੀਂਦ ਨਹੀਂ ਹੈ। ਮੈਂ ਬਹੁਤ ਇੱਥੇ ਬਹੁਤ ਸੋਚਣ ਦਾ ਕੰਮ ਸੀ ਕਿ ਇੱਕ ਚੀਜ਼ ਨੂੰ, ਹੁਣ ਕਿਸੇ ਦੀ ਇੰਟਰ ਕ੍ਰੋਪਿੰਗ ਕਰਨੀ ਹੈ, ਇਸ ਫਸਲ ਦੇ ਨਾਲ ਕਿਹੜੀ ਫਸਲ ਬੀਜਣੀ ਹੈ, ਉਹ ਪੇਚ ਫਸ ਗਿਆ। ਸਾਰੀ ਰਾਤ ਨੀਂਦ ਨਹੀਂ ਆਈ, ਸੋਚਦਾ ਰਿਹਾ ਕਿ ਯਾਰ ਇਹ ਕੀ ਕਰਨਾ ਹੈਗਾ। 2 ਰਾਤਾਂ 3 ਰਾਤਾਂ ਉਹਦੇ ਉੱਤੇ, ਤਾਂ ਬਹੁਤ ਸੋਚਣ ਵਾਲਾ ਕੰਮ ਸੀਗਾ। ਉਹਦੀਆਂ ਮੈਰਿਟਸ ਡੀਮੈਰਿਟਸ ਕੀ ਦੇਖਣੀਆਂ ਹੈਗੀਆਂ, ਤਾਂ ਬਹੁਤ ਇੱਥੇ ਕੰਮ ਸੀ ਕਰਨ ਵਾਲਾ। ਫਿਜ਼ੀਕਲ ਵਰਕ ਅਤੇ ਮੈਂਟਲ ਵਰਕ ਬਹੁਤ ਸੀਗਾ ਇੱਥੇ ਕਰਨ ਵਾਲਾ। ਤਾਂ ਇਹਦੇ ਵਿੱਚ ਇੰਨਾ ਖੁੱਭ ਗਿਆ ਮੈਨੂੰ ਧਿਆਨ ਹੀ ਨਹੀਂ ਗਿਆ ਪਿਆ ਕਿ ਮੈਂ ਕਿਤੇ ਹੋਰ ਵੀ ਕੋਈ ਚੀਜ਼ ਦੁਨੀਆ ਹੈਗੀ ਆ। ਉਹ ਦੁਨੀਆ ਨੂੰ ਮੈਂ ਭੁੱਲ ਗਿਆ, ਅਤੇ ਉਹ ਸਭ ਕੁਝ ਛੱਡਿਆ ਆ। ਮੈਂ ਬਿਲਕੁਲ TV ਨਹੀਂ ਹੈਗਾ, 7-8 ਸਾਲ ਹੋ ਗਏ ਘਰੇ, ਅਤੇ ਮੈਂ ਕਦੇ ਅਖਬਾਰ ਹੀ ਨਹੀਂ ਪੜ੍ਹਿਆ, 8 ਸਾਲ ਹੀ ਹੋ ਚੱਲੇ ਹੋਣੇ ਆ। ਮੈਂ ਕਦੇ ਸ਼ਹਿਰ ਨਹੀਂ ਗਿਆ, ਅਤੇ ਮੈਂ ਟੁੱਟਿਆ ਹੋਇਆ ਦੁਨੀਆ ਨਾਲੋਂ। ਮੈਂ ਸੋਸ਼ਲ ਮੀਡੀਆ 'ਤੇ ਫੇਸਬੁੱਕ ਜ਼ਰੂਰ ਚਲਾਉਂਦਾ, ਅਤੇ ਬਾਕੀ ਮੈਂ ਜਮਾਂ ਜਿਹੜਾ ਹੈਗਾ ਖੇਤ ਜੋਗਰਾ ਹੀ ਹਾਂ। ਅਤੇ ਖੇਤ ਜਦੋਂ ਤੁਸੀਂ ਨੇਚਰ ਦੇ ਨੇੜੇ ਚਲੇ ਜਾਂਦੇ ਹੋ, ਡਾਕਟਰ ਰੁਪੇਲਾ ਦੇ ਇੱਕ ਸ਼ਬਦ ਸੀਗੇ, ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਸੀਂ ਕੁਦਰਤ ਦੇ ਨੇੜੇ ਚਲੇ ਜਾਂਦੇ ਹੋ, ਕੁਦਰਤ ਤੁਹਾਡੀ ਮਦਦ ਕਰਦੀ ਹੈ ਅਤੇ ਕੁਦਰਤ ਤੁਹਾਨੂੰ ਸਿਖਾਉਂਦੀ ਹੈ। ਮੇਰੇ ਵਰਗਾ ਬੰਦਾ ਜਿਹਨੂੰ ਖੇਤੀ ਦਾ ABC ਨਹੀਂ ਪਤਾ ਸੀ, ਅੱਜ 200 ਕਿਸਮ ਦੇ ਰੁੱਖਾਂ ਦੇ ਪੱਤੇ ਵੇਖ ਕੇ ਉਹਨਾਂ ਦਾ ਸੁਭਾਅ ਜਾਣਦਾ। ਇਹ ਕੁਦਰਤ ਨੇ ਸਿਖਾਇਆ ਹੈ, ਅਤੇ ਕੁਦਰਤ ਤੁਹਾਡੀ ਮਦਦ ਕਰਦੀ ਹੈ। ਮਦਦ ਕਿਵੇਂ ਕਰਦੀ ਹੈ ਕਿ ਮੈਂ ਜਦੋਂ ਇੱਥੇ ਇਹ ਸਟਾਰਟ ਕੀਤਾ ਸੀ ਤਾਂ ਮੇਰੇ ਕੋਲ ਤਾਂ ਫਾਈਨੈਂਸ਼ੀਅਲੀ ਪਹੁੰਚ ਹੀ ਹੈ ਨਹੀਂ ਸੀ, ਅਤੇ ਇੱਕ ਤੂਫਾਨ ਆਇਆ, ਉਹਦੇ ਵਿੱਚ ਮੈਂ ਜਿਵੇਂ ਦੱਸਿਆ ਹੈਗਾ ਸਾਰੀਆਂ ਛੱਤਾਂ ਪੱਟੀਆਂ ਗਈਆਂ। ਤਾਂ ਲੋਕਾਂ ਨੇ ਮੈਨੂੰ ਹਿੰਮਤ ਦਿੱਤੀ, ਬੜਾ ਹੌਸਲਾ ਦਿੱਤਾ, ਮਦਦ ਵੀ ਕੀਤੀ, ਤਾਂ ਉਹਦੇ ਨਾਲ ਦੁਬਾਰਾ ਖੜਾ ਕੀਤਾ। ਤਾਂ ਸਮਾਜ ਬਹੁਤ ਚੰਗਾ ਹੈ, ਪਰ ਇਹ ਹੈ ਵੀ ਤੁਹਾਨੂੰ ਚੰਗੇ ਲੋਕ ਬਾਅਦ 'ਚ ਮਿਲਦੇ ਆ, ਉਹ ਪਹਿਲਾਂ ਬੁਰੇ ਲੋਕ ਮਿਲਦੇ ਆ। ਅਤੇ ਡਾਕਟਰ ਰੁਪੇਲਾ ਨੇ ਕਹਿਣਾ, ਅਤੇ ਮੈਂ ਉਹਨਾਂ ਨਾਲ ਗਿਲਾ ਜਾ ਕਰਨਾ, ਉਹਨਾਂ ਨੇ ਕਹਿਣਾ ਭਾਈ ਕਮਲਜੀਤ ਸਮਾਜ ਬਹੁਤ ਚੰਗਾ ਹੈ। ਮੈਂ ਜੀ ਮੇਰੇ ਤਾਂ ਉਹੀ ਸਮਾਜ ਬੂਟੇ ਪੱਟ ਕੇ ਗਿਆ। ਮੈਨੂੰ ਤਾਂ ਲੋਕ ਉਹ ਕਹਿੰਦੇ ਟੀਚਰਾਂ ਕਰਦੇ ਆ ਵੀ ਇਹ ਤਾਂ ਕਮਲਾ ਹੋ ਗਿਆ, ਉਹਨੂੰ ਬਿਜਲੀਆਂ ਲਵਾ ਲਓ।
ਤੇ ਮੈਂ ਕਿਵੇਂ ਕਹਿ ਦਿਆਂ ਸਮਾਜ ਚੰਗਾ ਹੈ, ਤਾਂ ਉਹ ਕਹਿੰਦੇ ਭਾਈ ਉਹ ਲੋਕ ਚੰਗੇ ਤੈਨੂੰ ਥੋੜ੍ਹਾ ਜਿਹਾ ਲੇਟ ਮਿਲਣਗੇ ਤੇ ਸਮਾਜ ਬਹੁਤ ਚੰਗਾ ਹੈ। ਤੇ ਅੱਜ ਮੈਂ ਇਸ ਗੱਲ ਨੂੰ ਫਿਰ ਮੈਂ ਡਾਕਟਰ ਪਹਿਲਾ ਦੇ ਸ਼ਬਦਾਂ ਨੂੰ ਮੈਂ ਫਿਰ ਜ਼ੋਰ ਦੇ ਕੇ ਕਹੂੰਗਾ, ਸਮਾਜ ਬਹੁਤ ਚੰਗਾ ਹੈ, ਪਰ ਉਹ ਚੰਗੇ ਲੋਕ ਤੁਹਾਨੂੰ ਲੇਟ ਮਿਲਦੇ ਆ। ਚੰਗੇ ਲੋਕ ਲੇਟ ਮਿਲਦੇ ਨੇ, ਲੇਕਿਨ ਜਿਹੜੇ ਚੰਗੇ ਲੋਕ ਤੁਹਾਨੂੰ ਲੇਟ ਮਿਲੇ ਉਹਨਾਂ ਦੇ ਵਿੱਚੋਂ ਤੁਹਾਡੇ ਬਹੁਤ ਸਾਰੇ ਉਹ ਪੁਰਾਣੇ ਮਿੱਤਰ ਸਾਥੀ ਜਿਹੜੇ ਬਹੁਤ ਸਟੇਟਸ ਵਾਲੇ ਸੀ ਉਹ ਵੀ ਹੈ ਕਿ ਕਦੇ ਉਹ ਤੁਹਾਡੇ ਤੱਕ ਕੋਈ ਕਿਸੇ ਪਹੁੰਚ ਲਈ ਆਏ? ਹਾਂ, ਸਾਰੇ ਮੇਰੇ ਸਾਥੀ, ਮੇਰੇ ਵਕੀਲ ਭਰਾ ਜਿਹੜੇ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੂੰ ਇਲਾਜ ਕਰਾ ਲਾ, ਅੰਮ੍ਰਿਤਸਰ ਇਲਾਜ ਚੰਗਾ ਹੈ। ਤੇ ਮਜ਼ਾਕ ਦੇ ਵਿੱਚ ਉਹਨਾਂ ਨੇ ਕਹਿਣਾ, ਤੇ ਪਿੰਡ ਵਾਲਿਆਂ ਨੇ ਵੀ ਕਹਿਣਾ ਕਿ ਇਲਾਜ ਕਰਵਾ ਲਾ, ਫਰਕ ਪੈ ਗਿਆ ਹੈਗਾ, ਸਾਨੂੰ ਤੇਰੀਆਂ ਅੱਖਾਂ ਦੱਸਦੀਆਂ ਕਿ ਤੇਰਾ ਦਿਮਾਗ ਹਿੱਲ ਗਿਆ। ਤੇ ਹੁਣ ਉਹੀ ਸਮਾਜ ਜਿਹੜਾ ਹੈਗਾ ਉਹ ਕਹਿੰਦੇ ਵੀ ਠੀਕ ਹੈ, ਬਹੁਤ ਵਧੀਆ ਕੀਤਾ ਤੇ ਤੂੰ ਬਹੁਤ ਮਿਹਨਤ ਕੀਤੀ। ਤਾਂ ਮੈਂ ਉਦੋਂ ਵੀ ਪਰਵਾਹ ਨਹੀਂ ਕੀਤੀ ਸੀ ਜਦੋਂ ਮੈਂ ਇੱਧਰਲੇ ਪਾਸੇ ਆਇਆ ਸੀ ਕਿ ਤੁਹਾਨੂੰ ਲੋਕ ਕੀ ਕਹਿਣਗੇ ਇਹ ਇਰੈਲੇਵੈਂਟ ਹੈ। ਇਹ ਕਦੇ ਵੀ ਲੋਕਾਂ ਦੀ ਐਕਸਪੈਕਟੇਸ਼ਨ ਦੇ ਤੁਸੀਂ ਪੂਰਾ ਨਹੀਂ ਲੈ ਸਕਦੇ। ਤੁਹਾਨੂੰ ਸਮਾਜ ਕੀ ਕਹੂਗਾ ਇਹ ਸੋਚ ਕੇ ਤੁਸੀਂ ਆਪਣੀ ਲਾਈਨ ਬਦਲੋ, ਤੁਸੀਂ ਲਾਈਨ 'ਤੇ ਚੱਲੋ, ਇਹ ਨਹੀਂ ਹੋ ਸਕਦਾ। ਤੁਸੀਂ ਆਪਣੇ ਹਿਸਾਬ ਦੇ ਨਾਲ ਚੱਲਣਾ ਹੈ। ਸਮਾਜ ਜੋ ਕਹਿੰਦਾ ਕਹਿ ਲਵੇ, ਕੋਈ ਫਰਕ ਨਹੀਂ ਪੈਂਦਾ। ਤਾਂ ਮੈਂ ਉਸੇ ਹਿਸਾਬ 'ਤੇ ਚੱਲਿਆ, ਮੈਂ ਆਪਣੇ ਹਿਸਾਬ ਦੇ ਨਾਲ ਚੱਲਿਆ ਤੇ ਅੱਜ ਸਾਰੇ ਲੋਕ ਐਪਰੀਸ਼ੀਏਟ ਕਰਦੇ ਆ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਔਨ ਕੈਮਰਾ ਸਲੂਟ ਕਿ ਇਹ ਬਹੁਤ ਵਧੀਆ ਕੰਮ ਤੁਸੀਂ ਜਿਹੜਾ ਇਹ ਕੀਤਾ ਹੈਗਾ ਕਿ ਇਹ ਸਲੂਟ ਉਸ ਕੰਮ ਨੂੰ ਜਿਸ ਕੰਮ ਨੂੰ ਤੁਸੀਂ ਸਾਡੇ ਪੰਜਾਬ ਨੂੰ ਸਵਾਰਨ ਲਈ ਅੱਗੇ ਵਧੇ ਹੋ, ਕਿਉਂਕਿ ਸਾਡਾ ਪੰਜਾਬ ਨੂੰ ਤੁਹਾਡੇ ਵਰਗੇ ਇਨਸਾਨਾਂ ਦੀ ਬਹੁਤ ਲੋੜ ਹੈ ਕਿ ਅੱਜ ਧਰਤੀ ਬਿਮਾਰ ਹੋ ਚੁੱਕੀ ਹੈ। ਜਦੋਂ ਤੁਸੀਂ ਧਰਤੀ ਦਾ ਇਲਾਜ ਕਰਨ ਨੂੰ ਨਿਕਲੋਗੇ ਤਾਂ ਜਿਹੜਾ ਬੰਦਾ ਪਹਿਲਾਂ ਤੁਸੀਂ ਧਰਤੀ ਦੇ ਡਾਕਟਰ ਬਣੇ ਹੋ। ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ ਜਦੋਂ ਤੱਕ ਕਿਸਾਨ ਔਰ ਡਾਕਟਰ ਦੋਨੋਂ ਇਕੱਠੇ ਨਹੀਂ ਹੋਣਗੇ ਉਦੋਂ ਤੱਕ ਅਸੀਂ ਸਮਾਜ ਦੀ ਸਿਹਤ ਨੂੰ ਨਹੀਂ ਸੁਧਾਰ ਸਕਦੇ, ਕਿਉਂਕਿ ਡਾਕਟਰ ਨੇ ਇਨਸਾਨ ਦੀ ਸਿਹਤ ਸੁਧਾਰਨੀ ਹੈ। ਕਿਸਾਨ ਨੇ ਜਦੋਂ ਤੱਕ ਪਿੱਛੋਂ ਫਲੋ ਨਹੀਂ ਬੰਦ ਕਰਨਾ ਬਿਮਾਰੀ ਦਾ ਉਦੋਂ ਤੱਕ ਸਮਾਜ ਦੀ ਸਿਹਤ ਨਹੀਂ ਸੁਧਰ ਸਕਦੀ। ਤੁਸੀਂ ਧਰਤੀ ਦੀ ਸਿਹਤ ਸੁਧਾਰਨ ਵਾਲੇ ਡਾਕਟਰ ਬਣੇ ਹੋ, ਅੱਗੇ ਦੇ ਡਾਕਟਰ ਜਿਹੜੇ ਨੇ ਉਹ ਅੱਗੇ ਚੱਲ ਕੇ ਉਹਨਾਂ ਨੇ ਜਿਹੜਾ ਆਪਣੇ ਆਪ ਸਮਾਜ ਦੀ ਸਿਹਤ ਸੁਧਾਰ ਲੈਣੀ ਹੈ। ਇਸ ਲਈ ਤੁਹਾਨੂੰ ਔਨ ਕੈਮਰਾ ਜਿਹੜਾ ਤਾਂ ਸਲੂਟ ਮਾਰਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਸੋ ਇਹ ਸਨ ਕਮਲਜੀਤ ਹੇਅਰ। ਤੁਸੀਂ ਦੇਖ ਸਕਦੇ ਹੋ ਕਿ ਜੀ ਇਹੋ ਜਿਹਾ ਕਰਦਾ ਸੀ ਵੀ ਗੱਲਾਂ ਕਰੀ ਜਾਵਾਂ ਤੇ ਤੁਹਾਡੇ ਸਾਹਮਣੇ ਉਹ ਸਾਰੇ ਜਿਹੜੇ ਤਜਰਬੇ ਰਖਾਈ ਜਾਵਾਂ, ਗੱਲਾਂ ਕਰੀ ਜਾਵਾਂ ਤੇ ਤੁਹਾਡੇ ਸਾਹਮਣੇ ਉਹ ਸਾਰੇ ਤਜਰਬੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਇੱਥੇ ਆ ਕੇ ਕੀ ਹਾਸਲ ਕਰ ਸਕਦੇ ਹੋ। ਉਹ ਚੀਜ਼ਾਂ ਜਿਹੜੀਆਂ ਤੁਹਾਡੀ ਸੋਚ ਤੋਂ ਪਰੇ ਨੇ, ਤੁਸੀਂ ਆਓਗੇ ਇੱਥੇ ਤਾਂ ਇੱਕ ਇੱਕ ਚੀਜ਼ ਦੇ ਉੱਤੇ ਜਿਹੜਾ ਉਹ 10-10 ਤਰ੍ਹਾਂ ਦੇ ਕੰਮ ਕੀਤੇ ਹੋਏ ਨੇ। ਇੱਕ ਜਗ੍ਹਾ ਦੇ ਉੱਤੋਂ 4-4 ਫਸਲਾਂ ਜਿਹੜੀਆਂ 4-4 5-5 ਜਿਹੜੀ ਆਪਾਂ ਜੇ ਮੰਜ਼ਲਾਂ ਪਾ ਕੇ ਕਹਿੰਦੇ ਨਾ 4-4 ਫਸਲਾਂ ਲਿੱਤੀਆਂ ਹੋਈਆਂ ਨੇ। ਉਹਨਾਂ ਫਸਲਾਂ ਇੱਕ ਅਲੱਗ ਤਰ੍ਹਾਂ ਦਾ ਫਰਿੱਜ ਬਣਾਇਆ ਹੋਇਆ ਜਿਹੜਾ ਨੈਚੁਰਲ ਫਰਿੱਜ ਹੈਗਾ, ਉਹਦੇ ਵਿੱਚੋਂ ਤੁਸੀਂ ਇੱਕ ਪਾਸੇ ਫਸਲ ਲੈ ਰਹੇ ਹੋ, ਦੂਜੇ ਪਾਸੇ ਉਹਦੇ 'ਚ ਘੜੇ ਦਾ ਪਾਣੀ ਲੈ ਰਹੇ ਹੋ, ਉੱਪਰੋਂ ਤੁਸੀਂ ਉਹਦੇ 'ਚ ਪੁਦੀਨਾ ਬੀਜਿਆ ਹੋਇਆ, ਨੀਚੇ ਤੁਸੀਂ ਉਹਨੂੰ ਫਰਿੱਜ ਵਾਂਗੂ ਜਿਹੜਾ ਉਹਦੇ 'ਚ ਸਬਜ਼ੀਆਂ ਰੱਖ ਸਕਦੇ ਹੋ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਤੁਸੀਂ ਇੱਥੇ ਆ ਕੇ ਤੁਹਾਡੇ ਸੋਚ ਤੋਂ ਪਰੇ ਤੇ ਕੁਦਰਤ ਦੇ ਬਹੁਤ ਨੇੜੇ ਆ। ਤੇ ਜਦੋਂ ਇਹ ਜਿਹੇ ਸਮੇਂ ਦੇ ਵਿੱਚ ਅਜਿਹੇ ਮਾਹੌਲ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਤੁਹਾਡੇ ਮਨ ਜਿਹੜਾ ਉਹ ਇੱਕ ਅਜੀਬ ਜੀ ਸ਼ਾਂਤੀ ਔਰ ਇੱਕ ਅਜੀਬ ਜੀ ਰੂਹ ਦੀ ਖੁਰਾਕ ਲੈ ਕੇ ਇੱਥੋਂ ਨਿਕਲਦਾ। ਤੰਦਰੁਸਤੀ ਜਿਹੜੀ ਆ ਉਹਦੀ ਸ਼ੁਰੂਆਤ ਲੈ ਕੇ ਨਿਕਲਦਾ। ਮਨ ਵਿੱਚ ਇੱਕ ਆਸ ਹੁੰਦੀ ਹੈ ਕਿ ਅਸੀਂ ਵੀ ਜਾ ਕੇ ਕਿਤੇ ਨਾ ਕਿਤੇ ਜਿਹੜਾ ਜੇ ਹੋਰ ਕੁਛ ਨਹੀਂ ਅਸੀਂ ਖੇਤੀ ਨਹੀਂ ਕਰ ਰਹੇ ਨਾ ਤਾਂ ਇਸ ਨੌਲੇਜ ਨੂੰ ਅੱਗੇ ਵੰਡਾਂਗੇ। ਜਦੋਂ ਇਸ ਨੌਲੇਜ ਨੂੰ ਅੱਗੇ ਵੰਡ ਕੇ ਕੋਈ ਨਾ ਕੋਈ ਕਿਤੇ ਨਾ ਕਿਤੇ ਤਾਂ ਇਹ ਚਿੰਗਾਰੀ ਲੱਗੇਗੀ ਨਾ, ਜਾ ਕੇ ਜਿਹੜੀ ਉਹ ਕਮਲਜੀਤ ਹੇਅਰ ਉਹਨਾਂ ਕੋਲੇ ਆਉਣਗੇ, ਇੱਥੇ ਆ ਕੇ ਸਿਸਟਮ ਦੇਖਣਗੇ ਤੇ ਇਸ ਸਮਾਜ ਦੇ ਵਿੱਚ 1 ਤੋਂ 2, 2 ਤੋਂ 3 ਜਿਸ ਤਰ੍ਹਾਂ ਡਾਕਟਰ ਅਮਰ ਸਿੰਘ ਆਜ਼ਾਦ ਕਹਿੰਦੇ ਨੇ ਕਿ ਅਸੀਂ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ 1% ਜਿਹੜਾ ਪੰਜਾਬ ਦਾ ਜਿਹੜਾ ਜੇ ਲੋਕ ਹੈ ਉਹਨੂੰ ਵੀ ਅਸੀਂ ਬਦਲ ਦਿੱਤਾ ਤਾਂ 3 ਕਰੋੜ ਲੋਕਾਂ ਦੇ ਵਿੱਚ ਜੇ 1% ਦੀ ਗੱਲ ਕੀਤੀ ਹੈ ਤਾਂ 3 ਲੱਖ ਬੰਦਾ ਹੋ ਗਿਆ। 3 ਲੱਖ ਬੰਦੇ ਨੂੰ ਤੁਸੀਂ ਅਗਰ ਕਰਤਾ ਤਾਂ ਕੋਈ ਕਾਰਨ ਨਹੀਂ ਰਹਿ ਜਾਣਾ ਕਿ ਸਮਾਜ ਬਦਲੇ ਨਾ। ਸੋ ਇੱਕ ਬੰਦਾ ਵੀ ਜੇ ਇਸ ਤਰ੍ਹਾਂ ਦਾ ਜਿਹੜਾ ਕਰਦਾ 1 ਤੋਂ 2, 2 ਤੋਂ 3 ਸਮਾਜ ਬਦਲਣ ਨੂੰ ਦੇਰ ਨਹੀਂ ਲੱਗਣੀ। ਸੋ ਮੇਰੀ ਇਹ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜਦੋਂ ਵੀ ਕਿਤੇ ਸਮਾਂ ਲੱਗੇ ਇੱਥੇ ਜ਼ਰੂਰ ਵਿਜ਼ਿਟ ਕਰੋ, ਆ ਕੇ ਦੇਖੋ ਵੀ ਕੁਦਰਤ ਕਿੰਨੀ ਖੂਬਸੂਰਤ ਹੈ, ਕਿੰਨਾ ਵੱਡਾ ਜਿਹੜਾ ਇੱਥੇ ਤੁਹਾਡੇ ਕੋਲੇ ਸਿਸਟਮ ਪਿਆ ਜਿਹੜਾ ਕਿ ਤੁਸੀਂ ਸਿੱਖ ਕੇ ਅੱਗੇ ਹੋਰਾਂ ਨੂੰ ਸਿਖਾ ਸਕਦੇ ਹੋ। ਹੋਰ ਇੱਥੇ ਆ ਕੇ ਜਿਹੜਾ ਆਪਣੇ ਜਿਹੜੇ ਮਨ ਦੀ ਕੁਛ ਨਹੀਂ ਮਿਲੇਗਾ ਨਾ, ਤੁਹਾਨੂੰ ਮਨ ਦੀ ਸ਼ਾਂਤੀ ਬਹੁਤ ਮਿਲੇਗੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਸਮਾਜ ਦੀ ਸਿਹਤ ਤਾਂ ਹੀ ਸੁਧਰ ਸਕਦੀ ਹੈ ਜੇਕਰ ਧਰਤੀ ਦੀ ਸਿਹਤ ਸੁਧਰੇਗੀ। ਤੇ ਧਰਤੀ ਦੀ ਸਿਹਤ ਸੁਧਾਰਨ ਵਾਲੇ ਡਾਕਟਰ ਅੱਜ ਤੁਹਾਡੇ ਸਾਹਮਣੇ ਬੈਠੇ ਨੇ। ਤੇ ਜਦੋਂ ਤੁਸੀਂ ਇਸ ਧਰਤੀ ਦੀ ਸਿਹਤ ਸੁਧਾਰ ਲਓਗੇ ਤਾਂ ਸਮਾਜ ਕਦੇ ਬਿਮਾਰ ਨਹੀਂ ਰਹੇਗਾ। ਜਦੋਂ ਤੰਦਰੁਸਤ ਸਮਾਜ ਹੋਏਗਾ, ਤੰਦਰੁਸਤ ਦੇਸ਼ ਹੋਏਗਾ, ਤੰਦਰੁਸਤ ਦੁਨੀਆ ਹੋਏਗੀ, ਤੰਦਰੁਸਤ ਪਲੈਨਟ ਹੋਏਗਾ ਤਾਂ ਕੋਈ ਵੀ ਕਿਸੇ ਦਾ ਵੈਰੀ ਨਹੀਂ ਹੋਏਗਾ,
ਕਿਤੇ ਵੀ ਕੋਈ ਬਿਮਾਰੀ ਨਹੀਂ ਹੋਏਗੀ। ਤੇ ਜਦੋਂ ਕਿਤੇ ਕੋਈ ਬਿਮਾਰੀ ਨਹੀਂ ਹੋਏਗੀ ਤਾਂ ਫਿਰ ਉਸ ਰੱਬ ਦੀ ਕ੍ਰੀਏਸ਼ਨ ਜਿਹੜੀ ਹੈਗੀ ਆ ਉਸ ਨੂੰ ਇਹ ਲੱਗੇਗਾ ਕਿ ਕਿਤੇ ਮੈਂ ਜਿਹੜੀ ਇੱਥੇ ਧਰਤੀ ਨੂੰ ਕ੍ਰੀਏਟ ਕਰਕੇ ਜਿਹੜੀ ਆ ਉਹ ਕੋਈ ਗਲਤੀ ਨਹੀਂ ਕੀਤੀ। ਬਹੁਤ ਵਧੀਆ ਸਿਸਟਮ ਚੱਲ ਰਿਹਾ ਹੈਗਾ। ਤੇ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰੋਗੇ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਦੇ ਉੱਤੇ ਕਮੈਂਟ ਦੇ ਕੇ ਆਪਣੀ ਰਾਏ ਜ਼ਰੂਰ ਦਿਓਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।